Good afternoon, everyone. सत्कारयोग डॉक्टर ਦਲਜੀਤ ਸਿੰਘ, ਪ੍ਰਿੰਸੀਪਲ ਡਾਕਟਰ ਰਮਾ ਸ਼ਰਮਾ, ਅਧਿਆਪਕ ਸਾਥੀਓ ਅਤੇ ਪਿਆਰੇ ਵਿਦਿਆਰਥੀਓ। ਮੈਂ ਨਿਰਮਲ ਗੁਪਤਾ, ਹੈਡ ਡਿਪਾਰਟਮੈਂਟ ਆਫ ਇੰਗਲਿਸ਼, ਤੁਹਾਡਾ ਸਭ ਦਾ ਇਸ ਵੈਬੀਨਾਰ ਵਿੱਚ ਸਵਾਗਤ ਕਰਦੀ ਹਾਂ। ਵਰਤਮਾਨ ਦੌਰ ਵਿੱਚ ਜਿੱਥੇ ਕੋਵਿਡ-19 ਜਿਹੀ ਮਹਾਮਾਰੀ ਦਾ ਪ੍ਰਕੋਪ ਪੂਰੇ ਸੰਸਾਰ ਵਿੱਚ ਚੱਲ ਰਿਹਾ ਹੈ, ਉੱਥੇ ਵਿਦਿਅਕ ਸੰਸਥਾਵਾਂ ਵੱਲੋਂ ਜੋ ਆਨਲਾਈਨ ਗਤੀਵਿਧੀਆਂ ਦਾ ਕਾਰਜ ਆਰੰਭ ਕੀਤਾ ਗਿਆ ਹੈ, ਉਹ ਵਿਦਿਆਰਥੀਆਂ ਲਈ ਵੀ ਔਰ ਅਧਿਆਪਕਾਂ ਲਈ ਵੀ ਬਹੁਤ ਲਾਹੇਵੰਦ ਹੈ। ਇਸੇ ਕੜੀ ਵਿੱਚ ਅੱਜ ਸਾਡਾ ਇਹ ਵੈਬੀਨਾਰ ਸਾਡੇ ਮਹਾਨ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ, ਜੋ ਔਰੰਗਜ਼ੇਬ ਦੇ ਜ਼ੁਲਮ ਦੇ ਖਿਲਾਫ ਲੜਨ ਵਾਲੇ, ਮਨੁੱਖੀ ਧਰਮ ਅਤੇ ਵਿਚਾਰਿਕ ਸੁਤੰਤਰਤਾ ਦੇ ਲਈ ਮਹਾਨ ਸ਼ਹਾਦਤ ਦੇਣ ਵਾਲੇ ਇੱਕ ਕ੍ਰਾਂਤੀਕਾਰੀ ਯੁੱਗ ਪੁਰਖ ਸੀ, ਉਹਨਾਂ ਦੇ 400 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਹੈ। ਇਸ ਵੈਬੀਨਾਰ ਦੇ ਪ੍ਰਮੁੱਖ ਬੁਲਾਰੇ ਡਾਕਟਰ ਦਲਜੀਤ ਸਿੰਘ ਜੀ, ਇੰਚਾਰਜ ਸ਼੍ਰੀ ਗੁਰੂ ਤੇਗ ਬਹਾਦਰ ਨੈਸ਼ਨਲ ਇੰਟੀਗ੍ਰੇਸ਼ਨ ਚੇਅਰ, ਅਤੇ ਨਾਲ ਹੀ ਉਹ ਮੁਖੀ ਹਨ ਡਿਪਾਰਟਮੈਂਟ ਆਫ ਪੰਜਾਬ ਹਿਸਟੋਰੀਕਲ ਸਟੱਡੀਜ਼, ਪੰਜਾਬੀ ਯੂਨੀਵਰਸਿਟੀ ਪਟਿਆਲਾ। बहुत स्वागत है डॉक्टर दलजीत सिंह जी आप जी का। डॉक्टर साहब, एसटी कॉलेज बरनाला जो कि मालवा जोन की सर्व उत्तम कॉलेज विच जानिया जाता है, 1956 विच स्थापित होया। कॉलेज की अंथक अते अगाह वधू सोच की धारनी मैनेजिंग कमेटी के अंथक यत्नां ਦੇ ਕਾਰਨ ਅੱਜ ਇਹ ਕਾਲਜ ਇੱਕ ਮਿੰਨੀ ਯੂਨੀਵਰਸਿਟੀ ਦਾ ਰੂਪ ਧਾਰਨ ਕਰ ਚੁੱਕਿਆ ਹੈ, ਜਿੱਥੇ ਵੱਖ-ਵੱਖ ਵਿਸ਼ਿਆਂ ਵਿੱਚ ਪੋਸਟ ਗ੍ਰੈਜੂਏਟ, ਅੰਡਰ ਗ੍ਰੈਜੂਏਟ ਅਤੇ ਵੋਕੇਸ਼ਨਲ ਕੋਰਸਿਸ ਚੱਲ ਰਹੇ ਹਨ। ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਕਿ ਸਾਡੇ ਵਿਦਿਆਰਥੀਆਂ ਨੂੰ ਮਹਾਨ ਸ਼ਖਸੀਅਤ ਦੇ ਰੂਬਰੂ ਕਰਵਾਇਆ ਜਾਵੇ, ਤਾਂ ਜੋ ਉਹ ਸਾਡੇ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਬਣਨ। ਅੱਜ ਬੜੇ ਖੁਸ਼ੀ ਔਰ ਮਾਣ ਦੀ ਗੱਲ ਹੈ ਕਿ ਇਸ ਉਦੇਸ਼ ਨਾਲ ਅਸੀਂ ਅੱਜ ਰੂਬਰੂ ਹੋਣ ਜਾ ਰਹੇ ਹਾਂ ਡਾਕਟਰ ਦਲਜੀਤ ਸਿੰਘ ਜੀ ਨਾਲ, ਜੋ ਕਿ ਉੱਘੇ ਵਿਦਵਾਨ, ਸਹਿਯੋਗ ਅਧਿਆਪਕ ਅਤੇ ਆਪਣੇ ਖੇਤਰ ਨੂੰ ਸਮਰਪਿਤ ਸ਼ਖਸੀਅਤ ਹਨ। ਜੇ ਡਾਕਟਰ ਸਾਹਿਬ ਦੀ ਸਪੈਸ਼ਲਾਈਜੇਸ਼ਨ ਹੈ ਮਿਡੀਏਬਲ ਇੰਡੀਅਨ ਹਿਸਟਰੀ, ਸਿੱਖ ਹਿਸਟਰੀ, ਰਿਲੀਜਨ ਐਂਡ ਕਲਚਰ। ਜੇ ਉਹਨਾਂ ਦੇ ਆਪਣੇ ਵਿਸ਼ੇ ਦੇ ਮਹਾਰਤਾਂ ਬਾਰੇ, ਉਹਨਾਂ ਦੇ ਰਿਸਰਚ ਵਰਕਸ ਬਾਰੇ ਗੱਲ ਕਰੀਏ ਤਾਂ ਮੈਨੂੰ ਲੱਗਦਾ ਹੈ ਕਿ ਇੱਕ ਵੈਬੀਨਾਰ ਤਾਂ ਅਸੀਂ ਡਾਕਟਰ ਸਾਹਿਬ ਦੀ ਸ਼ਖਸੀਅਤ ਤੇ ਹੀ ਕਰਵਾ ਸਕਦੇ ਹਾਂ, ਪਰ ਫਿਰ ਵੀ ਮੈਂ ਸੰਖੇਪ ਵਿੱਚ ਦੱਸ ਦਿਆਂ, ਇਹਨਾਂ ਦੀਆਂ 6 ਕਿਤਾਬਾਂ, 115 ਰਿਸਰਚ ਪੇਪਰ ਪਬਲਿਸ਼ ਹੋ ਚੁੱਕੇ ਹਨ। ਡਿਟੇਲ ਵਿੱਚ ਮੈਂ ਸਭ ਦੇ ਨਾਂ ਨਹੀਂ ਪੜ੍ਹ ਸਕਦੀ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਇਸ ਤੋਂ ਇਲਾਵਾ 25 ਐਕਸਟੈਂਸ਼ਨ ਲੈਕਚਰ ਡਾਕਟਰ ਸਾਹਿਬ ਡਿਲੀਵਰ ਕਰ ਚੁੱਕੇ ਹਨ ਔਰ 59 ਬੁੱਕਸ ਦਾ ਰਿਵਿਊ ਵੀ ਕਰ ਚੁੱਕੇ ਹਨ। ਇਹਨਾਂ ਦੇ ਰਿਸਰਚ ਵਰਕ ਨੂੰ ਦੇਖਦੇ ਹੋਏ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ 2018 ਵਿੱਚ ਡਾਟੀ ਮਹੰਤ ਮੈਮੋਰੀਅਲ ਨੈਸ਼ਨਲ ਰਿਸਰਚ ਅਵਾਰਡ, ਅਤੇ ਨਾਲ ਹੀ ਪੰਜਾਬ ਸਰਕਾਰ ਵੱਲੋਂ 26 ਜਨਵਰੀ 2020 ਨੂੰ ਸਿੱਖ ਇਤਿਹਾਸ ਦੀ ਖੋਜ ਬਦਲੇ ਇਹਨਾਂ ਨੂੰ ਸਨਮਾਨ ਪੱਤਰ ਪ੍ਰਦਾਨ ਕੀਤਾ ਗਿਆ। ਇਸ ਤੋਂ ਪਹਿਲਾਂ ਕਿ ਅਸੀਂ ਵੈਬੀਨਾਰ ਦੀ ਸ਼ੁਰੂਆਤ ਕਰੀਏ, ਇਸ ਤੋਂ ਪਹਿਲਾਂ ਕਿ ਮੈਂ ਡਾਕਟਰ ਸਾਹਿਬ ਨੂੰ ਸੱਦਾ ਦਿਆਂ, ਮੈਂ ਬੁਲਾਵਾ ਚਾਹਾਂਗੀ ਮੈਡਮ ਅਨੁਰਾਧਾ ਸ਼ਰਮਾ ਜੀ ਨੂੰ, ਜੋ ਮੁਖੀ ਹਨ ਪੰਜਾਬੀ ਡਿਪਾਰਟਮੈਂਟ ਦੇ, ਕਿ ਉਹ ਡਾਕਟਰ ਸਾਹਿਬ ਦਾ ਰਸਮੀ ਸਵਾਗਤ ਕਰਨ। ਮੈਡਮ ਅਨੁਰਾਧਾ ਸ਼ਰਮਾ। मैडम आवाज नहीं आ रही। मैडम अनम्यूट करो। अनुराधा मैम प्लीज अनम्यूट योर माइक। आ रही है जी आवाज? हाँ जी मैम, प्लीज कंटिन्यू। आ रही? ठीक है जी। नमस्कार सारिਆਂ ਨੂੰ जी। श्री गुरु तेग बहादुर जी ਦੇ 400 ਸਾਲਾ ਜਨਮ ਸ਼ਤਾਬਦੀ ਸਮਾਰੋਹ ਨੂੰ ਸਮਰਪਿਤ ਐਸਟੀ ਕਾਲਜ ਬਰਨਾਲਾ ਦੇ ਕੰਪਿਊਟਰ ਡਿਪਾਰਟਮੈਂਟ ਅਤੇ ਲੈਂਗੁਏਜ ਡਿਪਾਰਟਮੈਂਟ ਵੱਲੋਂ ਇਹ ਕੁਝ ਪ੍ਰੋਗਰਾਮ ਉਲੀਕੇ ਗਏ, ਜਿਸ ਦੇ ਵਿੱਚ ਵੈਬੀਨਾਰ, ਕੁਇਜ਼ ਕੰਪੀਟੀਸ਼ਨ, ਸਲੋਗਨ ਰਾਈਟਿੰਗ ਅਤੇ ਪੋਸਟਰ ਮੇਕਿੰਗ ਦੇ ਮੁਕਾਬਲੇ ਕਰਵਾਏ ਜਾਣਗੇ। ਇਸੇ ਲੜੀ ਦੇ ਤਹਿਤ ਅੱਜ ਦਾ ਇਹ ਵੈਬੀਨਾਰ ਜੋ ਹੋ ਰਿਹਾ ਹੈ, ਜਿਸ ਵਿੱਚ ਡਾਕਟਰ ਦਲਜੀਤ ਸਿੰਘ ਜੀ ਸਾਡੇ ਰੂਬਰੂ ਹੋ ਰਹੇ ਨੇ, ਤੇ ਡਾਕਟਰ ਦਲਜੀਤ ਸਿੰਘ ਜੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ, ਉਹਨਾਂ ਦੀ ਸਿੱਖਿਆਵਾਂ, ਸ਼ਹਾਦਤ ਬਾਰੇ ਭਰਪੂਰ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਗੇ।
मैं डॉक्टर साहब का इस ਵੈਬੀਨਾਰ ਦੇ ਵਿੱਚ ਸਵਾਗਤ ਕਰਦੀ ਹਾਂ। ਮੋਸਟ ਵੈਲਕਮ ਸਰ, ਤੁਸੀਂ ਆਪਣੇ ਸਮੇਂ ਦੇ ਵਿੱਚੋਂ ਸਮਾਂ ਸਾਡੇ ਲਈ ਕੱਢਿਆ। ਮੈਨੂੰ ਜਿਸ ਤਰ੍ਹਾਂ ਪਤਾ ਲੱਗਿਆ ਸੀ ਕਿ ਤੁਹਾਡਾ ਜਿਹੜਾ ਸਮਾਂ ਬਹੁਤ ਬਿਜ਼ੀ ਚੱਲ ਰਿਹਾ ਹੈ, ਪਰ ਤੁਸੀਂ ਸਾਨੂੰ ਸਮਾਂ ਦਿੱਤਾ, ਇਸ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਵੈਲਕਮ ਸਰ। ਤੇ ਨਾਲ ਹੀ ਮੈਂ ਵੈਲਕਮ ਕਰਦੀ ਹਾਂ ਪ੍ਰਿੰਸੀਪਲ ਮੈਮ रमा शर्मा जी ਤੇ ਸਾਡੇ ਫੈਕਲਟੀ ਮੈਂਬਰਸ ਅਤੇ ਸਟੂਡੈਂਟਸ ਦਾ ਕਿ ਉਹ ਵੀ ਸਾਡੇ ਨਾਲ ਇਸ ਵੈਬੀਨਾਰ ਦੇ ਵਿੱਚ ਜੁੜੇ ਨੇ। ਤੇ ਲਾਸਟ ਦੇ ਵਿੱਚ ਇੱਕ ਵਾਰ ਫੇਰ ਮੈਂ ਸਾਰਿਆਂ ਨੂੰ ਵੈਲਕਮ ਆਖਦੀ ਹਾਂ ਤੇ ਅਗਲੀ ਕਾਰਵਾਈ ਦੇ ਲਈ ਹੈਲੋ ਅਗਲੀ ਰੂਪਰੇਖਾ ਦੇ ਬਾਰੇ ਮੈਡਮ ਨਿਰਮਲ ਜੀ ਸਾਡੇ ਨਾਲ ਸਾਰੀ ਰੂਪਰੇਖਾ ਸਾਂਝੀ ਕਰਨਗੇ। ਮੈਡਮ ਨਿਰਮਲ ਜੀ। हेलो 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 आवाज नहीं आ रही, मैंने तो अपनी आ रही कोई आवाज। हेलो 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 हाँ मैम हाँ जी मैम। थैंक यू अनुराधा मैडम। हाँ जी ਹੁਣ ਮੈਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸੱਦਾ ਦਿੰਦੀ ਹਾਂ ਡਾਕਟਰ ਦਲਜੀਤ ਸਿੰਘ ਜੀ ਨੂੰ, ਜੋ ਇਸ ਵੈਬੀਨਾਰ ਦਾ ਜੋ ਵਿਸ਼ਾ ਹੈ ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ ਅਤੇ ਸ਼ਹੀਦੀ, ਇਸ ਵਿਸ਼ੇ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ। ਡਾਕਟਰ ਦਲਜੀਤ ਸਿੰਘ ਜੀ। Respected principal ma'am, dear colleagues, staff member, students, सब तो पहला मैं कॉलेज मैनेजमेंट धन्यवाद कि ਮੈਨੂੰ ਅੱਜ ਉਹਨਾਂ ਨੇ ਵੈਬਿਨਾਰ ਦੇ ਥਰੂ ਆਨਲਾਈਨ ਥਰੂ ਤੁਹਾਡੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ। ਅੱਜ ਦਾ ਜਿਹੜਾ ਵਿਸ਼ਾ ਹੈ ਸ਼੍ਰੀ ਗੁਰੂ ਤੇਗ ਬਹਾਦਰ, ਇਹਦੇ ਨਾਲ ਹੀ ਮੈਂ ਤੁਹਾਨੂੰ 400 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਦੇ ਜਨਮ ਪ੍ਰਕਾਸ਼ ਉਤਸਵ ਦੀਆਂ ਵੀ ਵਧਾਈਆਂ ਦਿੰਦਾ ਕਿ ਸਾਨੂੰ ਉਹਨਾਂ ਨੇ ਮੌਕਾ ਦਿੱਤਾ ਇਹ ਸ਼ੁਭ ਅਵਸਰ ਦੇਖਣ ਦਾ। ਅਸੀਂ ਸਾਰੇ ਬਹੁਤ ਹੀ ਵਡਭਾਗੀ ਹਾਂ ਕਿ ਸਾਨੂੰ ਇਸ ਸਮੇਂ ਦੇ ਦੌਰਾਨ ਪਿਛਲੇ ਕੁਝ ਸਾਲਾਂ ਦੇ ਵਿੱਚ ਹੀ ਪਹਿਲਾਂ ਗੁਰੂ ਨਾਨਕ ਦੇਵ ਜੀ ਦਾ, ਗੁਰੂ ਗੋਬਿੰਦ ਸਿੰਘ ਜੀ ਦਾ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਤਸਵ ਜਿਹੜਾ ਸੀ ਉਹ ਦੇਖਣ ਨੂੰ ਮਿਲਿਆ। ਹਜੇ ਹੁਣੇ ਹੀ ਅਸੀਂ ਪਿੱਛੇ 550 ਸਾਲਾ ਗੁਰੂ ਨਾਨਕ ਦੇਵ ਜੀ ਦਾ ਮਨਾ ਕੇ ਹਟੇ ਹਾਂ ਤੇ ਹੁਣ 400 ਸਾਲਾ, ਉਸ ਤੋਂ ਪਹਿਲਾਂ 350 ਸਾਲਾ ਗੁਰੂ ਗੋਬਿੰਦ ਸਿੰਘ ਤੇ ਉਸ ਤੋਂ ਵੀ ਪਹਿਲਾਂ ਗੁਰੂ ਗ੍ਰੰਥ ਸਾਹਿਬ। ਮੈਂ ਹੋਰ ਵੀ ਵਡਭਾਗੀ ਹਾਂ ਕਿ ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦਾ ਜਦੋਂ 69 ਦੇ ਵਿੱਚ ਸੀ ਉਹ ਵੀ ਦੇਖਣ ਨੂੰ ਮਿਲਿਆ, ਚਾਹੇ ਉਦੋਂ ਮੈਂ ਬਹੁਤ ਹੀ ਛੋਟੀ ਅਵਸਥਾ ਦੇ ਵਿੱਚ ਸੀ। ਅੱਜ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਅੱਜ ਦਾ ਜਿਹੜਾ ਵੈਬੀਨਾਰ ਹੈ ਉਹਦੇ ਤਹਿਤ ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦਾ। Am I audible? Hello? Yes sir, you are audible. Yes sir. Okay. ਗੁਰੂ ਤੇਗ ਬਹਾਦਰ ਜੀ ਬਾਰੇ ਇਹ ਬਹੁਤ ਕੁਝ ਕਿਹਾ ਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਤੇਗ ਤੇ ਤਿਆਗ ਦੋਨਾਂ ਦਾ ਮੁਜੱਸਮਾ ਸੀ। ਉਹ ਜਿਹੜੀ ਵਿਅਕਤੀ ਸੀ ਉਹ ਵੈਰਾਗਮਈ ਸੀ, ਉਹ ਮੋਹ ਮਾਇਆ, ਸੰਸਾਰ ਦੇ ਮੋਹ ਮਾਇਆ ਦਾ ਉਚਾਰ ਸੀ। ਪਰ ਇਸ ਦਾ ਭਾਵ ਇਹ ਨਹੀਂ ਕਿ ਗੁਰੂ ਸਾਹਿਬ ਜਿਹੜੇ ਸੀ ਉਹਨਾਂ ਦਾ ਮਨ ਜਿਹੜਾ ਸੀ ਉਹ ਸੰਸਾਰ ਦੇ ਵਿੱਚ ਨਹੀਂ ਸੀ ਲੱਗ ਰਿਹਾ। ਅਸਲ ਦੇ ਵਿੱਚ ਉਹ ਸੰਸਾਰਿਕ ਮੋਹ ਮਾਇਆ ਜਿਹੜੀ ਹੈ ਉਹ ਤੇ ਉਸ ਦੇ ਲਾਲਚਾ ਤੋਂ ਉੱਪਰ ਸਨ। ਇਹ ਮੋਹ ਮਾਇਆ ਤੋਂ ਸੁਤੰਤਰ ਸਨ। ਤੇ ਨਾਲ ਹੀ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਉਹਨਾਂ ਨੇ ਸਾਡੇ ਸਾਹਮਣੇ ਜਿਹੜੀ ਗੱਲ ਕੀਤੀ, ਭੈ ਕਹੂੰ ਕਉ ਦੇਤ ਨਹੀਂ, ਨਾ ਹੀ ਭੈ ਮੰਨਤਾ, ਕਿ ਨਾ ਤਾਂ ਭੈ ਮੰਨਣਾ ਹੈ ਤੇ ਨਾ ਹੀ ਕਿਸੇ ਨੂੰ ਮਨਾਉਣਾ ਹੈ। ਭਾਵ ਨਾ ਕਿਸੇ ਤੋਂ ਡਰਨਾ ਹੈ ਤੇ ਨਾ ਹੀ ਕਿਸੇ ਨੂੰ ਡਰਾਉਣਾ ਹੈ। ਜਿਸ ਬੜੇ ਹੀ ਸਿੰਪਲ ਸ਼ਬਦਾਂ 'ਚ ਕਹਿਣਾ ਹੋਵੇ ਕਿ ਨਾ ਤਾਂ ਅਸੀਂ ਕਿਸੇ ਦੇ ਉੱਤੇ ਜ਼ੁਲਮ ਕਰੀਏ ਤੇ ਨਾ ਹੀ ਜ਼ੁਲਮ ਬਰਦਾਸ਼ਤ ਕਰੀਏ। ਜਦੋਂ ਅਸੀਂ ਇਹ ਗੱਲਾਂ ਦੇਖਦੇ ਹਾਂ ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਗੁਰੂ ਸਾਹਿਬ ਜਿਹੜੇ ਸੀ ਉਹ ਵੈਰਾਗਮਈ ਸੀ ਜਾਂ ਉਹ ਤਿਆਗ ਦਾ ਮੁਜੱਸਮਾ ਸੀ। ਤਿਆਗ ਤੋਂ ਭਾਵ ਸਿਰਫ ਤੇ ਸਿਰਫ ਇਹ ਹੈ ਕਿ ਉਹ ਮੋਹ ਮਾਇਆ ਤੋਂ ਉੱਪਰ ਸੀ। ਗੁਰੂ ਸਾਹਿਬ ਦਾ ਵਿਅਕਤੀਤਵ ਦੇਖ ਦੇਖ ਅਤੇ ਤਿਆਗ ਦਾ ਜਿਹੜਾ ਮੁਜੱਸਮਾ ਸੀ, ਜਿੱਥੇ ਉਹ ਸ਼ਾਂਤੀ ਦੇ ਪ੍ਰਤੀਕ ਸੀ
ਤੇ ਉਹ ਹਿੰਦ ਦੀ ਚਾਦਰ ਵੀ ਕਹਾਏ। ਉਹ ਕਿਹੜੇ ਕਾਰਨ ਸੀ? ਕਿਉਂਕਿ ਗੁਰੂ ਸਾਹਿਬ ਨੇ ਆਪਣਾ ਜੀਵਨ ਜਿਹੜਾ ਸੀ ਉਹ ਮਨੁੱਖ ਜਾਤੀ ਦੇ ਕਲਿਆਣ ਲਈ ਲਗਾਇਆ। ਮਨੁੱਖ ਜਾਤੀ ਦੇ ਕਲਿਆਣ ਦੇ ਵਿੱਚ ਹੀ ਉਹਨਾਂ ਨੇ ਆਪਣਾ ਜੀਵਨ ਗੁਜ਼ਾਰਿਆ ਤੇ ਨਾਲ ਦੀ ਨਾਲ ਉਹਨਾਂ ਨੇ ਉਸ ਸਮੇਂ ਦੀਆਂ ਵਧੀਕੀਆਂ ਦਾ ਵਿਰੋਧ ਵੀ ਕੀਤਾ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਸਮਾਂ ਜਿਹੜਾ ਹੈ 1658 ਤੋਂ ਲੈ ਕੇ 1707 ਦਾ ਜਿਹੜਾ ਸਮਾਂ ਉਹ ਔਰੰਗਜ਼ੇਬ ਦਾ ਸਮਾਂ। ਔਰੰਗਜ਼ੇਬ ਇੱਕ ਅਜਿਹਾ ਵਿਅਕਤੀ ਸੀ ਜੋ ਧਾਰਮਿਕ ਤੌਰ ਤੇ ਅਸਹਿਣਸ਼ੀਲ ਸੀ। ਇਸ ਤੋਂ ਪਹਿਲਾਂ ਜਿਹੜੇ ਮੁਗਲ ਸਮਰਾਟ ਹੋਏ ਨੇ ਤੇ ਉਹਨਾਂ ਵਿੱਚੋਂ ਅਕਬਰ ਇੱਕ ਅਜਿਹਾ ਮੁਗਲ ਸਮਰਾਟ ਸੀ ਜਿਸ ਨੇ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਅਪਣਾਈ। ਗੁਰੂ ਘਰ ਦੇ ਨਜ਼ਦੀਕੀਆਂ ਜਿਹੜੀਆਂ ਸੀ ਉਸ ਨੇ ਪ੍ਰਾਪਤ ਕੀਤੀਆਂ। ਸਿਰਫ ਇਹੀ ਨਹੀਂ, ਉਸ ਨੇ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਦੇ ਤਹਿਤ ਰਾਜਪੂਤ ਤੇ ਹੋਰ ਜਿਹੜੇ ਦੂਸਰੇ ਮਨਸਬਦਾਰ ਜਾਂ ਸਰਦਾਰ ਸੀ ਉਹਨਾਂ ਨੂੰ ਵੀ ਆਪਣੇ ਨਜ਼ਦੀਕ ਲਾਇਆ। ਹਰ ਵਿਅਕਤੀ ਨੂੰ ਧਾਰਮਿਕ ਸੁਤੰਤਰਤਾ ਪ੍ਰਦਾਨ ਕੀਤੀ। ਲੇਕਿਨ ਅਕਬਰ ਤੋਂ ਬਾਅਦ ਜਹਾਂਗੀਰ, ਸ਼ਾਹਜਹਾਂ ਅਤੇ ਜਦੋਂ ਔਰੰਗਜ਼ੇਬ ਆਉਂਦਾ ਹੈ, ਔਰੰਗਜ਼ੇਬ ਦੇ ਆਉਣ ਤੱਕ ਜਿਹੜੀ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਉਹ ਅਸਹਿਣਸ਼ੀਲਤਾ ਦੇ ਵਿੱਚ ਬਦਲ ਜਾਂਦੀ ਹੈ ਤੇ ਉਸ ਦਾ ਰਿਜ਼ਲਟ ਜਿਹੜਾ ਹੈ ਉਹ ਇਹ ਨਿਕਲਦਾ ਕਿ ਸਮੇਂ ਦੇ ਨਾਲ ਹੀ ਲੋਕਾਂ ਦੇ ਉੱਤੇ ਅਤਿਆਚਾਰ ਹੋਣੇ ਸ਼ੁਰੂ ਹੋ ਜਾਂਦੇ ਨੇ। ਔਰੰਗਜ਼ੇਬ ਦੇ ਸਮੇਂ ਦੇ ਵਿੱਚ ਹੀ ਨਾਰਥ ਵੈਸਟ ਫਰੰਟੀਅਰ ਦੇ ਵਿੱਚ ਜਿਹੜਾ 1667 ਤੋਂ ਲੈ ਕੇ 1675 ਦਾ ਜਿਹੜਾ ਸਮਾਂ ਹੈਗਾ, ਜਿਹਦੇ ਯੂਸਫ ਜ਼ਈ, ਅਫਰੀਦੀ, ਖਟਕ ਅਤੇ ਖਰੂਦੀ ਕਬੀਲੇ ਜਿਹੜੇ ਹੈਗੇ ਉਹ ਹੌਲੀ ਹੌਲੀ ਵਿਦਰੋਹ ਕਰਨਾ ਸ਼ੁਰੂ ਕਰ ਦਿੰਦੇ ਨੇ, ਆਪਣੇ ਆਪ ਨੂੰ ਸੁਤੰਤਰ ਕਰਨਾ ਚਾਹੁੰਦੇ ਨੇ। ਇਹ ਉਹ ਸਮਾਂ ਹੈ ਜਦੋਂ ਕਿਸਾਨ ਜਿਹੜੇ ਹੈਗੇ ਉਹਨਾਂ ਦੀ ਅਰਥ ਵਿਵਸਥਾ ਬਹੁਤ ਵਿਗੜ ਜਾਂਦੀ ਹੈ, ਉਹਨਾਂ ਦੀ ਜਿਹੜੀ ਹਾਲਤ ਹੈਗੀ ਹੈ ਬਹੁਤ ਜ਼ਿਆਦਾ ਵਿਗੜ ਜਾਂਦੀ ਹੈ। ਇਹ ਉਹ ਸਮਾਂ ਹੈ ਜਦੋਂ ਜਾਗੀਰਦਾਰੀ ਸਿਸਟਮ ਦੇ ਵਿੱਚ ਵੀ ਕ੍ਰਾਈਸਿਸ ਆ ਜਾਂਦਾ। ਭਾਵ ਇਸ ਸਮੇਂ ਦੇ ਦੌਰਾਨ ਜਿਹੜੀ ਭਾਰਤ ਦੀ ਅਰਥ ਵਿਵਸਥਾ ਹੈਗੀ ਹੈ, ਜਿਹੜੇ ਮੁਗਲ ਹੁਕਮਰਾਨ ਦੀ ਗੜਬੜ ਹੋਣੀ ਸ਼ੁਰੂ ਹੋ ਜਾਂਦੀ ਹੈ, ਹਰ ਪਾਸੇ ਵਿਦਰੋਹ ਹੋਣੇ ਸ਼ੁਰੂ ਹੋ ਜਾਂਦੇ ਨੇ। ਲੇਟਰ ਟਾਈਮ ਪੀਰੀਅਡ ਦੇ ਵਿੱਚ ਅਸੀਂ ਇਹ ਵੀ ਦੇਖਦੇ ਹਾਂ ਕਿ ਸ਼ਿਵਾਜੀ ਜਿਹੜੇ ਹੈਗੇ, ਮਰਾਠਾ ਜਿਹੜੇ ਹੈਗੇ ਉਹ ਵੀ ਸੁਤੰਤਰ ਹੋ ਜਾਂਦੇ ਨੇ। ਰਿਜ਼ਲਟ ਕਿ ਹਰ ਪਾਸੇ ਬਗਾਵਤਾਂ ਹੋ ਰਹੀਆਂ ਤੇ ਇਸਲਾਮ ਤੋਂ ਬਿਨਾਂ ਦੂਸਰੇ ਧਰਮ ਜਿਹੜੇ ਹੈਗੇ, ਚਾਹੇ ਉਹ ਹਿੰਦੂ ਧਰਮ ਆ ਜਾਂ ਕੋਈ ਹੋਰ ਧਰਮ ਆ, ਈਵਨ ਇਸਲਾਮ ਦੇ ਵਿੱਚ ਸੁੰਨੀਆਂ ਤੋਂ ਇਲਾਵਾ ਚਾਹੇ ਉਹ ਸ਼ੀਆ ਨੇ ਜਾਂ ਕੋਈ ਹੋਰ ਨੇ, ਉਹਨਾਂ ਦੇ ਉੱਤੇ ਵੀ ਅਤਿਆਚਾਰ ਹੋ ਰਹੇ ਨੇ। ਅੱਗੇ ਜਾ ਕੇ ਮੈਂ ਤੁਹਾਡੇ ਇਹਦੇ ਬਾਰੇ ਵੀ ਗੱਲ ਕਰੂੰਗਾ। ਉਹਦੀ ਫਾਰ ਐਗਜ਼ਾਮਪਲ ਤੌਰ ਤੇ ਮੈਂ ਇੱਕ ਇਸ਼ਾਰਾ ਮਾਤਰ ਗੱਲ ਕਰ ਦਿੰਦਾ ਕਿ ਸਰਮਦ ਜਿਹੜਾ ਹੈ ਉਸ ਦੇ ਉੱਤੇ ਵੀ ਅਤਿਆਚਾਰ ਹੈ, ਉਸ ਨੂੰ ਵੀ ਕਤਲ ਕਰਵਾਇਆ ਗਿਆ। ਔਰੰਗਜ਼ੇਬ ਦੀ ਧਾਰਮਿਕ ਅਸਹਿਣਸ਼ੀਲਤਾ ਸਾਨੂੰ ਉੱਥੋਂ ਵੀ ਦਿਖਦੀ ਹੈ ਜਦੋਂ ਮਥੁਰਾ ਦੇ ਜਾਟ, ਨਾਰਨੌਲ ਦੇ ਸਤਨਾਮੀ, ਪੰਜਾਬ ਦੇ ਵਿੱਚ ਸਿੱਖ, ਰਾਜਸਥਾਨ ਦੇ ਵਿੱਚ ਰਾਜਪੂਤ, ਮਹਾਰਾਸ਼ਟਰ ਦੇ ਮਰਾਠੇ ਜਿਹੜੇ ਹੈਗੇ ਨੇ ਉਹ ਬਗਾਵਤ ਕਰ। ਭਾਵ ਹਰ ਪਾਸੇ ਜਿਹੜਾ ਮਾਹੌਲ ਹੈਗਾ ਉਹ ਬਗਾਵਤਮਈ ਹੋਇਆ ਹੋਇਆ। ਲੇਕਿਨ ਇਸ ਤੋਂ ਪਹਿਲਾਂ ਅਕਬਰ ਦੇ ਟਾਈਮ ਪੀਰੀਅਡ ਸਾਰੇ ਉਸ ਦੇ ਦੋਸਤ ਬਣੇ ਹੋਏ ਨੇ, ਉਹਨਾਂ ਨਾਲ ਮਿੱਤਰਤਾਪੂਰਨ ਸੰਬੰਧ ਨੇ, ਉਹ ਬਗਾਵਤ ਨਹੀਂ ਕਰ ਰਹੇ, ਸਗੋਂ ਉਸਦੀ ਸ਼ਕਤੀ ਨੇ। ਪਰ ਔਰੰਗਜ਼ੇਬ ਦੇ ਟਾਈਮ ਤੱਕ ਇਹ ਦੋਸਤਾਨਾ ਸੰਬੰਧ ਵਿਗੜ ਕੇ ਉਸਦੇ ਪਤਨ ਦਾ ਕਾਰਨ ਬਣਦਾ ਜਾ ਰਹੇ ਨੇ। ਰੀਜ਼ਨ ਕੀ ਹੈ? ਔਰੰਗਜ਼ੇਬ ਦੀ ਧਾਰਮਿਕ ਅਸਹਿਣਸ਼ੀਲਤਾ ਦੀ ਨੀਤੀ, ਇਨਟੋਲਰੈਂਸ ਪਾਲਿਸੀ। ਤੇ ਇਹ ਸਾਰੇ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਹੀ ਮੈਂ ਤੁਹਾਡੇ ਨਾਲ ਜਿਹੜੀ ਹੈਗੀ ਆ ਗੁਰੂ ਤੇਗ ਬਹਾਦਰ ਦੀ ਯਾਤਰਾਵਾਂ ਤੇ ਉਹਨਾਂ ਦੀ ਸ਼ਹਾਦਤ ਬਾਰੇ ਗੱਲ ਕਰਨੀ ਚਾਹਾਂਗਾ। ਗੁਰੂ ਤੇਗ ਬਹਾਦਰ ਜੀ ਦਾ ਜਨਮ ਅਪ੍ਰੈਲ 1621 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹੋਇਆ, ਗੁਰੂ ਹਰਗੋਬਿੰਦ ਸਾਹਿਬ ਤੇ ਮਾਤਾ ਨਾਨਕੀ ਜੀ ਦੇ ਘਰ। ਗੁਰੂ ਹਰਗੋਬਿੰਦ ਪਰਿਵਾਰ ਦੇ ਵਿੱਚ ਸਭ ਤੋਂ ਛੋਟੇ ਸੀ। ਬਾਬਾ ਗੁਰਦਿੱਤਾ, ਬਾਬਾ ਸੂਰਜਮਲ, ਬਾਬਾ ਅਣੀ ਰਾਏ ਤੇ ਬਾਬਾ ਅਟਲ ਰਾਏ ਆਪ ਦੇ 4 ਵੱਡੇ ਭਰਾ ਸੀ। ਬੀਬੀ ਵੀਰੋ, ਜਿਸ ਨੂੰ ਭੈਣ ਬੀਬੀ ਵੀਰੋ ਵੀ ਕਿਹਾ ਜਾਂਦਾ ਹੈ, ਉਹ ਲਗਭਗ ਗੁਰੂ ਸਾਹਿਬ ਤੋਂ 6 ਸਾਲ ਵੱਡੀ ਸੀ। ਗੁਰੂ ਸਾਹਿਬ ਬਚਪਨ ਦੇ ਵਿੱਚ ਉਹ ਸ਼ਾਂਤ ਸੁਭਾਅ ਦੇ ਸੀ, ਅਕਾਲ ਪਸੰਦ ਸੀ ਤੇ ਕਿਸੇ ਨਾ ਕਿਸੇ ਸੋਚ ਦੇ ਵਿੱਚ ਮਗਨ ਰਹਿੰਦੇ ਸੀ। ਬਚਪਨ ਦੇ ਵਿੱਚ ਹੀ ਆਪ ਦੀ ਵਿਦਿਆ ਦਾ, ਸ਼ਸਤਰ ਵਿਦਿਆ ਦਾ ਤੇ ਦੂਸਰੀ ਵਿਦਿਆ ਦਾ ਪ੍ਰਬੰਧ ਕੀਤਾ ਗਿਆ। ਜਦੋਂ ਆਪ ਦੀ ਉਮਰ 13 ਸਾਲ ਦੀ ਹੋਈ ਤਾਂ ਆਪ ਦਾ ਵਿਆਹ ਕਰਤਾਰਪੁਰ ਨਿਵਾਸੀ ਭਾਈ ਲਾਲ ਚੰਦ ਦੀ ਸਪੁੱਤਰੀ ਗੁਜਰੀ ਜੀ ਨਾਲ ਹੋਇਆ। ਇਸੇ ਸਮੇਂ ਹੀ 1634 ਦੇ ਵਿੱਚ ਕਰਤਾਰਪੁਰ ਦੀ ਲੜਾਈ ਹੁੰਦੀ ਹੈ ਤੇ ਇਸ ਕਰਤਾਰਪੁਰ ਦੀ ਲੜਾਈ ਦੇ ਵਿੱਚ ਆਪ ਨੇ ਬਹੁਤ ਹੀ ਬਹਾਦਰੀ ਨਾਲ ਯੁੱਧ ਕੀਤਾ ਤੇ ਤਲਵਾਰ ਦੇ ਧਨੀ ਕਹਾਏ।
ਤੇ ਇਸ ਸਮੇਂ ਆਪ ਗੁਰੂ ਹਰਗੋਬਿੰਦ ਸਾਹਿਬ ਆਪ ਦੀ ਤਲਵਾਰ ਚਲਾਉਣ ਦੇ ਤਰੀਕੇ ਤੋਂ ਇੰਨਾ ਖੁਸ਼ ਹੋਏ ਕਿ ਉਹਨਾਂ ਨੇ ਆਪ ਦਾ ਨਾਮ ਤਿਆਗਮਲ ਤੋਂ ਤੇਗ ਬਹਾਦਰ ਰੱਖ ਦਿੱਤਾ, ਭਾਵ ਤੇਗ ਦੇ ਧਨ। ਰਿਜ਼ਲਟ ਇਸ ਟਾਈਮ ਪੀਰੀਅਡ ਦੇ ਵਿੱਚ ਹੀ ਜਦੋਂ ਗੁਰੂ ਸਾਹਿਬ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਦੇਖਿਆ ਕਿ ਗੁਰੂ ਤੇਗ ਬਹਾਦਰ ਜਿਹੜੇ ਹੈਗੇ ਨੇ, ਜਾਂ ਆਪਾਂ ਹਜੇ ਗੁਰੂ ਵਰਡ ਨਾ ਲਾਈਏ, ਤੇਗ ਬਹਾਦਰ ਜਿਹੜੇ ਹੈਗੇ ਨੇ ਉਹ ਭਗਤੀ ਦੇ ਵਿੱਚ ਲੀਨ ਰਹਿੰਦੇ ਨੇ, ਸਮਾਧੀ ਦੇ ਵਿੱਚ ਲੀਨ ਰਹਿੰਦੇ ਨੇ, ਤਾਂ ਉਹਨਾਂ ਨੇ ਮਹਿਸੂਸ ਕੀਤਾ ਕਿ ਸ਼ਾਇਦ ਹਜੇ ਗੁਰੂ ਤੇਗ ਬਹਾਦਰ ਨੂੰ ਗੱਦੀ ਦੇਣ ਦਾ ਸਮਾਂ ਨਹੀਂ ਆਇਆ। ਤਾਂ ਇਸ ਸਮੇਂ ਦੇ ਵਿੱਚ ਉਹਨਾਂ ਨੇ ਬਾਬਾ ਗੁਰਦਿੱਤਾ ਦੇ ਵੱਡੇ ਸਪੁੱਤਰ ਗੁਰੂ ਹਰ ਰਾਏ ਜਿਹੜੇ ਉਹਨਾਂ ਨੂੰ ਗੁਰਗੱਦੀ ਦਿੱਤੀ। ਅਤੇ ਨਾਲ ਹੀ ਗੁਰੂ ਤੇਗ ਬਹਾਦਰ ਜਿਹੜੇ ਹੈ ਉਹ ਆਪਣੇ ਨਾਨਕੇ ਪਿੰਡ ਮਾਤਾ ਨਾਨਕੀ ਅਤੇ ਪਤਨੀ ਗੋਜੀ ਜੀ ਲੈ ਕੇ ਬਕਾਲੇ ਰਹਿਣ ਲੱਗੇ। ਇੱਥੇ ਲੰਮਾ ਸਮਾਂ ਜਿਹੜਾ ਉਹਨਾਂ ਨੇ ਬਕਾਲੇ ਦੇ ਵਿੱਚ ਆਪਣਾ ਬਤੀਤ ਕੀਤਾ ਤੇ ਨਾਲ ਹੀ ਉਹ ਸਥਾਨ ਦੇ ਉੱਤੇ ਆਪਣੀ ਭਗਤੀ ਦੇ ਵਿੱਚ ਸਮਾਧੀ ਦੇ ਵਿੱਚ ਲੀਨ ਰਹਿਣ ਲੱਗੇ। ਗੁਰੂ ਹਰਿ ਤੋਂ ਬਾਅਦ ਗੁਰੂ ਹਰਕ੍ਰਿਸ਼ਨ 1661 ਤੋਂ 64 ਦੇ ਵਿੱਚ ਗੁਰੂ ਰਹੇ, ਪਰ ਗੁਰੂ ਹਰਕ੍ਰਿਸ਼ਨ ਛੋਟੀ ਉਮਰ ਦੇ ਵਿੱਚ ਹੀ ਜੋਤੀ ਜੋਤ ਸਮਾ। ਉਹਨਾਂ ਨੇ ਆਪਣੇ ਅੰਤਲੇ ਸਮੇਂ ਦੇ ਵਿੱਚ ਸਿੱਖਾਂ ਨੂੰ ਪੁੱਛਣ ਤੇ ਕਿਹਾ ਕਿ ਗੁਰਗੱਦੀ ਕਿਸ ਪਾਸ ਜਾਵੇਗੀ, ਤਾਂ ਉਹਨਾਂ ਨੇ ਬਾਬਾ ਬਕਾਲਾ ਸ਼ਬਦ ਉਚਾਰਿਆ, ਭਾਵ ਉਹਨਾਂ ਦਾ ਬਾਬਾ ਜਿਹੜਾ ਹੈਗਾ ਉਹ ਬਕਾਲੇ ਰਹਿੰਦਾ। ਕਿਉਂ? ਕਿਉਂਕਿ ਗੁਰੂ ਸਾਹਿਬ ਉਹਨਾਂ ਦੇ ਦਾਦੇ ਦੇ ਸਥਾਨ ਤੇ ਰੱਖਦੇ ਸੀ। ਜੇ ਦੇਖਿਆ ਜਾਵੇ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਬਾਬਾ ਬਕਾਲਾ ਰਹਿ ਰਹੇ ਨੇ, ਉੱਥੇ ਬੇਸ਼ੱਕ ਉਹ ਸਮਾਧੀ ਦੇ ਵਿੱਚ ਨੇ, ਬੇਸ਼ੱਕ ਉਹ ਭਗਤੀ ਕਰ ਰਹੇ ਨੇ, ਪਰ ਫਿਰ ਵੀ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਸਾਹਿਬ ਇਸ ਸਮੇਂ ਦੇ ਵਿੱਚ ਬਾਣੀ ਵੀ ਉਚਾਰਨ ਕਰ ਰਹੇ ਨੇ, ਬਾਣੀ ਲਿਖ ਵੀ ਰਹੇ ਨੇ, ਸ਼ਬਦਾਂ ਦੀ ਰਚਨਾ ਵੀ ਕਰ ਰਹੇ ਨੇ, ਅਤੇ ਨਾਲ ਨਾਲ ਸਿੱਖ ਸੰਗਤ ਜਿਹੜੀ ਹੈਗੀ ਉੱਥੇ ਉਹਨਾਂ ਨਾਲ ਧਰਮ ਦਾ ਪ੍ਰਚਾਰ ਜਿਹੜਾ ਹੈਗਾ ਉਹ ਵੀ ਕਰ ਰਹੇ ਨੇ। ਪਰ ਗੁਰੂ ਨਾਨਕ ਦਾ ਜੋ ਰਸਤਾ ਉਹਨਾਂ ਨੂੰ ਦਿਖਾਇਆ ਗਿਆ ਸੀ, ਉਹਨਾਂ ਦਾ ਸੱਚੇ ਦਿਲੋਂ ਉਹ ਮੁਲਾਂਕਣ ਵੀ ਕਰ ਰਹੇ ਨੇ। ਗੁਰੂ ਹਰਕ੍ਰਿਸ਼ਨ ਨੂੰ ਇਸ ਜਦੋਂ ਚੇਚਕ ਦੀ ਬਿਮਾਰੀ ਲੱਗੀ, ਇਹ ਮਹਾਮਾਰੀ ਕਿਉਂਕਿ ਦਿੱਲੀ ਅਤੇ ਪੂਰੇ ਉਸ ਥਾਂ ਦੇ ਉੱਤੇ ਫੈਲ ਚੁੱਕੀ ਸੀ, ਤੇ ਗੁਰੂ ਸਾਹਿਬ ਵੀ ਇਸ ਦਾ ਸ਼ਿਕਾਰ ਹੋਏ, ਤੇ ਉਹਨਾਂ ਨੇ ਜਦੋਂ ਮਹਿਸੂਸ ਕਰ ਲਿਆ ਕਿ ਉਹਨਾਂ ਦਾ ਜਿਹੜਾ ਅੰਤਲਾ ਸਮਾਂ ਉਹ ਨੇੜੇ ਆ ਚੁੱਕਿਆ ਹੈ, ਤਾਂ ਗੁਰੂ ਸਾਹਿਬ ਨੇ 5 ਪੈਸੇ ਤੇ ਨਾਰੀਅਲ ਜਿਹੜਾ ਹੈ ਉਹ ਰੱਖਿਆ ਅਤੇ ਆਪਣਾ ਹੱਥ ਜਿਹੜਾ ਹੈਗਾ 3 ਵਾਰ ਘੁਮਾਇਆ ਤੇ ਕਿਹਾ ਬਾਬਾ ਬਕਾਲੇ। ਇਹਦੇ ਲਈ ਸਾਨੂੰ ਸੂਰਜ ਪ੍ਰਕਾਸ਼ ਗ੍ਰੰਥ ਜਿਹੜਾ ਹੈ ਉਹਦੇ ਵਿੱਚ ਵੀ ਲਿਖਿਆ ਮਿਲਦਾ ਹੈ ਕਿ ਬਾਬਾ ਬਸੈ ਜੇ ਗ੍ਰਾਮ ਬਕਾਲੇ ਬਨ ਗੁਰੂ ਸੰਗਤ ਸੰਭਾਲੇ। ਕਾਫੀ ਲੰਬੇ ਚੌੜੀ ਗੱਲਾਂ ਕੀਤੀਆਂ ਨੇ, ਉਹ ਸਮੇਂ ਦੀ ਘਾਟ ਹੈ, ਇਸ ਕਰਕੇ ਮੈਂ ਉਹ ਜ਼ਿਆਦਾ ਡਿਟੇਲ 'ਚ ਨਹੀਂ ਜਾਂਦਾ। ਸਰੂਪਦਾਸ ਭੱਲਾ ਮਹਿਮਾ ਪ੍ਰਕਾਸ਼ ਵੀ ਲਿਖਦਾ, ਹਮ ਕਿਤ ਬਿਦ ਨਿਤ ਦਰਸ਼ਨ ਕਰੇ ਕਿਮ ਕਰੇ ਚਰਨ ਗੁਰ ਸੇਵ, ਅਬ ਕਹਾਂ ਜੋਤ ਪ੍ਰਗਟ ਤਰੋ ਦੀਜੈ ਦਾਸਨ ਪੇ। ਭਾਵ ਮਹਿਮਾ ਪ੍ਰਕਾਸ਼ ਦੇ ਵਿੱਚ ਜਦੋਂ ਦੱਸ ਰਿਹਾ ਹੈ ਕਿ ਸੰਗਤ ਜਿਹੜੀ ਹੈ ਗੁਰੂ ਸਾਹਿਬ ਦੇ ਅੱਗੇ ਹੱਥ ਜੋੜ ਕੇ ਖੜੀ ਹੋ ਗਈ ਕਿ ਸਾਨੂੰ ਦੱਸੋ ਅਸੀਂ ਕਿੱਧਰ ਜਾਵਾਂਗੇ, ਤੇ ਫਿਰ ਜਦੋਂ ਇਸ ਗੱਲ ਦਾ ਗੁਰੂ ਸਾਹਿਬ ਜਵਾਬ ਦਿੰਦੇ ਨੇ, ਦੈਨ ਫਿਰ ਸੰਗਤ ਦੀ ਮਨੋਦਸ਼ਾ ਨੂੰ ਸਮਝਦੇ ਹੋਏ ਗੁਰੂ ਸਾਹਿਬ ਫਿਰ ਫਰਮਾਉਂਦੇ ਨੇ, ਸੁਨ ਬੇਨਤੀ ਸਤਿਗੁਰ ਭਏ ਦਿਆਲ, ਕਹਾ श्रीमुख बर बचन विसार, अब जाए दर्शन तुम करो बकाले, तहां रहे बाबा जी दीन दयाले। भाई केसर सिंह बंसावी नामा ਦੇ ਵਿੱਚ ਵੀ ਸੰਗਤ ਨੂੰ ਸੰਬੋਧਨ ਕਰਦੇ ਨੇ ਕਿ ਬਾਬਾ ਬਕਾਲੇ ਗੁਰੂ ਸਾਹਿਬ ਰਹਿ ਰਹੇ ਨੇ, ਤੁਸੀਂ ਉੱਥੇ ਉਹਨਾਂ ਨੂੰ ਜਾ ਕੇ ਮਿਲ ਸਕਦੇ ਹੋ। ਇਹ ਜਿਹੜੀ ਘਟਨਾ ਹੈਗੀ ਆ 30 ਮਾਰਚ 1664 ਦੀ ਹੈਗੀ ਆ, ਤੇ ਜਦੋਂ ਗੁਰੂ ਸਾਹਿਬ ਨੇ ਆਪਣੇ ਜਿਹੜੇ ਬਚਨ ਉਚਾਰੇ ਕਿ ਬਾਬਾ ਬਕਾਲੇ ਦੇ ਵਿੱਚ ਨੇ। ਬਾਬਾ ਸ਼ਬਦ ਜਿਹੜਾ ਹੈਗਾ ਉਹ ਦਾਦੇ ਵਾਸਤੇ ਵੀ ਤੇ ਸਿੱਖ ਧਰਮ ਦੇ ਵਿੱਚ, ਤੇ ਉਸ ਜਦੋਂ ਅਸੀਂ ਪੁਰਾਤਨ ਗੱਲ ਕਰਦੇ ਹਾਂ ਪ੍ਰਾਚੀਨ ਕਾਲ ਦੇ ਵਿੱਚ, ਤਾਂ ਗੁਰੂ ਵਾਸਤੇ ਵੀ ਬਾਬਾ ਸ਼ਬਦ ਵਰਤਿਆ ਜਾਂਦਾ ਰਿਹਾ। ਤੇ ਜਿੱਥੇ ਤੱਕ ਗੁਰੂ ਸਾਹਿਬ ਗੁਰੂ ਹਰਕ੍ਰਿਸ਼ਨ ਜੀ ਗੱਲ ਕਰਦੇ ਨੇ ਬਾਬੇ ਦੀ, ਤਾਂ ਬਾਬਾ ਸ਼ਬਦ ਜਿਹੜਾ ਹੈਗਾ ਉਹ ਇਹਦੇ ਚ ਕੋਈ ਦੋ ਰਾਵਾਂ ਹੀ ਨਹੀਂ ਹੈਗੀਆਂ ਕਿ ਇਹ ਗੁਰੂ ਤੇਗ ਬਹਾਦਰ ਸਾਹਿਬ ਵਾਸਤੇ ਵਰਤਿਆ ਗਿਆ। ਉਹਦਾ ਰੀਜ਼ਨ ਇਹ ਹੈਗਾ ਕਿ ਰਿਸ਼ਤੇ ਦੇ ਵਿੱਚ ਗੁਰੂ ਸਾਹਿਬ ਦਾ ਇਸ ਟਾਈਮ ਕੋਈ ਬਾਬਾ ਨਹੀਂ ਹੈਗਾ, ਤੇ ਨਾ ਹੀ ਕੋਈ ਸੋਢੀ ਜਿਹੜਾ ਸੀ, ਤੇ ਉਹਨਾਂ ਦੇ ਆਪਣੇ ਬਾਬਾ ਜਿਹੜੇ ਬਾਬਾ ਗੁਰਦਿੱਤਾ ਜੀ ਜਿਹੜੇ ਹੈਗੇ, ਉਹਨਾਂ ਦੀ ਇਸ ਸਮੇਂ ਡੈਥ ਹੋ ਚੁੱਕੀ ਹੁੰਦੀ ਹੈ, ਤੇ ਉਹਨਾਂ ਦਾ ਹੀ ਕੇਵਲ ਇੱਕੋ ਭਰਾ ਹੈਗਾ ਜੋ ਤੇਗ ਬਹਾਦਰ ਹੈ, ਜੋ ਦਾਦੇ ਦੇ ਥਾਂ ਤੇ ਲੱਗਦਾ। ਇਸ ਤੋਂ ਸਿੱਧੀ ਇੰਡੀਕੇਸ਼ਨ ਜਿਹੜੀ ਹੈਗੀ ਆ ਬਾਬੇ ਤੋਂ ਮਤਲਬ ਤੇਗ ਬਹਾਦਰ ਤੋਂ ਆ। ਪਰ ਕਿਉਂ? ਕਿਉਂਕਿ ਜਿਹੜੇ ਧੀਰ ਮਲੀਏ ਤੇ ਹੋਰ ਦੂਸਰੇ ਮਸੰਦ ਹੈਗੇ, ਉਹਨਾਂ ਨੇ ਇਸ ਚੀਜ਼ ਦਾ ਲਾਭ ਉਠਾਉਣ ਦੀ ਕੋਸ਼ਿਸ਼ ਕੀਤੀ
ਕਿ ਸਾਡਾ ਦਾ ਕੋਈ ਬਾਬਾ ਹੀ ਨਹੀਂ ਹੈਗਾ ਤੇ ਬਾਬਾ ਜਿਹੜਾ ਹੈਗਾ ਹੁਣ ਉਹ ਜਿਹੜੇ ਹੈਗੇ ਨੇ ਉਹ ਧੀਰਮਲ। ਤੇ ਇਸੇ ਕਰਕੇ ਕੇਸਰ ਸਿੰਘ ਛੇਬੜ ਜਿਹੜਾ ਹੈਗਾ ਉਹ ਲਿਖਦਾ ਹੈ ਕਿ ਕਿਵੇਂ ਧੀਰਮਲ ਜਿਹੜਾ ਹੈਗਾ ਗਲਤੀ ਕਰਦਾ ਹੈ। ਗੁਰਿਆਈ ਹੈ ਸਾਡੀ ਹਰਕ੍ਰਿਸ਼ਨ ਜੀ ਜੋ ਕਿਹਾ ਬਾਬੇ ਬਕਾਲੇ, ਅਸੀਂ ਬਾਬੇ ਹਾਂ ਆਦਿ ਬਾਬੇ ਗੁਰਦਿੱਤੇ ਜੀ ਦੀ ਅਸੀਂ ਔਲਾਦ, ਤੇਗ ਬਹਾਦਰ ਪੰਜਵੀਂ ਜਾਵਾਂ ਅਸੀਂ ਬਾਬੇ ਆ। ਤੇਗ ਬਹਾਦਰ ਪੰਜਵੀਂ ਥਾਂ ਤੇ ਬਾਬਾ ਗੁਰਦਿੱਤਾ ਜੀ ਹੈਗੇ, ਬਾਬਾ ਗੁਰਦਿੱਤਾ ਜੀ ਦੀ ਡੈਥ ਹੋ ਚੁੱਕੀ ਹੈ ਤੇ ਅਸੀਂ ਉਹਨਾਂ ਦੀ ਔਲਾਦ ਆ। ਪਰ ਇੱਥੇ ਜਿਹੜਾ ਹੈਗਾ ਧੀਰਮਲ ਜਿਹੜਾ ਹੈਗਾ ਉਹ ਇਸ ਗੱਲ ਨੂੰ ਭੁੱਲ ਜਾਂਦਾ ਹੈ ਕਿ ਗੁਰੂ ਹਰਕ੍ਰਿਸ਼ਨ ਜੀ ਨੇ ਜੋ ਸਵਰਗਵਾਸ ਹੋਣ ਵੇਲੇ ਗੱਲ ਬਾਬਾ ਕਿਹਾ ਸੀ ਉਹ ਜਿਉਂਦੇ ਬਾਬੇ ਦੀ ਗੱਲ ਕੀਤੀ ਸੀ ਕਿ ਬਾਬਾ ਬਕਾਲੇ ਤੇ ਬਾਬਾ ਗੁਰਦਿੱਤਾ ਜੀ ਇਸ ਸਮੇਂ ਚੜ੍ਹਾਈ ਕਰ ਚੁੱਕੇ ਨੇ। ਇਟ ਮੀਨਸ ਸਿੱਧਾ ਸੰਕੇਤ ਸੀ ਗੁਰੂ ਤੇਗ ਬਹਾਦਰ। ਬਾਬੇ ਬਕਾਲੇ ਜੋ ਉਹਨ ਕਿਹਾ ਜੋ ਜੀਵਦਿਆਂ ਕੇ ਮੋਇਆ ਬਹਿ ਰਿਹਾ, ਬਾਬਾ ਗੁਰਦਿੱਤਾ ਤਾਂ ਸਵਰਗ ਸਦਾਏ ਬੈਠਾ ਸਲਾਮਤ ਬਾਬਾ ਤੇਗ ਬਹਾਦਰ ਹੈ। ਸੋ ਬਾਬੇ ਬਕਾਲੇ ਬਾਬਾ ਬਕਾਲਾ ਜਿਹੜਾ ਹੈ ਉਹ ਦੋ ਤਰਫੀ ਉਹਦੀ ਵਰਤੋਂ ਜਿਹੜੀ ਸੀਗੀ ਉਸ ਟਾਈਮ ਦੇ ਵਿੱਚ ਹੋ ਰਹੀ ਸੀ ਤੇ ਇਹਦਾ ਰੀਜ਼ਨ ਇਹ ਸੀ ਕਿ ਧੀਰਮਲ ਹਰ ਰਾਏ ਦੇ ਜਿਹੜੇ ਹੋਰ ਸੋਢੀ ਬਾਬੇ ਸੀ ਉਹ ਇਸ ਤੋਂ ਲਾਭ ਉਠਾਉਣਾ ਚਾਹੁੰਦੇ ਸੀ ਤੇ ਇਸ ਕਰਕੇ ਉਹਨਾਂ ਨੇ ਬੜੀ ਛੇਤੀ ਹੀ ਆਪਣੇ ਗੁਰੂ ਕਹਾਉਣਾ ਸ਼ੁਰੂ ਕੀਤਾ ਤੇ ਉਹ ਬਕਾਲੇ ਬੜੀ ਤੇਜ਼ੀ ਨਾਲ ਪਹੁੰਚਣ ਲੱਗੇ। ਸਿੱਖ ਇਤਿਹਾਸ ਦੇ ਵਿੱਚ ਇਹ ਉਹ ਸਮਾਂ ਜਦੋਂ ਇੱਕ ਪਾਸੇ ਲਾਲਸਾ ਹੈ ਤੇ ਦੂਸਰੇ ਪਾਸੇ ਨੇਕੀ, ਸੱਚਾਈ ਤੇ ਸਿਮਰਨ ਦੀ ਪਾਲਣਾ, ਤੇ ਇੱਕ ਪਾਸੇ ਖੁਦਗਰਜ਼ੀ ਝੂਠ ਤੇ ਲੋਭ ਹੰਕਾਰ ਤੇ ਦੂਸਰੇ ਪਾਸੇ ਸਬਰ ਸੰਤੋਖ ਦਇਆ ਤੇ ਨਿਮਰਤਾ ਸੀ। ਗੁਰੂ ਹਰਕ੍ਰਿਸ਼ਨ ਜੀ ਜੋਤੀ ਜੋ ਸਮਾਨ ਤੋਂ ਬਾਅਦ ਬਾਬਾ ਗੁਰਦਿੱਤਾ, ਭਾਈ ਦਰਗਾਹ ਮਲ ਅਤੇ ਹੋਰ ਉੱਘੇ ਸਿੱਖ ਜਿਹੜੇ ਸੀ ਉਹ ਕੀਰਤਪੁਰ ਸਾਹਿਬ ਆਏ ਤੇ ਜਿਹੜੇ ਕੀਰਤਪੁਰ ਸਾਹਿਬ ਤੋਂ ਆਏ ਅਤੇ ਉਹਨਾਂ ਨੇ ਆ ਕੇ ਨਾਰੀਅਲ ਤੇ 5 ਪੈਸੇ ਗੁਰੂ ਸਾਹਿਬ ਦੀ ਝੋਲੀ ਚ ਪਾਏ ਤੇ ਇਸ ਤਰ੍ਹਾਂ ਤੇਗ ਬਹਾਦਰ ਜਿਹੜੇ ਸੀ ਉਹਨਾਂ ਨੂੰ ਗੁਰਗੱਦੀ ਜਿਹੜੀ ਸੀ ਉਹ ਦਿੱਤੀ। ਪਰ ਗੁਰੂ ਸਾਹਿਬ ਸ਼ਾਂਤ ਸੁਭਾਅ ਦੇ ਵਿਅਕਤੀ ਸੀ, ਕਿਸੇ ਨਾਲ ਵੈਰ ਵਿਰੋਧ ਨਹੀਂ ਸੀ ਰੱਖਦੇ ਤੇ ਉਹ ਹਜੇ ਵੀ ਸ਼ਾਂਤ ਸੀ। ਇਸ ਸ਼ਾਂਤੀ ਤੇ ਉਹਨਾਂ ਦੇ ਸ਼ਾਂਤ ਸੁਭਾਅ ਦਾ ਜਿਹੜਾ ਫਾਇਦਾ ਸੀ ਉਹ ਮਸੰਦ ਥੋੜੀ ਤੇ ਜਿਹੜੇ ਹੋਰ ਵਿਅਕਤੀ ਸੀ ਉਹ ਉਠਾ ਰਹੇ ਸੀ। ਉਹਦਾ ਰੀਜ਼ਨ ਇਹ ਸੀ ਕਿ ਗੁਰੂ ਸਾਹਿਬ ਨੇ ਹਜੇ ਓਪਨਲੀ ਨਹੀਂ ਆਏ ਸਾਹਮਣੇ ਸਿੱਖ ਸੰਗਤ ਦੇ, ਸਿਰਫ ਇਹ ਵਿਅਕਤੀ ਜਿਹੜੇ ਆ ਕੇ ਉੱਗੇ ਜਿਹੜੇ ਸਿੱਖ ਸੀ ਉਹਨਾਂ ਨੇ ਗੁਰੂ ਸਾਹਿਬ ਨੂੰ ਗੁਰੂਸ਼ਿਪ ਜਿਹੜੀ ਸੀ ਉਹ ਦੇ ਦਿੱਤੀ ਸੀ। ਸਰੂਪਦਾਸ ਭੱਲਾ ਮਹਿਮਾ ਪ੍ਰਕਾਸ਼ ਦੇ ਵਿੱਚ ਲਿਖਦਾ ਹੈ ਕਿ ਇਹ ਸਮਾਂ ਅਜਿਹਾ ਸੀ ਜਦੋਂ ਵਿਰੋਧੀ ਜਿਹੜੇ ਸੀ ਉਹ ਆਪਣੇ ਪੈਰ ਪਸਾਰ ਰਹੇ ਸੀ ਅਤੇ ਸਿੱਖਾਂ ਦੇ ਵਿੱਚ ਅਸ਼ਾਂਤੀ ਜਿਹੜੀ ਸੀ ਉਹ ਫੈਲ ਰਹੀ ਸੀ। ਡਗਵਗ ਮਨ ਸੰਗਤ ਪਿਆ ਜਿਹੜੇ ਨਿਸ਼ਚੈ ਮਨ ਨਹੀਂ ਹੋਏ, ਜਿਉਂ ਚਾਤਰਿਕ ਪਿਆਸ ਨੀਰ ਕੀ ਪੈਸੋ ਤ੍ਰਿਪਤ ਨਾ ਸੋਏ। ਹੁਣ ਜਦੋਂ ਸਿੱਖ ਸੰਗਤ ਨੂੰ ਪਤਾ ਲੱਗਿਆ ਕਿ ਨੌਵੇਂ ਸਿੱਖ ਜਿਹੜੇ ਗੁਰੂ ਜਿਹੜੇ ਹੈਗੇ ਨੇ ਉਹ ਬਾਬਾ ਬਕਾਲੇ ਚ ਨੇ, ਉਹ ਬੜੀ ਤੇਜ਼ੀ ਨਾਲ ਬਾਬਾ ਬਕਾਲਾ ਆਉਣੇ ਸ਼ੁਰੂ ਹੋਏ ਤੇ ਇਹ ਜਦੋਂ ਇੱਥੇ ਪਹੁੰਚੇ ਤਾਂ ਇੱਥੇ 22 ਦਾਅਵੇਦਾਰ ਜਿਹੜੇ ਸੀ ਹੋਰ ਬੈਠੇ ਨੇ। ਇਹਦੇ ਵਾਸਤੇ ਸੁੱਖਾ ਸਿੰਘ ਜਿਹੜਾ ਹੈਗਾ ਉਹ 22 ਮੰਜੀਆਂ ਦਾ ਆਪਣੇ ਉਹਦੇ ਵਿੱਚ ਵਰਣਨ ਵੀ ਕਰਦਾ ਹੈ। ਸਮੱਸਿਆ ਫਿਰ ਖੜੀ ਹੋ ਰਹੀ ਹੈ ਕਿ ਇਸੇ ਸਮੇਂ ਦੇ ਵਿੱਚ ਇੱਕ ਸਿੱਖ ਮੱਖਣ ਸ਼ਾਹ ਜੋ ਵਪਾਰੀ ਸੀ ਉਹ ਵਪਾਰ ਕਰਦਾ ਸੀ, ਵਪਾਰ ਕਰਦਾ ਹੋਇਆ ਸਮੁੰਦਰ ਦੇ ਵਿੱਚ ਆਪਣੇ ਜਹਾਜ਼ ਲੈ ਕੇ ਜਾ ਰਹੀ ਤਾਂ ਉਹ ਤੂਫਾਨ ਦੇ ਵਿੱਚ ਫਸ ਗਿਆ। ਜਦੋਂ ਉਸਨੇ ਮਹਿਸੂਸ ਕੀਤਾ ਕਿ ਉਹਦਾ ਜਹਾਜ਼ ਤੂਫਾਨ 'ਚ ਫਸ ਚੁੱਕਿਆ ਤੇ ਉਹ ਨਸ਼ਟ ਹੋਣਾ ਹੈ ਤਾਂ ਉਸਨੇ ਸੱਚੇ ਦਿਲੋਂ ਗੁਰੂ ਸਾਹਿਬ ਨੂੰ ਧਿਆਇਆ ਤੇ ਕਿਹਾ ਕਿ ਜੇਕਰ ਉਹ ਸਹੀ ਸਲਾਮਤ ਉਹ ਪਹੁੰਚ ਜਾਊਗਾ, ਕਿਨਾਰੇ ਲੱਗ ਜੂ ਤਾਂ ਉਹ 500 ਮੋਹਰਾਂ ਜਿਹੜੀਆਂ ਹੈਗੀਆਂ ਗੁਰੂ ਸਾਹਿਬ ਨੂੰ ਮੱਥਾ ਟੇਕੂਗਾ। ਅਰਦਾਸ ਕੀਤੀ ਸੱਚੇ ਦਿਲੋਂ। ਰਿਜ਼ਲਟ ਉਹਦੀ ਅਰਦਾਸ ਕਬੂਲ ਹੋਈ, ਜਹਾਜ਼ ਸਹੀ ਸਲਾਮਤ ਕੰਢੇ ਤੇ ਲੱਗ ਗਿਆ। ਜਦੋਂ ਗੁਰੂ ਉਹ ਆਪਣੀ ਸੁੱਖ ਪੂਰੀ ਕਰਨ ਵਾਸਤੇ ਪਹੁੰਚਿਆ ਤੇ ਉਸਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਬਕਾਲੇ ਦੇ ਵਿੱਚ ਨੇ, ਬਕਾਲੇ ਆਇਆ ਤਾਂ ਉੱਥੇ 22 ਮੰਜੀਆਂ ਦੇਖ ਕੇ ਉਹ ਹੈਰਾਨ ਪਰੇਸ਼ਾਨ ਹੋਇਆ ਕਿ ਸੱਚਾ ਗੁਰੂ ਕੌਣ। ਉਸਨੇ ਇੱਕ ਸਕੀਮ ਕੀਤੀ ਤੇ ਉਸਨੇ ਕੁਝ ਜਿਹੜੀਆਂ 5 ਮੋਹਰਾਂ ਜਿਹੜੀਆਂ ਹੈਗੀਆਂ ਉਹ ਹਰੇਕ ਮਸਾਨ ਦੇ ਅੱਗੇ ਰੱਖੀਆਂ ਤੇ ਮੱਥਾ ਟੇਕਦਾ ਅੱਗੇ ਜਾਂਦਾ ਰਿਹਾ, ਲੇਕਿਨ ਉਸਨੂੰ ਧਰਵਾਸ ਨਾ ਹੋਇਆ। ਲੇਟਰ ਔਨ ਜਦੋਂ ਉਸਨੂੰ ਪਤਾ ਲੱਗਿਆ ਕਿ ਇੱਥੇ ਇੱਕ ਗੁਰੂ ਹੋਰ ਵੀ ਹੈ ਤਾਂ ਉਹ ਗੁਰੂ ਸਾਹਿਬ ਕੋਲ ਪਹੁੰਚਿਆ, ਮਾਤਾ ਨਾਨਕੀ ਜੀ ਦੇ ਰਾਹੀਂ ਗੁਰੂ ਸਾਹਿਬ ਦੇ ਕੋਲ ਪਹੁੰਚਿਆ ਤੇ ਉਹਨਾਂ ਦੇ ਅੱਗੇ ਫਿਰ ਉਸੇ ਤਰ੍ਹਾਂ ਉਸਨੇ 5 ਮੋਹਰਾਂ ਰੱਖੀਆਂ ਤਾਂ ਗੁਰੂ ਸਾਹਿਬ ਨੇ ਕਿਹਾ ਕਿ 500 ਮੋਹਰਾਂ ਦੀ ਗੱਲ ਹੋਈ ਸੀ, ਅਰਦਾਸ ਤੂੰ 500 ਮੋਹਰਾਂ ਦੀ ਕੀਤੀ ਹੈ। ਤਾਂ ਇਸ ਦਾ ਰਿਜ਼ਲਟ ਇਹ ਨਿਕਲਿਆ ਕਿ ਉਸ ਨੂੰ ਪਤਾ ਲੱਗਾ ਕਿ ਸੱਚਾ ਗੁਰੂ ਮਿਲ ਗਿਆ।
ਤਾਂ ਇਸ ਖੁਸ਼ੀ ਦੇ ਵਿੱਚ ਉਸਨੇ 500 ਮੋਹਰਾਂ ਜਿਹੜੀਆਂ ਗੁਰੂ ਸਾਹਿਬ ਅੱਗੇ ਮੱਥਾ ਟੇਕਿਆ ਅਤੇ ਗੁਰੂ ਸੁੱਖਾ ਸਿੰਘ ਜਿਹੜਾ ਹੈਗਾ ਗੁਰਬਲਾਸ ਪਾਤਸ਼ਾਹੀ ਦਾਸ ਦੇ ਵਿੱਚ ਲਿਖਦਾ, ਪੰਜ ਅਸ਼ਰਫੀ ਅਗਰ ਨਿਹਾਰੀ ਅਸੀਂ ਭਗਤ ਤੇ ਪ੍ਰਭ ਸੁਖ ਉਚਾਰੀ, कैसे हो यह मोहर सु पांच अद्भुत मागत मुझ पै साच, मोहर 505 सो मन्नत हमारी दे, जो कुछ करनी सु लोर है हमरी कर फिर ले। इस ते गुरु साहब लोगों की खुशी दे ਵਿੱਚ ਮੱਖਣ ਦੇ ਵਿੱਚ ਜਿਹੜਾ ਮੱਖਣ ਸ਼ਾਹ ਜਿਹੜਾ ਹੈਗਾ ਉਹ ਉੱਚੀ ਉੱਚੀ ਕਿ ਮਹਿਮਾ ਪ੍ਰਕਾਸ਼ ਜਿਹੜਾ ਹੈਗਾ ਉਹਦੇ ਵਿੱਚ ਵੀ ਮੱਖਣ ਸ਼ਾਹ ਦੇ ਬਾਰੇ ਲਿਖਿਆ ਹੋਇਆ ਕਿ ਜਦੋਂ ਉਹ ਮੱਖਣ ਸ਼ਾਹ ਦੀ ਭਾਲ ਪੂਰੀ ਹੁੰਦੀ ਹੈ ਤਾਂ ਇਮੀਡੀਏਟਲੀ ਬਾਹਰ ਨਿਕਲਦਾ, ਚੜ੍ਹ ਉੱਚੇ ਮੰਦਰ ਢੇਰ ਸੁਣਾਇਆ ਆਵੋ ਗੁਰਸਿੱਖ ਮੈਂ ਸਤਿਗੁਰ ਲਾਇਆ। ਮਹਿਮਾ ਉਹਦੇ ਨਾਲ ਸੂਰਜ ਪ੍ਰਕਾਸ਼ ਜਿਹੜਾ ਹੈਗਾ ਉਹ ਵੀ ਜਿਹੜਾ ਹੈਗਾ ਉਹਦੇ ਵਿੱਚ ਵੀ ਮੱਖਣ ਸ਼ਾਹ ਬਾਰੇ ਲਿਖਦਾ ਕਿ ਮੱਖਣ ਸ਼ਾਹ ਜ਼ੋਰ ਜ਼ੋਰ ਦੀ ਉੱਚੀ ਆਵਾਜ਼ ਦੇ ਵਿੱਚ ਕਹਿ ਰਿਹਾ, ਭੋਲੀਏ ਸੰਗਤ ਸੁਣ ਸੁਕਾਨ ਸਤਿਗੁਰ ਗਦਾ ਮਹਿਤ ਮਹਾਨ, ਸੰਸੇ ਭਰਮ ਹਿਰਦੈ ਕੋ ਭਜ ਕੇ ਜਨਮ ਸੁਧਾਰ ਸ਼੍ਰੀ ਗੁਰ ਭਜ ਕੇ। ਮੀਨਸ ਕਿ ਗੁਰੂ ਸਾਹਿਬ ਜਿਹੜੇ ਹੈਗੇ ਉਹ ਸੱਚੇ ਗੁਰੂ ਜਿਹੜੇ ਹੈਗੇ ਉਹ ਸਾਨੂੰ ਲੱਭ ਗਏ ਤੇ ਸੰਗਤ ਜਿਹੜੀ ਹੈਗੀ ਆ ਉੱਥੇ ਆਵੇ, ਝੂਠੇ ਜਿਹੜੇ ਉਸ ਸਮੇਂ ਦੇ ਗੁਰੂ ਬਣੇ ਹੋਏ ਨੇ ਉਹਨਾਂ ਦੇ ਕੋਲ ਜਾ ਕੇ ਉਹਨਾਂ ਕੋਲ ਫਸ ਨਾ ਜਾਣ। ਤੇ ਹੋਰ ਬਹੁਤ ਸਾਰੇ ਜਿਹੜੇ ਸੋਰਸ ਨੇ ਸਾਡੇ ਕੋਲ, ਗੁਰਮੁਖੀ ਸੋਰਸ ਤੇ ਹੋਰ ਸੋਰਸ, ਉਹਨਾਂ ਦੇ ਵਿੱਚ ਇਹ ਸਾਰੀ ਵਾਰਤਾ ਲਿਖੀ ਹੈ। ਮੈਂ ਗੱਲਾਂ ਸਕਿਪ ਕਰਦਾ ਕਿਉਂਕਿ ਇਹਦੇ ਨਾਲ ਬਹੁਤ ਲੰਬਾ ਹੋ ਜਾਊਗਾ। ਤੇ ਜਦੋਂ ਗੁਰੂ ਸਾਹਿਬ ਜਿਹੜਾ ਹੈਗੇ ਉਹ ਉਹਨਾਂ ਦਾ ਸਿੱਖ ਸੰਗਤ ਨੂੰ ਪਤਾ ਲੱਗਦਾ ਤਾਂ ਇਸ ਸਮੇਂ ਫਿਰ ਦਰਬਾਰ ਦੇ ਵਿੱਚ ਕੜਾਹ ਤਿਆਰ ਹੁੰਦਾ। ਕੜਾਹ ਤਿਆਰ ਹੋਣ ਤੋਂ ਭਰੇ ਦਰਬਾਰ ਦੇ ਵਿੱਚ ਸਿੱਖ ਸੰਗਤ ਜਿਹੜੀ ਹੈਗੀ ਆ ਉਹ ਮੱਖਣ ਸ਼ਾਹ ਉਹਨਾਂ ਨੂੰ ਕਹਿੰਦਾ ਕਿ ਹੁਣ ਸਾਡੇ ਭਰਮ ਭੁਲੇਖੇ ਜਿਹੜੇ ਹੈਗੇ ਉਹ ਦੂਰ ਹੋ ਗਏ ਨੇ। ਗੁਰੂ ਤੇਗ ਬਹਾਦਰ ਜੀ ਜਿਹੜੇ ਹੈਗੇ ਸ਼੍ਰੀ ਕ੍ਰਿਸ਼ਨ ਜੀ ਦੇ ਬਾਅਦ ਉਹ ਸਾਡੇ ਗੁਰੂ ਨੇ ਤੇ ਬਾਬੇ ਤੋਂ ਭਾਵ ਤੇਗ ਬਹਾਦਰ ਤੋਂ ਆ, ਤੇ ਹੁਣ ਸਾਨੂੰ ਭਟਕਣ ਦੀ ਲੋੜ ਨਹੀਂ। ਫਿਰ ਸੂਰਜ ਪ੍ਰਕਾਸ਼ ਦੇ ਵਿੱਚ ਇਹਦੇ ਬਾਰੇ ਹੀ ਗੱਲ ਹੁੰਦੀ ਹੈ। ਸ਼ਹੀਦ ਲੇਖਕ ਜਿਹੜਾ ਸ਼ਹੀਦ ਬਿਲਾਸ ਦਾ ਜਿਹੜਾ ਲੇਖਕ ਹੈਗਾ ਉਹ ਵੀ ਗੁਰੂ ਸਾਹਿਬ ਦੇ ਬਾਰੇ ਗੱਲ ਕਰਦਾ ਹੈ ਕਿ ਇਸ ਸਮੇਂ ਦੇ ਵਿੱਚ ਜਦੋਂ ਗੁਰੂ ਸਾਹਿਬ ਲੱਭ ਗਏ, ਸੱਚਾ ਗੁਰੂ ਲੱਭ ਗਿਆ ਤਾਂ ਏਦਾਂ ਮਸੰਦ ਜਿਹੜੇ ਹੈਗੇ ਉੱਥੋਂ ਅਲੋਪ ਹੋ ਗਏ ਜਿਵੇਂ ਸੂਰਜ ਨਿਕਲਣ ਤੋਂ ਬਾਅਦ ਚੰਦ ਤਾਰੇ। ਤੇ ਇਸ ਤਰ੍ਹਾਂ ਬਾਬਾ ਬਕਾਲਾ ਦੇ ਵਿੱਚ ਰਹਿੰਦੇ ਹੋਏ ਗੁਰੂ ਸਾਹਿਬ ਦੀ ਜਦੋਂ ਪਛਾਣ ਹੋ ਗਈ, ਸਿੱਖ ਸੰਗਤ ਦੇ ਸਾਹਮਣੇ ਗੁਰੂ ਸਾਹਿਬ ਆ ਗਏ ਤਾਂ ਇਸ ਹੁਣ ਧੀਰਮਲ ਜਿਹੜਾ ਸੀ ਉਹ ਇਸ ਗੱਲ ਤੋਂ ਦੁਖੀ ਸੀ ਕਿਉਂਕਿ ਉਸ ਦੀ ਦੁਕਾਨਦਾਰੀ ਬੰਦ ਹੋ ਗਈ। ਤਾਂ ਧੀਰਮਲ ਨੇ ਇਸ ਸਮੇਂ ਇੱਕ ਹੋਰ ਮਸੰਦ ਸੀਹੇ ਦੇ ਰਾਹੀਂ ਗੁਰੂ ਸਾਹਿਬ ਤੇ ਗੋਲੀ ਵੀ ਚਲਾਈ। ਜਦੋਂ ਗੁਰੂ ਸਾਹਿਬ ਤੇ ਗੋਲੀ ਚੱਲੀ ਪਰ ਗੁਰੂ ਸਾਹਿਬ ਦੇ ਮੋਢੇ ਤੇ ਹਲਕਾ ਜਿਹਾ ਜ਼ਖਮ ਹੋਇਆ ਤੇ ਉਹ ਬਾਲ-ਬਾਲ ਬਚ ਗਏ। ਤੇ ਅੰਤ ਦੇ ਵਿੱਚ ਧੀਰਮਲ ਦੇ ਨੂੰ ਜਵਾਬ ਦੇਣ ਦੇ ਲਈ ਮੱਖਣ ਸ਼ਾਹ ਨੇ ਉਸ ਤੇ ਹਮਲਾ ਕਰ ਦਿੱਤਾ। ਉਹਦੇ ਘਰ ਜਾ ਕੇ ਲੁੱਟਮਾਰ ਕੀਤੀ ਗਈ ਤੇ ਜਦੋਂ ਲੁੱਟਮਾਰ ਕੀਤੀ ਗਈ ਉਹ ਸਾਰਾ ਸਮਾਨ ਜਿਹੜਾ ਸੀ ਉਹ ਚੱਕ ਲਿਆਏ, ਪਰ ਨਾਲ ਦੀ ਨਾਲ ਉਸ ਦੇ ਕੋਲ ਆਦਿ ਗ੍ਰੰਥ ਜੋ ਭਾਈ ਗੁਰਦਾਸ ਦੀ ਹੱਥ ਲਿਖ ਬੀੜ ਸੀ ਉਹ ਵੀ ਚੱਕ ਲਿਆਏ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਮੱਖਣ ਸ਼ਾਹ ਤੇ ਹੋਰ ਜਿਹੜੇ ਦੂਸਰੇ ਸਿੱਖ ਹੈਗੇ ਉਹ ਧੀਰਮਲ ਦੇ ਘਰ ਜ਼ਬਰਦਸਤੀ ਉਹ ਸਮਾਨ ਚੱਕ ਲਿਆਏ ਤਾਂ ਉਹਨਾਂ ਨੇ ਇਮੀਡੀਏਟਲੀ ਕਿਹਾ ਕਿ ਨਹੀਂ, ਇਹ ਸਾਰਾ ਸਮਾਨ ਜਿਹੜਾ ਹੈਗਾ ਉਹ ਵਾਪਸ ਕਰਕੇ ਆਓ। ਸਿੱਖ ਗੁਰੂ ਸਾਹਿਬ ਦੇ ਕਹਿਣ ਦੇ ਉੱਤੇ ਜਿਹੜੇ ਉਹ ਸਿੱਖ ਸੀ ਤੇ ਮੱਖਣ ਸ਼ਾਹ ਜਿਹੜਾ ਸੀ ਉਸਨੇ ਸਾਰਾ ਸਮਾਨ ਜਿਹੜਾ ਸੀ ਉਹ ਵਾਪਸ ਕਰ ਦਿੱਤਾ, ਲੇਕਿਨ ਬੀੜ ਜਿਹੜੀ ਸੀ ਹੱਥ ਲਿਖ ਉਹ ਵਾਪਸ ਨਹੀਂ ਕੀਤੀ। ਇਸ ਬੀੜ ਕਰਕੇ ਹੀ ਐਕਚੁਅਲ ਦੇ ਵਿੱਚ ਧੀਰਮਲ ਆਪਣਾ ਹੱਕ ਜਮਾਉਂਦਾ ਸੀ ਕਿ ਮੇਰੇ ਕੋਲ ਗੁਰੂ ਸਾਹਿਬ ਦੇ ਸਮੇਂ ਦੀ ਹੱਥ ਲਿਖਤ ਬੀੜ ਹੈ ਤੇ ਇਸ ਕਰਕੇ ਅਗਲਾ ਗੁਰੂ ਮੈਂ ਹੀ ਹਾਂ। ਪਰ ਲੇਟਰ ਔਨ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਤਾ ਲੱਗਾ ਕਿ ਉਹ ਹੱਥ ਲਿਖਤ ਬੀੜ ਜਿਹੜੀ ਹੈਗੀ ਆ ਹਜੇ ਵੀ ਸਿੱਖਾਂ ਦੇ ਕੋਲ ਆ, ਸਿੱਖਾਂ ਨੇ ਉਹ ਬੀੜ ਵਾਪਸ ਨਹੀਂ ਭੇਜੀ ਦਿੱਤੀ, ਸੌਰੀ ਗੁਰੂ ਸਾਹਿਬ ਨੇ ਫਿਰ ਹੁਕਮ ਦਿੱਤਾ ਕਿ ਨਹੀਂ, ਇਹ ਬੀੜ ਜਿਹੜੀ ਹੈਗੀ ਆ ਉਹ ਧੀਰਮਲ ਨੂੰ ਵਾਪਸ ਕਰੋ। ਗੁਰੂ ਸਾਹਿਬ ਜਿਹੜੇ ਸੀ ਉਹਨਾਂ ਨੇ ਦੇ ਕਹਿਣ ਤੇ ਸਿੱਖ ਜਿਹੜੇ ਸੀ ਉਹਨਾਂ ਨੇ ਉਹ ਬੀੜ ਵੀ ਵਾਪਸ ਕਰਤੀ। ਇਹਦੀ ਇੱਕ ਅਲੱਗ ਸਟੋਰੀ ਹੈ ਪਰ ਉਹ ਮੈਂ ਸਕਿਪ ਕਰਦਾ ਕਿਉਂਕਿ ਉਹਦੇ ਨਾਲ ਲੈਕਚਰ ਬਹੁਤ ਲੰਬਾ ਹੋ ਜਾਣਾ। ਇਸੇ ਸਮੇਂ ਦੇ ਵਿੱਚ ਸਿੱਖ ਜਿਹੜੇ ਸੀ ਉਹ ਬਹੁਤ ਗੁੱਸੇ ਦੇ ਵਿੱਚ ਵੀ ਸੀ
ਤੇ ਗੁਰੂ ਸਾਹਿਬ ਨੇ ਇਸ ਸਮੇਂ ਆਪਣੇ ਸਿੱਖਾਂ ਨੂੰ ਕਿਹਾ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ, ਸਾਨੂੰ ਸ਼ਾਂਤੀ ਦੇ ਨਾਲ, ਨਿਮਰਤਾ ਦੇ ਨਾਲ ਜਿਹੜਾ ਹੈਗਾ ਉਹ ਰਹਿਣਾ ਚਾਹੀਦਾ, ਕਿਉਂਕਿ ਉਹ ਆਪ ਨਿਮਰਤਾ ਦੇ ਚਿੰਨ੍ਹ ਸੀ। ਲੇਕਿਨ ਗੁਰੂ ਸਾਹਿਬ ਨੇ ਹੁਣ ਜਦੋਂ ਮਹਿਸੂਸ ਕੀਤਾ ਕਿ ਇਹ ਉਹ ਸਮਾਂ ਹੈਗਾ ਜਦੋਂ ਭਗਤੀ ਅਤੇ ਗਿਆਨ ਦੇ ਨਾਲ ਨਾਲ ਕਰਮ ਯੋਗ ਵੀ ਬਣਨਾ ਪੈਣਾ। ਮੀਨਸ ਉਹਨਾਂ ਨੇ ਮਹਿਸੂਸ ਕੀਤਾ ਕਿ ਪੰਜਾਬ ਅਤੇ ਪੰਜਾਬ ਤੋਂ ਬਾਹਰ ਜਾ ਕੇ ਧਰਮ ਦਾ ਪ੍ਰਚਾਰ ਕਰਕੇ ਮਨੁੱਖਤਾ ਦੀ ਅਗਵਾਈ ਕਰਨ ਦੀ ਲੋੜ ਆ। ਤੇ ਇਸ ਕਰਕੇ ਗੁਰੂ ਸਾਹਿਬ ਨੇ ਤੇ ਦੂਸਰਾ ਇਸ ਸਮੇਂ ਕਿਉਂਕਿ ਧੀਰਮਲ ਜਿਹੜਾ ਸੀ ਉਹ ਵੀ ਗੁਰੂ ਸਾਹਿਬ ਦਾ ਵਿਰੋਧੀ ਹੋਇਆ ਸੀ, ਮਸੰਦ ਜਿਹੜੇ ਸੀ ਉਹ ਵਿਰੋਧੀ ਹੋਏ ਸੀ। ਇਸ ਵਿਰੋਧਤਾ ਤੋਂ ਬਚਣ ਵਾਸਤੇ ਵੀ ਗੁਰੂ ਸਾਹਿਬ ਬਾਬਾ ਬਕਾਲਾ ਤੋਂ ਉਹਨਾਂ ਨੇ ਅੰਮ੍ਰਿਤਸਰ ਜਾਣ ਲਈ ਸੋਚਿਆ ਕਿ ਅੰਮ੍ਰਿਤਸਰ ਜਾਇਆ ਜਾਵੇ, ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਜਾਣ ਅਤੇ ਉੱਥੇ ਸੰਗਤ ਜਿਹੜੀ ਹੈਗੀ ਉਹਨਾਂ ਨਾਲ ਨੂੰ ਵੀ ਮਿਲਿਆ ਜਾਵੇ। ਤੇ ਇਸ ਕਰਕੇ ਜਦੋਂ ਗੁਰੂ ਸਾਹਿਬ ਅੰਮ੍ਰਿਤਸਰ ਪੁੱਜੇ ਤਾਂ ਉੱਥੋਂ ਦੇ ਜਿਹੜੇ ਮਸੰਤ ਤੇ ਪੁਜਾਰੀ ਜਿਹੜੇ ਸੀ ਉਹਨਾਂ ਨੇ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਲਏ। ਉਹ ਦਰਵਾਜ਼ੇ ਬੰਦ ਕਰਨ ਦਾ ਕਾਰਨ ਇਹ ਸੀ ਕਿਉਂਕਿ ਮਸੰਤ ਇੱਕ ਲੰਮੇ ਸਮੇਂ ਤੋਂ ਉੱਥੇ ਰਹਿ ਰਹੇ ਸੀ। ਉਹ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜਦੋਂ 1630 ਦੇ ਵਿੱਚ ਇੱਥੋਂ ਅੰਮ੍ਰਿਤਸਰ ਚਲੇ ਗਏ ਤੇ ਉਸ ਤੋਂ ਬਾਅਦ ਉਹਨਾਂ ਦੇ ਗੁਰੂ ਹਰ ਰਾਏ ਗੁਰੂ ਬਣੇ। ਗੁਰੂ ਹਰ ਰਾਏ 1654 ਦੇ ਵਿੱਚ ਅੰਮ੍ਰਿਤਸਰ ਆਏ, ਇੱਥੇ ਕੁਝ ਸਮਾਂ ਰਹੇ। ਉਸ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਇੱਥੇ ਆਏ ਨਹੀਂ। ਮਤਲਬ ਇੱਕ ਲੰਮਾ ਸਮਾਂ ਜਿਹੜਾ ਸੀ ਉਹ ਮਸੰਦ ਜਿਹੜੇ ਸੀ ਉਹ ਹਰਿਮੰਦਰ ਸਾਹਿਬ ਦੇ ਵਿੱਚ ਟਿਕੇ ਹੋਏ ਸੀ ਤੇ ਉੱਥੇ ਦਾ ਧਨ ਦਾਨ ਜਿਹੜਾ ਸੀ ਉਹ ਖਾ ਰਹੇ ਸੀ। ਤੇ ਇਸ ਸਮੇਂ 'ਚ ਇਹ ਕਿਹਾ ਜਾਵੇ ਕਿ ਉਹ ਭ੍ਰਿਸ਼ਟ ਹੋ ਚੁੱਕੇ ਸੀ, ਆਪਣੇ ਮੇਨ ਮਕਸਦ ਤੋਂ ਉਹ ਭਟਕ ਚੁੱਕੇ ਸੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੂੰ ਫਿਕਰ ਪੈ ਗਿਆ ਕਿ ਹੁਣ ਜਦੋਂ ਗੁਰੂ ਸਾਹਿਬ ਕਿਤੇ ਇੱਥੇ ਨਾ ਟਿਕ ਜਾਣ ਅਤੇ ਇੱਥੇ ਜੋ ਚੜਾਵਾ ਚੜ ਰਿਹਾ ਉਸ ਦਾ ਸਾਰੇ ਦਾ ਸਾਰਾ ਚੜਾਵਾ ਜਿਹੜਾ ਗੁਰੂ ਸਾਹਿਬ ਨੂੰ ਦੇਣਾ ਪੈਣਾ। ਜਿਸ ਦਾ ਰਿਜ਼ਲਟ ਇਹ ਨਿਕਲਿਆ, ਜਦੋਂ ਉਹਨਾਂ ਨੂੰ ਇਹ ਡਰ ਲੱਗਿਆ ਕਿ ਉਹਨਾਂ ਦੀ ਆਮਦਨ ਜਿਹੜੀ ਹੈਗੀ ਉਹ ਖਤਰੇ 'ਚ ਆ ਤਾਂ ਉਹਨਾਂ ਨੇ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਨਹੀਂ ਖੋਲੇ। ਗੁਰੂ ਸਾਹਿਬ ਕੁਝ ਸਮਾਂ ਉੱਥੇ ਬੈਠੇ ਤੇ ਜਿੱਥੇ ਉਹ ਬੈਠੇ ਸੀ ਉੱਥੇ ਖੜਾ ਸਾਹਿਬ ਗੁਰਦੁਆਰਾ ਜਗ੍ਹਾ ਬਣੀ ਹੋਈ ਹੈ ਤੇ ਉੱਥੇ ਹੀ ਮੱਥਾ ਟੇਕ ਕੇ ਗੁਰੂ ਸਾਹਿਬ ਵਾਪਸ ਆ ਗਏ। ਅੰਮ੍ਰਿਤਸਰ ਤੋਂ ਵੱਲਾ ਕੁਛ ਦੂਰੀ ਤੇ ਪਿੰਡ ਵੱਲੇ ਪਹੁੰਚੇ। ਇੱਥੇ ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਸ਼ੇਅਰ ਕਰਨੀ ਚਾਹੂੰਗਾ ਕਿ ਕੁਝ ਥਾਵਾਂ ਦੇ ਉੱਤੇ ਲਿਖਿਆ ਹੋਇਆ ਕਿ ਇੱਥੇ ਗੁਰੂ ਸਾਹਿਬ ਨੇ ਕਿਹਾ ਕਿ ਅੰਮ੍ਰਿਤਸਰੀਏ ਅੰਦਰ ਸੜੀਏ। ਮੈਨੂੰ ਜਿੱਥੋਂ ਤੱਕ ਇਹ ਗੱਲ ਸਮਝ ਆਉਂਦੀ ਆ ਕਿ ਗੁਰੂ ਸਾਹਿਬ ਨੇ ਗੱਲ ਨਹੀਂ ਕਹੀ ਹੋਣੀ ਕਿ ਅੰਮ੍ਰਿਤਸਰੀਏ ਅੰਦਰ ਸੜੀਏ, ਕਿਉਂਕਿ ਉਹ ਸ਼ਾਂਤ ਸੁਭਾਅ ਦੇ ਵਿਅਕਤੀ ਨੇ ਤੇ ਸ਼ਾਂਤ ਸੁਭਾਅ ਦਾ ਜਿਹੜਾ ਵਿਅਕਤੀ ਹੈਗਾ ਉਹ ਇਹ ਗੱਲ ਨਹੀਂ ਕਹਿ ਸਕਦਾ ਕਿ ਅੰਮ੍ਰਿਤਸਰੀਏ ਅੰਦਰ ਸੜੀਏ। ਅਸਲ ਦੇ ਵਿੱਚ ਜਿਹੜੀ ਵਰਡਿੰਗ ਹੈਗੀ ਆ ਇਹ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਵੀ ਲਿਖੀ ਹੋਈ ਆ, ਉਹ ਹੈ ਕਿ ਨਹੀਂ ਮਸੰਦ ਤੁਮ ਅੰਮ੍ਰਿਤਸਰੀਏ ਤ੍ਰਿਸ਼ਨਾਗਨ ਤੇ ਅੰਤਰ ਸਰੀਏ। ਲੇਕਿਨ ਲੇਟਰ ਔਨ ਕੀ ਹੋਇਆ ਕਿ ਇਹਦੇ ਵਿੱਚੋਂ ਜਿਹੜੀ ਸ਼ਬਦਾਵਲੀ ਸੀ ਉਹ ਕਿਤੇ ਨਾ ਕਿਤੇ ਉਹ ਜਿਹੜੇ ਵਿੱਚੋਂ ਸ਼ਬਦ ਸੀ ਉਹ ਸਕਿਪ ਹੋ ਕੇ ਉਹ ਬਣ ਗਿਆ ਅੰਮ੍ਰਿਤਸਰੀਏ ਅੰਦਰ ਸਰੀਏ। ਵਰਡ ਹੈ ਅੰਤਰ ਸਰੀਏ, ਅੰਦਰ ਨਹੀਂ, ਅੰਤਰ ਸੜੀਏ। ਉਹ ਅੰਤਰ ਸੜੀਏ ਦੀ ਥਾਂ ਤੇ ਅੰਦਰ ਸੜੀਏ ਬਣ ਗਿਆ। ਤੇ ਤ੍ਰਿਸ਼ਨਾਗਤ ਤੇ ਉਹ ਵਰਡ ਵਿੱਚੋਂ ਸਕਿਪ ਹੋ ਗਏ ਤੇ ਸਕਿਪ ਹੋਣ ਕਰਕੇ ਨਹੀਂ ਪਸੰਦ ਤੁਮ ਅੰਮ੍ਰਿਤ ਸਰੀਏ, ਤਿੰਨੇ ਵਰਡ ਕੱਟੇ ਗਏ, ਅੰਮ੍ਰਿਤਸਰ ਅੰਦਰ ਸੜੀਏ ਬਣ ਗਿਆ। ਲੇਕਿਨ ਇਸ ਦਾ ਮਤਲਬ ਕੀ ਹੈ? ਉਹ ਇਹ ਕਹਿ ਰਹੇ ਨੇ ਕਿ ਜਿਹੜੇ ਇਸ ਸਮੇਂ ਦੇ ਮਸੰਦ ਜਿਹੜੇ ਹੈਗੇ ਨੇ ਉਹ ਮਸੰਦਾਂ ਨੂੰ ਕਹਿ ਰਹੇ ਨੇ ਕਿ ਤੁਹਾਡੇ ਵਿੱਚ ਉਹ ਮਸੰਦਾਂ ਵਾਲੀ ਗੱਲ ਨਹੀਂ, ਕਿਉਂਕਿ ਮਸੰਦ ਫਾਰਸੀ ਸ਼ਬਦ ਹੈ ਮਸਨਨ ਤੋਂ ਬਣਿਆ ਜਿਸ ਦਾ ਮਤਲਬ ਹੈ ਉੱਚਾ ਸਥਾਨ, ਕਿ ਤੁਸੀਂ ਤੁਹਾਡੇ 'ਚ ਉਹ ਗੱਲ ਨਹੀਂ ਰਹੀ। ਤੁਹਾਡੇ ਹੱਡੀਆਂ ਦੇ ਵਿੱਚ ਜਿਹੜਾ ਹੈਗਾ ਉਹ ਭ੍ਰਿਸ਼ਟਾਚਾਰ ਫੈਲ ਚੁੱਕਿਆ। ਤੁਸੀਂ ਧਰਮ ਸਥਾਨ ਦੇ ਉੱਤੇ ਰਹਿ ਕੇ ਧਨ ਖਾ ਕੇ ਤੁਹਾਡੀਆਂ ਉਹ ਹੱਡੀਆਂ ਦੇ ਵਿੱਚ ਵੜ ਚੁੱਕਿਆ। ਤੁਸੀਂ ਹਿਰਸ ਅਤੇ ਈਰਖਾ ਦੀ ਭਾਵਨਾ 'ਚੋਂ ਸੜ ਰਹੇ ਹੋ ਤੇ ਤੁਹਾਡੇ ਲਈ ਚੰਗਾ ਨਹੀਂ। ਇਸ ਕਰਕੇ ਉਹਨਾਂ ਨੇ ਕਿਹਾ ਨਹੀਂ ਮਸੰਦ ਤੁਮ ਅੰਮ੍ਰਿਤਸਰੀ, ਕਿ ਤੁਸੀਂ ਅੰਮ੍ਰਿਤਸਰੀਏ ਦੇ ਮਸੰਦ ਨਹੀਂ ਕਹਿਲਾਉਣ ਜੋਗੇ।
ਤੇ ਕਿਉਂਕਿ ਜੇ ਤੁਹਾਡੇ ਨਾਲ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਇਹ ਸ਼ਬਦ ਜਿਹੜੇ ਹੈਗੇ ਉਹ ਵਿਗਾੜ ਕੇ ਬਣੇ, ਕਿਉਂਕਿ ਸਾਨੂੰ ਲੱਗਦਾ ਹੀ ਨਹੀਂ ਕਿ ਗੁਰੂ ਸਾਹਿਬ ਜਿਹੜੇ ਸ਼ਾਂਤ ਸੁਭਾਅ ਦੇ ਨੇ, ਫਿਰ ਜਦੋਂ ਮਸੀਹਾ ਵਰਗਾ ਵਿਅਕਤੀ ਉਹ ਤੇ ਉਹਨਾਂ ਦੇ ਉੱਤੇ ਗੋਲੀ ਚਲਾ ਰਿਹਾ ਉਦੋਂ ਨਹੀਂ ਉਹ ਕੁਝ ਕਹਿ ਰਹੇ, ਤੇ ਇੱਥੇ ਆ ਕੇ ਉਹ ਇੰਨੇ ਸਖਤ ਸ਼ਬਦ ਕਿਵੇਂ ਵਰਤਣਗੇ। ਐਨੀਹਾਓ ਗੁਰੂ ਸਾਹਿਬ ਇੱਥੋਂ ਅੰਮ੍ਰਿਤਸਰ ਤੋਂ ਜੋ ਲਾਗਲੇ ਪਿੰਡ ਹੁੱਲੇ ਚਲੇ ਜਾਂਦੇ ਨੇ। ਹੁੱਲਾ ਦੇ ਵਿੱਚ ਜਿਹੜੀਆਂ ਉੱਥੋਂ ਦੀਆਂ ਮਾਈਆਂ ਜਿਹੜੀਆਂ ਹੈਗੀਆਂ ਨੇ ਉਹ ਗੁਰੂ ਸਾਹਿਬ ਅਤੇ ਉਹਨਾਂ ਨਾਲ ਆਏ ਸਿੱਖਾਂ ਦੀ ਬਹੁਤ ਸੇਵਾ ਕਰਦੀਆਂ ਨੇ, ਤੇ ਗੁਰੂ ਸਾਹਿਬ ਉਹਨਾਂ ਨੂੰ ਵਰ ਦਿੰਦੇ ਨੇ ਮਾਈਆਂ ਰੱਬ ਰਜਾਈਆਂ। ਜਦੋਂ ਛੋਟੀ ਹਰਜੀ ਨੂੰ ਇਸ ਘਟਨਾ ਦਾ ਪਤਾ ਲੱਗਦਾ, ਕਿਉਂਕਿ ਛੋਟੀ ਹਰਜੀ ਅੰਮ੍ਰਿਤਸਰ ਦੇ ਵਿੱਚ ਨੇ, ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਮਸੰਦਾ ਨੇ ਗੁਰੂ ਸਾਹਿਬ ਨਾਲ ਅਜਿਹਾ ਵਿਵਹਾਰ ਕੀਤਾ ਤਾਂ ਇਮੀਡੀਏਟਲੀ ਹੁੱਲਾ ਵਿਖੇ ਗੁਰੂ ਸਾਹਿਬ ਕੋਲ ਆਉਂਦੇ ਨੇ, ਉਹਨਾਂ ਤੋਂ ਮਾਫੀ ਮੰਗਦੇ ਨੇ। ਉਹਨਾਂ ਨੂੰ ਇਹ ਡਰ ਸੀ ਕਿ ਗੁਰੂ ਸਾਹਿਬ ਕਿਤੇ ਉਹਨਾਂ ਨੂੰ ਦੁਰਕਾਰ ਨਾ ਦੇਣ ਜਾਂ ਕੁਝ ਸ਼ਰਾਪ ਨਾ ਦੇ ਦੇਣ, ਅਤੇ ਡਰਦਾ ਮਾਰਾ ਗੁਰੂ ਸਾਹਿਬ ਕੋਲ ਪਹੁੰਚਿਆ। ਤੇ ਉਹ ਕਹਿੰਦਾ ਹੈ ਕਿ ਅਸਲ ਦੇ ਵਿੱਚ ਮੁਗਲਾਂ ਦੇ ਜਿਹੜੇ ਸੂਹੀਏ ਹੈਗੇ ਨੇ ਉਹ ਸੂਹੀਆਂ ਤੋਂ ਡਰਦੇ ਹੋ, ਉਹਨਾਂ ਨੇ ਦਰਬਾਰ ਹਰਿਮੰਦਰ ਸਾਹਿਬ ਦੇ ਕਵਾੜ ਨਹੀਂ ਖੋਲੇ। ਉਹਨਾਂ ਨੂੰ ਡਰ ਸੀ ਕਿ ਕਿਤੇ ਉਸ ਸਮੇਂ ਦੇ ਮੁਗਲ ਹੁਕਮਰਾਨ ਨੂੰ ਇਹ ਗੱਲ ਪਤਾ ਲੱਗ ਜੇ ਤੇ ਮੁਗਲ ਹੁਕਮਰਾਨ ਜਿਹੜਾ ਹੈਗਾ ਉਹਨਾਂ ਦੇ ਅੰਗੇਜ਼ ਨਾ ਹੋ ਜਾਏ। ਤੇ ਅਲਟੀਮੇਟਲੀ ਹੁੰਦਾ ਕੀ ਹੈ ਕਿ ਜਦੋਂ ਇਹ ਗੁਰੂ ਸਾਹਿਬ ਜਿਹੜਾ ਹੈ ਉਹ ਉਹਨਾਂ ਨੂੰ ਮਾਫ ਕਰਦੇ ਨੇ ਤੇ ਉਹ ਉੱਥੋਂ ਫਿਰ ਅੱਗੇ ਚੱਲਦੇ ਨੇ ਤੇ ਖਡੂਰ ਸਾਹਿਬ ਤਰਨ ਤਾਰਨ ਤੋਂ ਹੁੰਦੇ ਹੋਏ ਉਹ ਵਾਪਸ ਬਕਾਲੇ ਆ ਜਾਂਦੇ ਨੇ। ਬਕਾਲੇ ਕੁਝ ਸਮਾਂ ਠਹਿਰਨ ਤੋਂ ਬਾਅਦ ਫਿਰ ਉਹ ਉੱਥੋਂ ਕਿਰਤ ਹੋ ਜਾਂਦੇ ਨੇ। ਇਸ ਸਮੇਂ ਦੇ ਵਿੱਚ ਅਜਿਹਾ ਪ੍ਰਤੀਤ ਹੁੰਦਾ ਕਿ ਸਿੱਖਾਂ ਦੇ ਵਿੱਚ ਫੁੱਟ ਪਾਉਣ ਤੇ ਉਹਨਾਂ ਨੂੰ ਕਮਜ਼ੋਰ ਕਰਨ ਲਈ ਅੰਦਰੋਂ ਅੰਦਰ ਕੋਈ ਨਾ ਕੋਈ ਰਾਜਨੀਤਿਕ ਚਾਲਾਂ ਜਿਹੜੀਆਂ ਹੈਗੀਆਂ ਚੱਲ ਰਹੀਆਂ ਨੇ। ਇਸ ਪ੍ਰਸੰਗ ਵਿੱਚ ਦੇਖਿਆ ਜਾਵੇ ਕਿ ਬਾਬਾ ਰਾਮ ਰਾਏ ਜਿਹੜੇ ਹੈਗੇ ਗੁਰੂ ਹਰ ਰਾਏ ਦੇ ਲੜਕੇ, ਉਹਨਾਂ ਨੇ ਵਿਰੋਧੀ ਧਿਰ ਵਜੋਂ ਉਹਨਾਂ ਨੂੰ ਵਰਤਿਆ ਗਿਆ, ਪਰੰਤੂ ਸਿੱਖ ਉਹਨਾਂ ਨਾਲ ਨਹੀਂ ਜੁੜੇ। ਤੇ ਫਿਰ ਗੁਰੂ ਤੇਗ ਬਹਾਦਰ ਦੀ ਗਰਾਈ ਸਮੇਂ ਬਾਬਾ ਸ਼ਬਦ ਜਿਹੜਾ ਹੈਗਾ ਉਸ ਦੇ ਵੱਖੋ ਵੱਖਰੇ ਅਰਥ ਕੱਢੇ ਗਏ, ਪਰ ਉਹ ਤੇ ਕਈ ਦਾਅਵੇਦਾਰ ਖੜੇ ਹੋਏ, ਪਰ ਗੁਰੂ ਸਾਹਿਬ ਨੂੰ ਜਿਹੜੇ ਹੈ ਇਹਨਾਂ ਦਾਅਵੇਦਾਰਾਂ ਨੂੰ ਉਦੋਂ ਵੀ ਸਫਲਤਾ ਮਿਲੀ ਤੇ ਗੁਰੂ ਸਾਹਿਬ ਨੇ ਗੁਰਾਈ ਪ੍ਰਾਪਤ ਕੀਤੀ। ਅਤੇ ਹੁਣ ਜਦੋਂ ਫਿਰ ਅੰਮ੍ਰਿਤਸਰ ਦੇ ਵਿੱਚ ਆਏ ਨੇ, ਅੰਮ੍ਰਿਤਸਰ ਦਰਵਾਜ਼ਾ ਨਹੀਂ ਖੋਲਿਆ ਗਿਆ। ਮਤਲਬ ਕਿਤੇ ਨਾ ਕਿਤੇ ਇਹ ਜਿਹਾ ਲੱਗਦਾ ਹੈ ਕੁਛ ਨਾ ਕੁਛ ਚਾਲਾਂ ਜਿਹੜੀਆਂ ਹੈਗੀਆਂ ਉਹ ਚੱਲ ਰਹੀਆਂ ਨੇ। ਲੇਕਿਨ ਐਨੀਹਾਓ ਇੱਥੋਂ ਜਦੋਂ ਗੁਰੂ ਸਾਹਿਬ ਦੇਖਦੇ ਨੇ ਕਿ ਬਕਾਲੇ ਤੋਂ ਫਿਰ ਕੀਰਤਪੁਰ ਸਾਹਿਬ ਆਉਂਦੇ ਨੇ, ਪਰ ਕੀਰਤਪੁਰ ਦੇ ਵਿੱਚ ਵੀ ਜਿਹੜੇ ਸੋਢੀ ਜਿਹੜੇ ਹੈਗੇ ਨੇ ਉਹ ਉਹਨਾਂ ਦੀ ਜਿਹੜੀ ਮਨੋਦਸ਼ਾ ਜਿਹੜੀ ਹੈਗੀ ਆ ਉਹ ਫਿਰ ਖਰਾਬ ਆ। ਉਹ ਫਿਰ ਈਰਖਾ ਦੀ ਭਾਵਨਾ ਜਿਹੜੀ ਗੁਰੂ ਸਾਹਿਬ ਦੇ ਅਗੇਂਸਟ ਰੱਖਦੇ ਨੇ। ਤਾਂ ਇੱਥੋਂ ਗੁਰੂ ਸਾਹਿਬ ਨੇ ਮਹਿਸੂਸ ਕੀਤਾ ਕਿ ਅੱਗੇ ਚੱਲਿਆ ਜਾਵੇ ਤੇ ਉਹਨਾਂ ਨੇ ਮਾਖੋਵਾਲ ਦੇ ਸਥਾਨ ਦੇ ਉੱਤੇ 500 ਰੁਪਏ ਦੇ ਵਿੱਚ ਮਾਖੋਵਾਲ ਜਿਹੜੀ ਜਗ੍ਹਾ ਸੀਗੀ ਉਹ ਖਰੀਦੀ ਤੇ ਇਸਦਾ ਨਾਮ ਚੱਕ ਨਾਨਕੀ ਰੱਖ ਦਿੱਤਾ। ਬਾਅਦ ਦੇ ਵਿੱਚੋਂ ਇਹ ਚੱਕ ਨਾਨਕੀ ਜਿਹੜੀ ਅਨੰਦਪੁਰ ਸਾਹਿਬ ਇੱਕ ਪਵਿੱਤਰ ਸਥਾਨ ਜਿਹੜਾ ਸੀ ਉਹ ਇਹ ਬਣਿਆ ਤੇ ਸਿੱਖ ਧਰਮ ਦਾ ਰੱਖਿਆ ਦਾ ਇੱਕ ਕਿਲਾ ਜਿਹੜਾ ਸੀ ਉਹ ਬਣ ਗਿਆ। ਛੇਤੀ ਹੀ ਵੱਡੀ ਗਿਣਤੀ ਦੇ ਵਿੱਚ ਸਿੱਖ ਇੱਥੇ ਆਉਣ ਲੱਗੇ ਤੇ ਹੌਲੀ ਹੌਲੀ ਇੱਥੇ ਸਿੱਖ ਵਸਣ ਲੱਗੇ। ਹੌਲੀ ਹੌਲੀ ਛੋਟੀ ਛੋਟੀਆਂ ਦੁਕਾਨਾਂ ਜਿਹੜੀਆਂ ਸੀਗੀਆਂ ਉਹ ਸਜਣ ਲੱਗੀਆਂ ਤੇ ਬਾਜ਼ਾਰ ਬਣ ਗਿਆ। ਇੱਕ ਤਰ੍ਹਾਂ ਦੇ ਨਾਲ ਜਿੱਥੇ ਜਿੱਥੇ ਵੀ ਸਿੱਖ ਗੁਰੂ ਗਏ ਤੇ ਇਸ ਤੋਂ ਪਹਿਲਾਂ ਵੀ ਸਿੱਖ ਗੁਰੂ ਜਿਹੜੇ ਸੀ ਉਹਨਾਂ ਨੇ ਕਈ ਨਵੇਂ ਨਗਰ ਵਸਾਏ ਤੇ ਜਿੱਥੇ ਨਗਰ ਵਸਾਏ ਉਹ ਸ਼ਹਿਰੀਕਰਨ ਜਿਹੜਾ ਸੀ ਉਹ ਵੀ ਕੀਤਾ ਅਤੇ ਉੱਥੇ ਜਿਹੜਾ ਇੱਕ ਉਹ ਹੌਲੀ ਹੌਲੀ ਵਪਾਰ ਦਾ ਕੇਂਦਰ ਵੀ ਬਣਨ ਲੱਗੇ। ਵਪਾਰ ਦੇ ਕੇਂਦਰ ਦੇ ਨਾਲ ਉਹ ਸਿੱਖੀ ਦਾ ਕੇਂਦਰ ਵੀ ਬਣਨ ਲੱਗੇ। ਇਸ ਤਰ੍ਹਾਂ ਅਨੰਦਪੁਰ ਜਿਹੜਾ ਸੀ ਉਹ ਹੌਲੀ ਹੌਲੀ ਇੱਕ ਸ਼ਹਿਰ ਜਿਹੜਾ ਸੀ ਉਹ ਬਣ ਗਿਆ। ਇਸ ਸਮੇਂ ਦੇ ਵਿੱਚ ਫਿਰ ਹੁਣ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਵਿਚਾਰ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਬਹੁਤ ਯਾਤਰਾਵਾਂ ਕੀਤੀਆਂ। ਉਸ ਸਮੇਂ ਦੇ ਵਿੱਚ ਅਗਿਆਨਤਾ ਦਾ ਜਿਹੜਾ ਹਨੇਰਾ ਸੀਗਾ ਉਹ ਫੈਲਿਆ ਹੋਇਆ ਸੀ ਤੇ ਗੁਰੂ ਸਾਹਿਬ ਨੇ ਮਹਿਸੂਸ ਕੀਤਾ ਕਿ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਉਸ ਅਗਿਆਨਤਾ ਤੋਂ ਬਾਹਰ ਕੱਢਣ ਲਈ, ਗਿਆਨ ਦਾ ਚਾਨਣ ਦਾ ਪ੍ਰਕਾਸ਼ ਕਰਨ ਦੇ ਲਈ ਵੱਖ-ਵੱਖ ਥਾਵਾਂ ਤੇ ਯਾਤਰਾਵਾਂ ਕੀਤੀਆਂ। ਤਾਂ ਲੇਕਿਨ ਹੁਣ ਤੱਕ ਫਿਰ ਉਸ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਦੁਆਰਾ ਜਾਗਰੂਕ ਕਰਨ ਦੀ ਲੋੜ ਹੈ, ਉਹਨਾਂ ਨੂੰ ਇੱਕ ਦੁਆਰਾ ਹਲੂਣਾ ਦੇਣ ਦੀ ਲੋੜ ਹੈ। ਤਾਂ ਗੁਰੂ ਸਾਹਿਬ ਨੇ ਯਾਤਰਾਵਾਂ ਜਿਹੜੀਆਂ ਹੈਗੀਆਂ ਉਹ ਸ਼ੁਰੂ ਕੀਤੀਆਂ। ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਵਿੱਚ ਹੀ ਜਿੱਥੇ ਉਹ ਗਏ ਸੀ ਉੱਥੇ ਉਹਨਾਂ ਨੇ ਸਿੱਖ ਸੰਗਤ ਜਿਹੜੀ ਸੀ ਉਹ ਕਾਇਮ ਕਰ ਦਿੱਤੀ ਸੀ ਤੇ ਇਹ ਸਿੱਖ ਸੰਗਤ ਜਿਹੜੀ ਸੀ ਉਹਨਾਂ ਨੇ ਆਪਣੀਆਂ ਧਰਮਸ਼ਾਲਾਵਾਂ ਜਿਹੜੀਆਂ ਖੋਲ੍ਹੀਆਂ ਸੀ। ਮੈਂ ਤੁਹਾਨੂੰ ਇੱਥੇ ਇੱਕ ਗੱਲ ਦੱਸਣੀ ਚਾਹੂੰਗਾ ਕਿ ਜਿਹੜੀਆਂ ਇਹ ਧਰਮਸ਼ਾਲਾਵਾਂ ਜਿਹੜੀਆਂ ਸੀ ਬਣੀਆਂ ਸੀ ਸ਼ੁਰੂ ਦੇ ਵਿੱਚ, ਸ਼ੁਰੂਆਤੀ ਸਮੇਂ ਦੇ ਵਿੱਚ ਇਹ ਸਿੱਖ ਸੰਗਤ ਦੇ ਸਥਾਨ ਬਣੇ ਸਿੰਘ ਤੇ ਉਸ ਨੂੰ ਧਰਮਸ਼ਾਲਾਵਾਂ ਕਿਹਾ ਜਾਣ ਲੱਗ ਪਿਆ। ਬਾਅਦ ਦੇ ਵਿੱਚ ਉਹ ਇਹਨਾਂ ਧਰਮਸ਼ਾਲਾਵਾਂ
ਜਿਹੜੀਆਂ ਸੀਗੀਆਂ ਉਹਨਾਂ ਨੂੰ ਗੁਰੂ ਕੇ ਦਵਾਰ ਕਿਹਾ ਜਾਣ ਲੱਗਾ ਤੇ ਗੁਰੂ ਕੇ ਦਵਾਰ ਤੋਂ ਗੁਰਦੁਆਰਾ ਸ਼ਬਦ ਜਿਹੜਾ ਹੈਗਾ ਉਹ ਉਤਪੰਨ ਹੋਇਆ। ਮਤਲਬ ਇਦਾਂ ਇਹ ਧਰਮਸ਼ਾਲਾਵਾਂ ਤੋਂ ਹੌਲੀ ਹੌਲੀ ਟਰੈਵਲ ਕਰਦਾ ਹੈ। ਆਧੁਨਿਕ ਸ਼ਬਦ ਗੁਰੂਦੁਆਰ ਭਾਵ ਗੁਰੂ ਦਾ ਦਵਾਰ, ਗੁਰੂ ਦੇ ਦਵਾਰ ਤੋਂ ਗੁਰਦੁਆਰਾ ਜਿਹੜਾ ਸੀ ਉਹ ਸ਼ਬਦ ਬਣਿਆ। ਤੇ ਗੁਰੂ ਨਾਨਕ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਜਿੱਥੇ ਜਿੱਥੇ ਗੁਰੂ ਸਾਹਿਬ ਗਏ, ਜਿੱਥੇ ਜਿੱਥੇ ਦੌਰੇ ਕੀਤੇ, ਉੱਥੇ ਇਹ ਸੰਸਥਾਵਾਂ ਜਿਹੜੀਆਂ ਸੀਗੀਆਂ, ਧਰਮ ਸਥਾਨ ਜਿਹੜੇ ਸੀ ਉਹ ਬਣ ਚੁੱਕੇ ਸੀ। ਦੂਸਰਾ, ਜਦੋਂ ਹੁਣ ਗੁਰੂ ਸਾਹਿਬ ਨੇ ਮਹਿਸੂਸ ਕੀਤਾ ਕਿ ਧਰਮ ਦਾ ਵਿਕਾਸ ਕਰਨ ਲਈ ਲੋਕਾਂ ਨੂੰ ਹਨੇਰੇ ਰੂਪੀ ਚੋਂ ਬਾਹਰ ਕੱਢਣ ਲਈ, ਪ੍ਰਕਾਸ਼ ਦੇ ਵਿੱਚ ਲੈ ਕੇ ਆਉਣ ਲਈ, ਗਿਆਨ ਰੂਪੀ ਪ੍ਰਕਾਸ਼ ਦੇਣ ਦੇ ਲਈ ਜਦੋਂ ਉਹਨਾਂ ਨੇ ਯਾਤਰਾਵਾਂ ਕੀਤੀਆਂ ਤਾਂ ਚੱਕ ਨਾਨਕੀ ਦੀ ਨੀਂਹ ਰੱਖਣ ਤੋਂ ਬਾਅਦ ਉਹ ਪੂਰਬੀ ਭਾਰਤ ਦਾ ਰਟਨ ਕਰਨ ਦਾ ਨਿਸ਼ਚਾ ਕੀਤਾ। ਤੇ ਇਸ ਸਮੇਂ ਉਹਨਾਂ ਦੇ ਨਾਲ ਮਾਤਾ ਨਾਨਕੀ, ਮਾਤਾ ਗੁਜਰੀ, ਭਾਈ ਮਤੀ ਦਾਸ, ਭਾਈ ਦਿਆਲਾ ਤੇ ਕਿਰਪਾਲ ਚੰਦ ਜਿਹੜੇ ਸੀ, ਜੋ ਉਹਨਾਂ ਦੇ ਸਾਰੇ ਜਿਹੜੇ ਸੀ ਉਹਨਾਂ ਦੇ ਨਾਲ ਸੀ। ਸਭ ਤੋਂ ਪਹਿਲਾ ਪੜਾਅ ਆਪਨੇ ਕਿਰਤਪੁਰ ਤੋਂ ਕੁਝ ਦੂਰ ਪਿੰਡ ਘਨੌਲੀ ਵਿਖੇ ਕੀਤਾ। ਇੱਥੇ ਬਰਸਾਤ ਦੇ ਕਾਰਨ ਲੋਕਾਂ ਦੇ ਘਰ-ਬਾਰ, ਫਸਲ ਜਿਹੜੀ ਸੀ ਉਹ ਤਬਾਹ ਹੋ ਚੁੱਕੀ ਸੀ। ਗੁਰੂ ਸਾਹਿਬ ਨੇ ਇੱਥੇ ਲੋਕਾਂ ਦੀ ਸਹਾਇਤਾ ਕੀਤੀ, ਲੰਗਰ ਚਾਲੂ ਕਰਵਾਏ। ਰੋਪੜ ਚੋਂ ਲੰਘਦੇ ਹੋਏ ਗੁਰੂ ਸਾਹਿਬ ਸੈਫਾਬਾਦ, ਬਹਾਦਰਗੜ੍ਹ ਜਿਹੜਾ ਆਧੁਨਿਕ ਪਟਿਆਲਾ ਜਿਹੜਾ ਜ਼ਿਲ੍ਹਾ ਜਿਹੜਾ ਹੈਗਾ ਇੱਥੇ ਰੁਕੇ। ਇੱਥੇ ਨਵਾਬ ਸੈਫੂਦੀਨ ਤੇ ਉਹਦੀ ਬੇਗਮ ਜਿਹੜੀ ਸੀ ਉਹ ਗੁਰੂ ਸਾਹਿਬ ਦੇ ਸ਼ਰਧਾਲੂ ਸੀ। ਕੁਝ ਸਮਾਂ ਇੱਥੇ ਰਹੇ ਤੇ ਅੱਜ ਇੱਥੇ ਬਹੁਤ ਹੀ ਸੋਹਣਾ ਗੁਰਦੁਆਰਾ ਜਿਹੜਾ ਹੈਗਾ ਉਹ ਬਣਿਆ ਹੋਇਆ। ਇੱਥੋਂ ਗੁਰੂ ਸਾਹਿਬ ਮੁੱਲੋਵਾਲ, ਹੰਡਿਆਏ, ਮਰਕੌੜ ਆਦਿ ਹੁੰਦੇ ਹੋਏ ਧਮਧਾਨ ਪਹੁੰਚੇ। ਜਦੋਂ ਇਹਨਾਂ ਪਿੰਡਾਂ ਦਾ ਗੁਰੂ ਸਾਹਿਬ ਦੌਰਾ ਕਰ ਰਹੇ ਸੀ ਤਾਂ ਜਿੱਥੇ ਜਿੱਥੇ ਵੀ ਉਹਨਾਂ ਨੇ ਦੌਰੇ ਕੀਤੇ ਉੱਥੇ ਨਾਲ ਹੀ ਗੁਰੂ ਸਾਹਿਬ ਨੇ ਡੂੰਘੇ ਖੂਹ ਲਵਾਉਣ ਦੇ ਉਪਦੇਸ਼ ਦਿੱਤੇ ਅਤੇ ਆਪ ਵੀ ਕਈ ਖੂਹ ਲਵਾਏ। ਉਹਦਾ ਰੀਜ਼ਨ ਇਹ ਸੀ ਕਿ ਇਹਨਾਂ ਥਾਵਾਂ ਦੇ ਉੱਤੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਸੀ ਤੇ ਉਸ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਗੁਰੂ ਸਾਹਿਬ ਨੇ ਲੋਕਾਂ ਨੂੰ ਉਪਦੇਸ਼ ਦਿੱਤਾ ਕਿ ਖੂਹ ਲਾਏ ਜਾਣ ਤਾਂ ਜੋ ਆਮ ਲੋਕਾਂ ਦੀ ਇਹ ਪੀਣ ਦੇ ਪਾਣੀ ਦੀ ਸਮੱਸਿਆ ਜਿਹੜੀ ਹੈਗੀ ਉਹ ਖਤਮ ਹੋ ਸਕੇ। ਜਿਵੇਂ ਤੁਹਾਨੂੰ ਮੈਂ ਪਹਿਲਾਂ ਗੱਲ ਕੀਤੀ ਆ ਕਿ ਇਹ ਸਮਾਂ ਔਰੰਗਜ਼ੇਬ ਦਾ ਸਮਾਂ। ਔਰੰਗਜ਼ੇਬ ਉਸ ਸਮੇਂ ਦਾ ਮੁਗਲ ਸਮਰਾਟ ਹੈ ਤੇ ਇਹ ਉਸ ਦੀ ਜਿਹੜੀ ਨੀਤੀ ਹੈਗੀ ਆ ਉਹ ਧਾਰਮਿਕ ਅਸਹਿਣਸ਼ੀਲਤਾ ਦੀ ਨੀਤੀ ਹੈਗੀ। ਉਹ ਬਰਦਾਸ਼ਤ ਹੀ ਨਹੀਂ ਕਰ ਸਕਦਾ ਕਿ ਇਸਲਾਮ ਤੋਂ ਬਿਨਾਂ ਕੋਈ ਹੋਰ ਧਰਮ ਜਿਹੜਾ ਹੈਗਾ ਉਸ ਦਾ ਵਿਕਾਸ ਹੋਵੇ। ਤੇ ਇਸ ਕਰਕੇ ਇਸ ਸਮੇਂ ਗੁਰੂ ਤੇਗ ਬਹਾਦਰ ਜੀ ਨੂੰ ਇੱਥੋਂ ਗ੍ਰਿਫਤਾਰ ਕੀਤਾ ਜਾਂਦਾ ਹੈ। ਧਮਧਾਨ ਦੇ ਵਿੱਚ ਉਹਨਾਂ ਦੀ ਪਹਿਲੀ ਗ੍ਰਿਫਤਾਰੀ ਜਿਹੜੀ ਹੈਗੀ ਆ ਉਹ ਹੁੰਦੀ ਹੈ। ਇਸ ਸਮੇਂ ਦਿੱਲੀ 'ਚ ਮੁਗਲ ਸਮਰਾਟ ਔਰੰਗਜ਼ੇਬ ਜਿਹੜਾ ਸੀ ਉਹ ਰਾਜ ਕਰ ਰਿਹਾ ਸੀ, ਜੋ ਧਾਰਮਿਕ ਤੌਰ ਤੇ ਕੱਟੜ ਸੀ। ਉਸ ਨੇ ਆਲਮ ਖਾਨ ਰੋਹਿਲਾ ਜਿਹੜਾ ਹੈ ਉਸ ਨੂੰ ਸ਼ਾਹੀ ਹੁਕਮ ਦੇ ਕੇ ਧਮਧਾਨ ਭੇਜਿਆ ਕਿ 8 ਨਵੰਬਰ 1665 ਨੂੰ ਗੁਰੂ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ। ਇਹਦੇ ਬਾਰੇ ਸਾਨੂੰ ਭੱਟਵਈਆਂ ਦੇ ਵਿੱਚ ਵੀ ਮਿਲਦਾ ਹੈ। ਭੱਟਵਈਆਂ ਦੇ ਵਿੱਚ ਲਿਖਿਆ ਮਿਲਦਾ ਜਿਹੜੇ ਉਹਨਾਂ ਦੀ ਉਹ ਕੋਟ ਕਰਦੇ ਨੇ, गुरु तेग बहादुर महल नावे के नगर तमतान परगना बांगर से आलम खान रोहिला शाही हुक्म गैल दिल्ली को लेकर आया। साल 1722 कातक सुदी 1100 को साथ सतीदास मतीदास बेटे हीरामल को ग्वालदास बेटे छुटेमल, छिब्बर का गुरदास बेटा कीरत बड़िए का संगत बेटा बिन्ने उपका, जेठा दयाल दास बेटे माई दास के जलिहाने बालुक होर सिख फकीर आए। मतलब सानू भट्टवईयां तो यह गल बड़ी क्लीयर होती है। इस तो इलावा ਸਰੂਪਦਾਸ ਭੱਲਾ ਜਿਹੜਾ ਹੈਗਾ ਉਹ ਮਹਿਮਾ ਪ੍ਰਕਾਸ਼ ਦੇ ਵਿੱਚ ਵੀ ਗੁਰੂ ਸਾਹਿਬ ਦੀ ਗ੍ਰਿਫਤਾਰੀ ਦੇ ਬਾਰੇ ਦੱਸਦਾ ਹੈ। ਨਾਲ ਦੀ ਨਾਲ ਇਸ ਗੁਰੂ ਸਾਹਿਬ ਇਹ ਵੀ ਪਰ ਸਰੂਪਦਾਸ ਭੱਲਾ ਇਹ ਗੱਲ ਨਹੀਂ ਦੱਸਦਾ ਕਿ ਇਹ ਗ੍ਰਿਫਤਾਰੀ ਦੇ ਕਾਰਨ ਕੀ ਨੇ। ਇਹ ਜ਼ਰੂਰ ਦੱਸਦਾ ਹੈ ਕਿ ਗੁਰੂ ਸਾਹਿਬ ਨੂੰ ਜਿਹੜਾ ਇਸ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ ਕਿ ਔਰੰਗਜ਼ੇਬ ਗੁਰੂ ਸਾਹਿਬ ਤੋਂ ਗੁੱਸੇ ਸੀ। ਕਿਉਂਕਿ औरंगजेब ने गुरु साहब ਨੂੰ ਬੁਲਾਇਆ ਸੀ ਪਰ ਉਹ ਨਹੀਂ ਗਏ। ਅਸਾਮੀ ਸਰੋਤ ਪਾਸ਼ਾ ਬੁਰੰਜੀ ਦੇ ਵਿੱਚ ਵੀ ਲਿਖਦਾ ਹੈ ਕਿ ਬ੍ਰਾਹਮਣ ਅਤੇ ਕਾਜ਼ੀਆਂ ਨੇ ਪਾਸ਼ਾ ਅੱਗੇ ਸ਼ਿਕਾਇਤ ਕੀਤੀ ਕਿ ਇਹ ਵਿਅਕਤੀ ਗੁਰੂ ਤੇਗ ਬਹਾਦਰ ਕਿਸੇ ਇੱਕ ਦੀਨ ਦਾ ਪੈਗੰਬਰ ਨਹੀਂ, ਇਹ ਦੇਸ਼ ਵਿੱਚ ਲੁੱਟ ਮਾਰ ਕਰਦਾ, ਇੱਧਰ ਉੱਧਰ ਫਿਰਦਾ। ਇਸ ਲਈ ਬਾਦਸ਼ਾਹ ਨੇ ਉਸ ਨੂੰ ਆਪਣੇ ਸਾਹਮਣੇ ਹਾਜ਼ਰ ਹੋਣ ਦਾ ਹੁਕਮ ਦਿੱਤਾ ਪਰ ਉਹ ਨਾ ਆਇਆ। ਬਾਦਸ਼ਾਹ ਗੁੱਸੇ ਨਾਲ ਭਰ ਗਿਆ ਅਤੇ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਨ ਲਈ ਅਲੋ ਖਾਨ ਮੀਨਸ ਆਲਮ ਖਾਨ ਰੋਹਿਲਾ ਪਠਾਨ ਭੇਜ ਦਿੱਤਾ।
ਇਹ ਸਾਨੂੰ ਇਹਨਾਂ ਚੀਜ਼ਾਂ ਤੋਂ ਇਹ ਪਤਾ ਲੱਗ ਰਿਹਾ। ਗੁਰੂ ਸਾਹਿਬ ਜਦੋਂ ਮਾਲਵੇ ਦੀ ਯਾਤਰਾ ਕਾਰਨ ਸਿੱਖ ਧਰਮ ਦਾ ਪ੍ਰਚਾਰ ਕਰਦੇ ਹੋਏ ਆਪਣੇ ਅਨੁਯਾਈਆਂ ਅਤੇ ਸ਼ਰਧਾਲੂਆਂ ਨੂੰ ਮਿਲ ਰਹੇ ਨੇ ਤੇ ਔਰੰਗਜ਼ੇਬ ਇਹ ਗ੍ਰਿਫਤਾਰੀ ਦਾ ਹੁਕਮ ਦੇ ਰਿਹਾ। ਅੰਤ ਗੁਰੂ ਸਾਹਿਬ ਨੂੰ ਇੱਥੋਂ ਗ੍ਰਿਫਤਾਰ ਕੀਤਾ ਗਿਆ। ਜਦੋਂ ਗੁਰੂ ਸਾਹਿਬ ਦਿੱਲੀ ਪਹੁੰਚਦੇ ਨੇ ਤਾਂ ਮਿਰਜ਼ਾ ਰਾਜਾ ਜੈ ਸਿੰਘ ਦਾ ਜਿਹੜਾ ਪੁੱਤਰ ਆ ਰਾਜਾ ਰਾਮ ਸਿੰਘ, ਉਹ ਬਾਦਸ਼ਾਹ ਨੂੰ ਸਮਝਾਉਂਦਾ ਕਿ ਗੁਰੂ ਤਾਂ ਫਕੀਰ ਹੈ ਤੇ ਤੁਸੀਂ ਕਿਹਨਾਂ ਦੀਆਂ ਗੱਲਾਂ ਦੇ ਵਿੱਚ ਆ ਗਏ। ਅੰਤ ਰਾਜਾ ਰਾਮ ਸਿੰਘ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਜੋ ਕਿ ਇੱਕ ਰਾਜਪੂਤ ਸੀ, ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਰਾਜਾ ਰਾਮ ਸਿੰਘ ਦੀ ਨਿਗਰਾਨੀ ਹੇਠ ਛੱਡ ਦਿੱਤਾ ਤੇ ਆਪਣੀ ਸ਼ਾਹੀ ਕੈਦ ਤੋਂ ਰਿਹਾ ਕਰ ਦਿੱਤਾ। ਰਾਜਾ ਰਾਮ ਸਿੰਘ ਗੁਰੂ ਸਾਹਿਬ ਨੂੰ ਆਪਣੇ ਨਾਲ ਲੈ ਗਏ। ਰਾਜਾ ਰਾਮ ਸਿੰਘ ਨੇ ਲੇਟਰ ਗੁਰੂ ਸਾਹਿਬ ਨੂੰ ਆਪਣੀ ਜ਼ਿੰਮੇਵਾਰੀ ਤੇ ਰਿਹਾ ਕਰ ਦਿੱਤਾ ਤੇ ਗੁਰੂ ਸਾਹਿਬ ਦਿੱਲੀ ਤੋਂ ਪੂਰਬ ਵੱਲ ਰਵਾਨਾ ਹੋ ਗਏ ਤੇ ਇੱਥੇ ਉਹ ਪ੍ਰਾਗ ਪਹੁੰਚੇ, ਜਿੱਥੇ ਪਹਿਲਾਂ ਹੀ ਪੱਕੀ ਸੰਗਤ ਜਿਹੜੀ ਸੀਗੀ ਉਹ ਸਥਾਪਿਤ ਸੀ ਕਿ ਗੁਰੂ ਨਾਨਕ ਦੇਵ ਜੀ ਇੱਥੇ ਆਏ ਹੋਏ ਸੀ। ਪ੍ਰਾਗ ਤੋਂ ਗੁਰੂ ਸਾਹਿਬ ਕਾਂਸ਼ੀ, ਬਨਾਰਸ, ਸਸਰਾਮ, ਗਿਆ ਆਦਿ ਥਾਵਾਂ ਤੋਂ ਹੁੰਦੇ ਹੋਏ 1666 ਦੇ ਵਿੱਚ ਪਟਨਾ ਪਹੁੰਚੇ। ਪਟਨਾ ਦੇ ਵਿੱਚ ਉਹ ਆਪਣਾ ਪਰਿਵਾਰ ਜਿਹੜਾ ਹੈਗਾ ਉਸ ਨੂੰ ਛੱਡ ਕੇ ਆਪ ਮੁੰਗੇਰ ਚਲੇ ਜਾਂਦੇ ਨੇ, ਮੁੰਗੇਰ ਤੋਂ ਢਾਕੇ ਵੱਲ ਨੂੰ ਚਲੇ ਜਾਂਦੇ ਨੇ। ਢਾਕਾ ਉਸ ਸਮੇਂ ਸਿੱਖੀ ਦਾ ਕੋਠਾ ਕਿਹਾ ਜਾਂਦਾ ਸੀ, ਅਰਥਾਤ ਸਿੱਖੀ ਦਾ ਖਜ਼ਾਨਾ। ਇੱਥੇ ਸਿੱਖ ਸੰਗਤ ਦਾ ਜਾਲ ਵਿਛਿਆ ਹੋਇਆ ਸੀ ਕਿਉਂਕਿ ਗੁਰੂ ਨਾਨਕ ਦੇਵ ਜੀ ਇੱਥੇ ਆਲਰੇਡੀ ਪਹਿਲਾਂ ਹੀ ਇੱਥੇ ਆਏ ਹੋਏ ਸੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਆਏ ਤਾਂ ਇੱਥੇ ਉਹਨਾਂ ਨੇ ਪੱਛਮ ਵਿੱਚ ਰਾਜ ਮਹਿਲ ਤੋਂ ਲੈ ਕੇ ਪੂਰਬ ਵਿੱਚ ਸਿਲਹਟ ਤੱਕ ਅਤੇ ਉੱਤਰ ਵਿੱਚ ਧੁਬਰੀ ਤੋਂ ਲੈ ਕੇ ਦੱਖਣ ਵਿੱਚ ਬੰਸਖਾਲੀ, ਫਤਿਹ ਕਚਹਿਰੀ ਤੱਕ ਕੋਈ ਅਜਿਹੀ ਥਾਂ ਨਹੀਂ ਸੀ ਜਿੱਥੇ ਸਿੱਖ ਸੰਗਤ ਨਹੀਂ ਸੀ ਤੇ ਇਹ ਜਿੱਥੇ ਇਹ ਕਿਹਾ ਜਾਵੇ ਕੋਈ ਧਰਮ ਸਥਾਨ ਸਿੱਖਾਂ ਦਾ ਨਹੀਂ ਸੀ, ਕਿਉਂਕਿ ਗੁਰੂ ਨਾਨਕ ਇਹਨਾਂ ਸਥਾਨਾਂ ਦੇ ਉੱਤੇ ਆਲਰੇਡੀ ਉਦਾਸੀਆਂ ਕਰ ਚੁੱਕੇ ਸੀ। ਇਹ ਕੇਵਲ ਧਾਰਮਿਕ ਸਥਾਨ ਹੀ ਨਹੀਂ ਸੀ, ਮੁਸਾਫਰਾਂ ਦੇ ਲਈ ਸੁਰੱਖਿਅਤ ਸਥਾਨ ਵੀ ਸੀ, ਕਿਉਂਕਿ ਜਦੋਂ ਉਹ ਸਮੇਂ ਵਪਾਰੀ ਵਪਾਰ ਕਰਦੇ ਸੀ ਤਾਂ ਉਹਨਾਂ ਨੂੰ ਰਹਿਣ ਦੇ ਲਈ ਇਹ ਧਾਰਮਿਕ ਸਥਾਨ ਜਿਹੜੇ ਸੀ ਉਹ ਮੁਫਤ ਰਿਹਾਇਸ਼ ਵੀ ਦਿੰਦੇ ਸੀ ਤੇ ਖਾਣ ਦੇ ਲਈ ਲੰਗਰ ਵੀ ਤਿਆਰ ਹੁੰਦਾ ਸੀ। ਮੁਫਤ ਰਿਹਾਇਸ਼ ਦੇ ਨਾਲ ਇੱਥੇ ਉਹਨਾਂ ਨੂੰ ਸਿਕਿਉਰਿਟੀ ਵੀ ਮਿਲਦੀ ਸੀ ਕਿਉਂਕਿ ਆਸੇ-ਪਾਸੇ ਬਹੁਤ ਜ਼ਿਆਦਾ ਚੋਰੀਆਂ ਹੁੰਦੀਆਂ, ਲੇਕਿਨ ਜਦੋਂ ਇਹਨਾਂ ਧਰਮ ਸਥਾਨਾਂ ਦੇ ਉੱਤੇ ਇਹ ਜਿਹੜੇ ਵਪਾਰੀ ਆ ਕੇ ਰਹਿੰਦੇ ਸੀ ਤਾਂ ਉਹਨਾਂ ਨੂੰ ਕਿਸੇ ਕਿਸਮ ਦੀ ਚੋਰੀ ਦਾ ਡਰ ਨਹੀਂ ਸੀ ਹੁੰਦਾ। ਫਿਰ ਮੈਂ ਤੁਹਾਡੇ ਨਾਲ ਇੱਕ ਪਹਿਲਾਂ ਗੱਲ ਕਰਕੇ ਹਟਿਆ ਕਿ ਜਿੱਥੇ ਵੀ ਧਰਮ ਸਥਾਨ ਬਣੇ ਹੌਲੀ ਹੌਲੀ ਉੱਥੇ ਉਹ ਸ਼ਹਿਰ ਬਣ ਗਏ ਤੇ ਸ਼ਹਿਰੀਕਰਨ ਹੋਇਆ। ਕਿਵੇਂ? ਜਦੋਂ ਹੁਣ ਇਹ ਵਪਾਰੀ ਇੱਥੇ ਵਪਾਰ ਕਰਨ ਆਉਂਦੇ ਤਾਂ ਲੋਕਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਇਸ ਥਾਂ ਤੇ ਵਪਾਰੀ ਆਏ ਨੇ ਤੇ ਉਹ ਸਮਾਨ ਲੈ ਕੇ ਨੇ, ਉਹ ਲੋਕ ਆਪਣੀ ਰੋਜ਼ਮਰਰਾ ਦੀਆਂ ਚੀਜ਼ਾਂ ਜਾਂ ਹੋਰ ਵਾਧੂ ਕੋਈ ਚੀਜ਼ਾਂ ਨੇ ਇਹਨਾਂ ਥਾਵਾਂ ਤੇ ਆ ਕੇ ਲੈ ਜਾਂਦੇ ਸੀ ਤੇ ਹੌਲੀ ਹੌਲੀ ਇੱਥੇ ਛੋਟੇ ਛੋਟੇ ਬਾਜ਼ਾਰ ਲੱਗਣ ਲੱਗੇ ਤੇ ਹੌਲੀ ਹੌਲੀ ਲੋਕ ਇਹਨਾਂ ਥਾਵਾਂ ਤੇ ਆ ਕੇ ਰਹਿਣ ਲੱਗੇ। ਏਦਾਂ ਸ਼ਹਿਰੀਕਰਨ ਵੀ ਹੋਇਆ ਤੇ ਨਾਲ ਦੀ ਨਾਲ ਇਹ ਜਿਹੜੇ ਸਥਾਨ ਸੀਗੇ ਇਹ ਸੁਰੱਖਿਆ ਦਾ ਸਾਧਨ ਵੀ ਬਣੇ। ਇੱਥੇ ਹੀ ਅਕਤੂਬਰ 1666 ਦੇ ਵਿੱਚ ਜਦੋਂ ਗੁਰੂ ਸਾਹਿਬ ਢਾਕੇ ਪਹੁੰਚੇ ਤੇ ਉਸ ਤੋਂ ਬਾਅਦ ਇੱਥੇ ਹੀ ਗੁਰੂ ਸਾਹਿਬ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਘਰ ਬੇਟੇ ਦਾ ਜਨਮ ਹੁੰਦਾ ਹੈ ਤੇ ਜਿਹਦਾ ਨਾਮ ਗੋਬਿੰਦ ਰਾਏ ਰੱਖਿਆ ਜਾਂਦਾ ਤੇ ਇਸ ਥਾਂ ਦੇ ਉੱਤੇ ਹੀ ਅੱਜ ਵੀ ਜਿਹੜਾ ਹੈ ਢਾਕੇ ਦੇ ਵਿੱਚ ਗੁਰਦੁਆਰਾ ਬਣਿਆ ਹੋਇਆ ਜਿਹਦਾ ਨਾਮ ਹੈ ਗੁਰਦੁਆਰਾ ਨਾਨਕ ਸ਼ਾਹੀ ਢਾਕਾ। ਤੇ ਇੱਥੇ ਅੱਜ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੋੜੇ ਜਿਹੜੇ ਹੈਗੇ ਉਹ ਸੰਭਾਲੇ ਹੋਏ ਨੇ। ਮੈਨੂੰ ਮੌਕਾ ਮਿਲਿਆ ਇੱਥੇ ਢਾਕਾ ਜਾਣ ਦਾ, ਬੰਗਲਾਦੇਸ਼ ਦੇ ਵਿੱਚ ਜਿਹੜਾ ਇਹ ਹੈ ਤੇ ਇੱਥੇ ਢਾਕਾ ਯੂਨੀਵਰਸਿਟੀ ਆ, ਬਹੁਤ ਵੱਡੀ ਯੂਨੀਵਰਸਿਟੀ ਆ ਤੇ ਯੂਨੀਵਰਸਿਟੀ ਦੇ ਵਿੱਚ ਵੀ ਇਹ ਜਗ੍ਹਾ ਹੈਗੀ ਆ। ਬੇਸ਼ੱਕ ਉਹ ਯੂਨੀਵਰਸਿਟੀ ਦੀ ਬਾਉਂਡਰੀ ਅਲੱਗ ਕਰਤੀ ਤੇ ਇੱਥੇ ਇਹ ਗੁਰਦੁਆਰਾ ਜਿਹੜਾ ਹੈਗਾ ਉਹ ਬਣਿਆ ਹੋਇਆ। ਗੁਰੂ ਸਾਹਿਬ ਜਿਹੜੇ ਹੈਗੇ ਇੱਥੋਂ ਪਟਨਾ ਦੀ ਸੰਗਤ ਨੂੰ ਸੁਨੇਹਾ ਭੇਜਦੇ ਨੇ ਕਿ ਉਹ ਗੋਬਿੰਦ ਰਾਏ ਅਤੇ ਉਹਨਾਂ ਦੇ ਪਰਿਵਾਰ ਜਿਹੜਾ ਹੈਗਾ ਉਸ ਦੀ ਦੇਖਭਾਲ ਕਰ ਤੇ ਉਥੋਂ ਉਹ ਸਿਲਹਟ ਤੋਂ ਚਿਟਾਗਾਂਵ, ਸੋਨਦੀਪ, ਲਸ਼ਕਰ ਆਦਿ ਥਾਵਾਂ ਦੀ ਯਾਤਰਾ ਕਰਦੇ ਨੇ, ਵਾਪਸ ਫੇਰ ਢਾਕਾ ਆ ਜਾਂਦੇ ਨੇ। ਢਾਕਾ ਲੰਮਾ ਸਮਾਂ ਰਹਿਣ ਤੋਂ ਬਾਅਦ ਉਹ ਪਟਨੇ ਵਾਲ ਆਉਂਦੇ ਨੇ। ਇਸ ਸਮੇਂ ਰਾਜਾ ਰਾਮ ਸਿੰਘ ਜਿਹੜਾ ਹੈਗਾ ਉਸ ਨੂੰ ਔਰੰਗਜ਼ੇਬ ਜਿਹੜਾ ਹੈਗਾ ਅਸਾਮ ਦੀ ਮੁਹਿੰਮ ਤੇ ਭੇਜ ਦਿੰਦਾ। ਅਸਲ ਦੇ ਵਿੱਚ ਔਰੰਗਜ਼ੇਬ ਰਾਜਾ ਰਾਮ ਸਿੰਘ ਤੋਂ ਇਸ ਗੱਲ ਤੋਂ ਨਾਰਾਜ਼ ਜਾਂ ਗੁੱਸੇ ਦੇ ਵਿੱਚ ਹੈ ਕਿ ਉਸਨੇ ਬਿਨਾਂ ਔਰੰਗਜ਼ੇਬ ਦੀ ਪ੍ਰਵਾਨਗੀ ਲਏ ਗੁਰੂ ਤੇਗ ਬਹਾਦਰ ਸਾਹਿਬ ਨੂੰ ਰਿਹਾ ਕਰ ਦਿੱਤਾ। ਇਸ ਕਰਕੇ ਉਹ ਅਸਾਮ ਦੀ ਮੁਹਿੰਮ ਤੇ ਭੇਜਦਾ। ਅਸਾਮ ਬਾਰੇ ਮਸ਼ਹੂਰ ਸੀ ਕਿ ਜਿਹੜੇ ਇੱਥੋਂ ਦੇ ਲੋਕ ਹੈਗੇ ਉਹਨਾਂ ਨੂੰ ਜਾਦੂ ਟੂਣਾ ਕਰਨਾ ਹੁੰਦਾ ਹੈ।
ਤੇ ਜਾਦੂ ਟੂਣੇ ਨਾਲ ਹੀ ਉਹ ਲੋਕਾਂ ਨੂੰ ਵਾਸ ਦੇ ਵਿੱਚ ਕਰ ਲੈਂਦੇ ਨੇ। ਤੇ ਇੱਕ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਵਿੱਚ ਵੀ ਸਾਖੀ ਹੈ ਕਿ ਕਿਵੇਂ ਭਾਈ ਮਰਦਾਨਾ ਜਿਹੜਾ ਹੈਗਾ ਉਸ ਨੂੰ ਉਹਨਾਂ ਨੇ ਬੱਕਰੀ ਜਾਂ ਭੇਡ ਦੇ ਵਿੱਚ ਬਲਦਾ। ਇੱਕ ਅਲੱਗ ਸਾਖੀ ਹੈ, ਲੇਕਿਨ ਇੱਕ ਲੋਕਾਂ ਦੇ ਵਿੱਚ ਡਰ ਆ ਕਿ ਉਹ ਲੋਕ ਜਿਹੜੇ ਹੈਗੇ ਉਹ ਜਾਦੂ ਟੂਣਾ ਜਾਣਦੇ ਨੇ ਤੇ ਜਾਦੂ ਟੂਣੇ ਨਾਲ ਹੀ ਉਹ ਫੌਜ ਜਿਹੜਾ ਹੈਗਾ ਉਸ ਨੂੰ ਤਬਾਹ ਕਰ ਦੇਣਗੇ। ਤੇ ਰਾਜਾ ਰਾਮ ਸਿੰਘ ਚਾਹੁੰਦਾ ਸੀ, ਤੇ ਰਾਜਾ ਰਾਮ ਸਿੰਘ ਨੂੰ ਇਸ ਸਮੇਂ ਪਤਾ ਲੱਗਿਆ ਗੁਰੂ ਸਾਹਿਬ ਜਿਹੜੇ ਹੈਗੇ ਉਹ ਢਾਕੇ ਤੋਂ ਵਾਪਸ ਆ ਰਹੇ ਨੇ ਤੇ ਰਸਤੇ ਦੇ ਵਿੱਚ ਉਹ ਗੁਰੂ ਸਾਹਿਬ ਨੂੰ ਮਿਲਦਾ ਤੇ ਗੁਰੂ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਅਸਾਮ ਉਹਨਾਂ ਦੇ ਨਾਲ ਚੱਲਣ। ਗੁਰੂ ਸਾਹਿਬ ਰਾਜਾ ਰਾਮ ਸਿੰਘ ਦੇ ਨਾਲ ਚੱਲਦੇ ਨੇ ਤੇ ਰਸਤੇ ਦੇ ਵਿੱਚੋਂ ਹੀ ਉਸ ਥਾਂ ਤੋਂ ਉਹ ਪਟਨੇ ਸੁਨੇਹਾ ਘੱਲਦੇ ਨੇ ਕਿ ਉਹ ਅਸਾਮ ਜਾ ਰਹੇ ਨੇ ਅਤੇ ਵਾਪਸੀ ਦੇ ਉੱਤੇ ਪਰਿਵਾਰ ਨੂੰ ਮਿਲਣਗੇ। ਤੇ ਉਹ ਰਾਜਾ ਰਾਮ ਸਿੰਘ ਜਾ ਕੇ ਉਹ ਧੂਬੜੀ ਨਾਮੀ ਸਥਾਨ ਦੇ ਉੱਤੇ ਰੁਕਦੇ ਨੇ ਤੇ ਸ਼ਾਹੀ ਸੈਨਾ ਜਿਹੜੀ ਹੈਗੀ ਰਾਜਾ ਰਾਮ ਸਿੰਘ ਜਿਹੜੇ ਹੈਗੇ ਉਹ ਬ੍ਰਹਮਪੁੱਤਰ ਦੀ ਨਦੀ ਦੇ ਨਾਲ ਹੀ ਰੰਗਾਪੁਰ ਜਿਹੜੀ ਹੈਗਾ ਸਥਾਨ ਉਸ ਦੇ ਉੱਤੇ ਜਾ ਕੇ ਜਾਂ ਰੰਗਾ ਮਾਟੀ ਵੀ ਕਿਹਾ ਜਾਂਦਾ ਉਸ ਸਥਾਨ ਦੇ ਉੱਤੇ ਸ਼ਾਹੀ ਸੈਨਾ ਟਿਕਦੀ ਹੈ। ਬੜੀ ਇਹ ਗੱਲ ਬੜੀ ਕਲੀਅਰ ਆ ਕਿ ਕਈ ਇਤਿਹਾਸਕਾਰ ਜਿਹੜੇ ਹੈਗੇ ਨੇ ਉਹ ਗਲਤ ਲਿਖੀ ਜਾਂਦੇ ਨੇ ਕਿ ਗੁਰੂ ਸਾਹਿਬ ਫਿਰ ਰੰਗਾ ਮਾਟੀ ਰੁਕੇ। ਗੁਰੂ ਸਾਹਿਬ ਰੰਗਾ ਮਾਟੀ ਨਹੀਂ ਰੁਕੇ, ਗੁਰੂ ਸਾਹਿਬ ਧੂਬੜੀ ਰੁਕੇ ਸੀ। ਧੂਬੜੀ ਤੋਂ ਕੋਈ 12-15 ਕਿਲੋਮੀਟਰ ਦੂਰ ਬ੍ਰਹਮਪੁੱਤਰ ਤੱਟ ਦੇ ਉੱਤੇ ਦੂਸਰੇ ਕੰਢੇ ਦੇ ਉੱਤੇ ਰੰਗ ਮਾਟੀ ਸਥਾਨ ਆ, ਉੱਥੇ ਸ਼ਾਹੀ ਸੈਨਾ ਟਿਕੀ ਸੀ। ਤੇ ਮੈਨੂੰ ਮੌਕਾ ਮਿਲਿਆ ਅਸਾਮ ਜਾਣ ਦਾ, ਇਹ ਤਰ੍ਹਾਂ ਹੀ ਕਿਸੇ ਇੱਕ ਲੈਕਚਰ ਦੇ ਵਿੱਚ ਉਹਨਾਂ ਨੇ ਮੈਨੂੰ ਉੱਥੇ ਬੁਲਾਇਆ ਸੀ ਤੇ ਇੱਕ ਨੈਸ਼ਨਲ ਅਵਾਰਡ ਜਿਹੜਾ ਸੀ ਉਹ ਮੈਨੂੰ ਮਿਲਿਆ ਸੀ। ਤਾਂ ਉਸ ਥਾਂ ਤੇ ਤਾਂ ਮੈਨੂੰ ਉੱਥੇ ਹੀ ਮੌਕਾ ਮਿਲਿਆ ਤਾਂ ਉੱਥੇ ਜਾ ਕੇ ਗੱਲ ਪਹਿਲਾਂ ਮੈਨੂੰ ਵੀ ਇਹ ਸੀ ਵੀ ਸ਼ਾਇਦ ਰੰਗਾ ਮਾਟੀ ਰੁਕੇ, ਲੇਕਿਨ ਧੂਬੜੀ ਰੁਕੇ। ਉੱਥੇ ਜਾ ਕੇ ਗੱਲ ਕਲੀਅਰ ਹੋਈ। ਧੂਬੜੀ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਦੇ ਵਿੱਚ, ਬਹੁਤ ਆਲੀਸ਼ਾਨ ਗੁਰਦੁਆਰਾ ਬਣਿਆ ਹੋਇਆ ਤੇ ਜਿਸ ਤੋਂ ਇਹ ਗੱਲ ਕਲੀਅਰ ਹੋ ਜਾਂਦੀ ਹੈ ਕਿ ਗੁਰੂ ਸਾਹਿਬ ਧੂਬੜੀ ਰੁਕੇ, ਰੰਗਾ ਮਾਟੀ ਸਥਾਨ ਤੇ ਨਹੀਂ। ਦੂਸਰਾ, ਇਸ ਸਮੇਂ ਦੇ ਵਿੱਚ ਜਿਹੜਾ ਹੈ ਕਿ ਇਹਦੇ ਜਦੋਂ ਗੁਰੂ ਸਾਹਿਬ ਅਸਾਮ ਜਾ ਰਹੇ ਨੇ ਤਾਂ ਰਾਜਾ ਰਾਮ ਸਿੰਘ ਦੇ ਨਾਲ ਤਾਂ ਉਹਨਾਂ ਦੇ ਸੈਨਿਕਾਂ ਦਾ ਜਿਹੜਾ ਮਨੋਬਲ ਵੀ ਵੱਧਦਾ, ਇੱਕ ਆਤਮਿਕ ਸ਼ਕਤੀ ਮਿਲਦੀ ਹੈ ਕਿ ਗੁਰੂ ਸਾਹਿਬ ਸਾਡੇ ਨਾਲ। ਤੇ ਇੱਥੇ ਗੁਰੂ ਸਾਹਿਬ ਜਿਹੜੇ ਹੈਗੇ ਉਹ ਅਸਾਮ ਦੇ ਰਾਜੇ ਅਤੇ ਰਾਜਾ ਰਾਮ ਸਿੰਘ ਨਾਲ ਸਮਝੌਤਾ ਵੀ ਕਰਾ ਦਿੰਦੇ ਨੇ। 1669 ਦੇ ਵਿੱਚ ਉਹ ਜ਼ਿਆਦਾ ਸਮਾਂ ਇੱਥੇ ਨਹੀਂ ਠਹਿਰੇ ਅਤੇ ਵਾਪਸ ਪੰਜਾਬ ਵੱਲ ਪਰਤਦੇ ਨੇ। ਉਹਦਾ ਰੀਜ਼ਨ ਇਹ ਹੈ ਕਿ ਗੁਰੂ ਸਾਹਿਬ ਨੂੰ ਪਤਾ ਲੱਗ ਗਿਆ ਕਿ ਔਰੰਗਜ਼ੇਬ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਸਿੱਖਾਂ ਦੇ ਉੱਤੇ ਜਾਂ ਗੈਰ ਮੁਸਲਿਮ ਲੋਕਾਂ ਦੇ ਉੱਤੇ ਬਹੁਤ ਜ਼ਿਆਦਾ ਜ਼ੁਲਮ ਕਰ ਰਿਹਾ ਤੇ ਗੁਰੂ ਸਾਹਿਬ ਨੇ ਆਪਣਾ ਇਖਲਾਕੀ ਫਰਜ਼ ਸਮਝਿਆ ਕਿ ਇਸ ਸਮੇਂ ਉਹਨਾਂ ਨੂੰ ਪੰਜਾਬ ਦੇ ਵਿੱਚ ਹੋਣਾ ਚਾਹੀਦਾ। I am audible? Hello? Am I audible? Yes, sir. You are audible. Yes, sir. ਓਕੇ। ਇਸ ਸਮੇਂ ਗੁਰੂ ਸਾਹਿਬ ਜਦੋਂ ਪਤਾ ਲੱਗਾ ਤਾਂ ਉਹਨਾਂ ਨੇ ਆਪਣਾ ਇਖਲਾਕੀ ਫਰਜ਼ ਵੀ ਸਮਝਿਆ ਕਿ ਉਹਨਾਂ ਨੂੰ ਪੰਜਾਬ ਹੋਣਾ ਚਾਹੀਦਾ ਤੇ ਇਮੀਡੀਏਟਲੀ ਗੁਰੂ ਸਾਹਿਬ ਅਸਾਮ ਤੋਂ ਪੰਜਾਬ ਵੱਲ ਤੁਰਦੇ ਨੇ। ਰਸਤੇ ਦੇ ਵਿੱਚ ਉਹ ਪਟਨਾ ਵੀ ਨਹੀਂ ਰੁਕਦੇ। ਪਟਨੇ ਦੇ ਵਿੱਚ ਪਟਨਾ ਜਿਹੜਾ ਹੈਗਾ ਉਹ ਕਿਰਪਾਲ ਚੰਦ ਜੀ ਨੂੰ ਆਪਣਾ ਪਰਿਵਾਰ ਲੈਣ ਲਈ ਭੇਜ ਦਿੰਦੇ ਨੇ ਤੇ ਆਪ ਭਾਈ ਮਤੀ ਦਾ, ਸਤੀ ਦਾ ਤੇ ਭਾਈ ਦਿਆਲਾ ਨਾਲ ਦਿੱਲੀ ਵੱਲ ਰਵਾਨਾ ਹੁੰਦੇ ਨੇ। ਦਿੱਲੀ ਵੱਲ ਰਵਾਨਾ ਹੋਣ ਦਾ ਰੀਜ਼ਨ ਇਹ ਹੈ ਕਿ ਰਾਜਾ ਰਾਮ ਸਿੰਘ ਦੀ ਮਾਤਾ ਪੁਸ਼ਪਾ ਦੇਵੀ ਨੂੰ ਉਹ ਵਾਅਦਾ ਕਰਕੇ ਆਏ ਸੀ ਕਿ ਵਾਪਸੀ ਵੇਲੇ ਉਹ ਉਹਨਾਂ ਨੂੰ ਮਿਲ ਕੇ ਜਾਣਗੇ। ਪੁਸ਼ਪਾ ਦੇਵੀ ਨੂੰ ਮਿਲ ਕੇ ਉਹ ਫਿਰ ਕੁਰੂਕਸ਼ੇਤਰ ਭੇਵਾ ਆਦਿ ਹੁੰਦੇ ਹੋਏ ਲਖਨੌਰ ਪਹੁੰਚਦੇ ਨੇ। ਲਖਨੌਰ ਦੇ ਵਿੱਚ ਗੁਰੂ ਸਾਹਿਬ ਦੇ ਆਉਣ ਤੋਂ ਪਹਿਲਾਂ ਹੀ ਕਿਰਪਾਲ ਚੰਦ ਜਿਹੜਾ ਹੈਗਾ ਉਹ ਗੁਰੂ ਸਾਹਿਬ ਦੇ ਪਰਿਵਾਰ ਨੂੰ ਲੈ ਕੇ ਪਹੁੰਚ ਜਾਂਦਾ ਹੈ। ਲਖਨੌਰ ਅੰਬਾਲਾ ਦੇ ਨੇੜੇ ਹੈ ਤੇ ਇੱਥੇ ਜਦੋਂ ਗੁਰੂ ਸਾਹਿਬ ਲਖਨੌਰ ਪਹੁੰਚਦੇ ਨੇ ਤੇ ਉਹਨਾਂ ਦਾ ਪਰਿਵਾਰ ਉਹਨਾਂ ਤੋਂ ਪਹਿਲਾਂ ਪਹੁੰਚਿਆ ਹੁੰਦਾ ਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਜਾਂ ਗੋਬਿੰਦ ਰਾਏ ਆਪਾਂ ਵਰਡ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਡੈਥ ਤੋਂ ਬਾਅਦ ਉਹ ਗੁਰੂ ਬਣਦੇ ਨੇ ਤੇ ਸਿੰਘ ਖਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ ਆਉਂਦਾ ਹੈ ਗੋਬਿੰਦ ਦਾਸ ਦੀ ਦਸਤਾਰਬੰਦੀ ਉਹਦੇ ਮਾਮਾ ਕਰਦੇ ਨੇ। ਤੇ ਲਖਨੌਰ ਵਿੱਚ ਕੁਝ ਸਮਾਂ ਠਹਿਰਨ ਤੋਂ ਬਾਅਦ ਗੁਰੂ ਸਾਹਿਬ ਜਿਹੜੇ ਹੈਗੇ ਉਹ ਵੱਖ-ਵੱਖ ਸਥਾਨਾਂ ਤੋਂ ਹੁੰਦੇ ਹੋਏ ਅਨੰਦਪੁਰ ਸਾਹਿਬ ਜਾਂਦੇ ਨੇ। ਇਸ ਸਮੇਂ ਦੇ ਵਿੱਚ ਔਰੰਗਜ਼ੇਬ ਜਿਹੜਾ ਹੈਗਾ ਉਹ ਗੈਰ ਮੁਸਲਿਮ ਜਨਤਾ ਦੇ ਉੱਤੇ ਉਹ ਜਿਹੜਾ ਹੈਗਾ ਬਹੁਤ ਜ਼ਿਆਦਾ ਅਤਿਆਚਾਰ ਕਰ ਰਿਹਾ ਹੈ ਤੇ ਲੋਕ ਉਸ ਦੀ ਸਹਿਣਸ਼ੀਲਤਾ ਦੀ ਨੀਤੀ ਦੇ ਕਾਰਨ ਕਰਕੇ ਬਹੁਤ ਜ਼ਿਆਦਾ ਤੰਗ ਆਏ ਹੋਏ ਨੇ। ਦਰਅਸਲ ਔਰੰਗਜ਼ੇਬ ਇਸ ਸਮੇਂ ਦੇ ਵਿੱਚ ਲਾਲਚ ਅਤੇ ਡਰ ਦੋਵਾਂ ਢੰਗਾਂ ਦੇ ਨਾਲ ਭਾਰਤ ਦੀ ਧਰਤੀ ਜਿਹੜੀ ਹੈਗੀ ਉਸ ਨੂੰ ਦਾਰੁਲ ਇਸਲਾਮ ਬਣਾਉਣਾ ਚਾਹੁੰਦਾ ਸੀ ਅਤੇ ਲੋਕਾਂ ਨੂੰ ਇਸਲਾਮ ਧਰਮ ਚ ਕਨਵਰਟ ਕਰਨਾ ਚਾਹੁੰਦਾ ਸੀ। ਸਾਕੀ ਮੁਸਾਇਦ ਖਾਂ ਜਿਹੜਾ ਹੈਗਾ ਉਸ ਦੀ ਲਿਖਤ ਹੈ ਮੁਅੱਸਰ-ਏ-ਆਲਮਗੀਰੀ।
ਮੌਸਮ ਆਲਮਗੀਰੀ ਦੇ ਵਿੱਚ ਲਿਖਦਾ ਕਿ ਔਰੰਗਜ਼ੇਬ ਦੀ ਇਸਲਾਮ ਧਰਮ ਦਾ ਪ੍ਰਚਾਰ ਕਰਨ ਦੀ ਦਿਲੀ ਇੱਛਾ ਸੀ ਅਤੇ ਉਸ ਨੇ ਸਾਰੇ ਪ੍ਰਾਂਤਾਂ ਦੇ ਸੂਬੇਦਾਰਾਂ ਨੂੰ ਇਹ ਹੁਕਮ ਦਿੱਤਾ ਕਿ ਕਾਫਰਾਂ ਦੇ ਸਾਰੇ ਮੰਦਰ ਢਾਹ ਦਿਓ। ਤੇ ਮੁਗਲ ਕਾਲ ਦਾ ਜਿਹੜਾ ਇਸ ਸਮੇਂ ਦਾ ਇੱਕ ਹੋਰ ਪ੍ਰਸਿੱਧ ਇਤਿਹਾਸਕਾਰ ਹੋਇਆ ਖਾਫੀ ਖਾਨ, ਉਹ ਵੀ ਲਿਖਦਾ ਹੈ ਮੁਤਖਬ ਉਲ ਲੁਬਾਬ ਦੇ ਵਿੱਚ ਕਿ ਔਰੰਗਜ਼ੇਬ ਦੀ ਜਿਹੜੀ ਧਾਰਮਿਕ ਸਹਿਣਸ਼ੀਲਤਾ ਬਾਰੇ ਇਹ ਕਾਫਰਾਂ ਦਾ ਫਿਰਕਾ ਹੈ ਜਿਸ ਨੂੰ ਲੋਕ ਗੁਰੂ ਜਾਂ ਸਿੱਖ ਆਖਦੇ ਹਨ। ਉਹਨਾਂ ਦਾ ਆਗੂ ਜੋ ਫਕੀਰ ਪੁਸ਼ਾਕ ਪਹਿਨਦਾ ਹੈ ਲਾਹੌਰ ਦੇ ਨੇੜੇ ਕਿਤੇ ਟਿਕਾਣਾ ਬਣਾ ਕੇ ਰਹਿੰਦਾ ਹੈ। ਪਿਛਲੇ ਕਾਫੀ ਸਮੇਂ ਤੋਂ ਉਸ ਨੇ ਸਭ ਨਗਰਾਂ ਅਤੇ ਘਣੀ ਵਸੋਂ ਵਾਲੇ ਇਲਾਕਿਆਂ ਵਿੱਚ ਧਰਮਸ਼ਾਲਾਵਾਂ ਜਾਂ ਗੁਰਦੁਆਰੇ ਸਾਰੇ ਅਤੇ ਹਰ ਧਰਮਸ਼ਾਲਾ ਵਿੱਚ ਆਪਣਾ ਪ੍ਰਤੀਨਿਧ ਸਥਾਪਿਤ ਕਰ ਦਿੰਦਾ ਹੈ। ਜਦੋਂ ਇਸ ਫਿਰਕੇ ਦਾ ਕੋਈ ਅਨੁਯਾਈ ਚੜਾਵਾ ਪੇਸ਼ ਕਰਦਾ ਹੈ ਤਾਂ ਉਹ ਪ੍ਰਤੀਨਿਧ ਜਾਂ ਮਸੰਦ ਆਪਣੇ ਗੁਜ਼ਾਰੇ ਲਈ ਚੌਖਾ ਰੱਖ ਕੇ ਬਾਕੀ ਭੇਟ ਦਿਆਂਤਦਾਰੀ ਨਾਲ ਆਪਣੇ ਗੁਰੂ ਤੱਕ ਪਹੁੰਚਾ ਦਿੰਦਾ ਹੈ। ਇਸ ਫਿਰਕੇ ਵਿੱਚ ਪੰਜਾਬ ਦੇ ਜੱਟ ਖੱਤਰੀ ਅਤੇ ਕੁਝ ਹੋਰ ਕਾਫਿਰ ਅੱਧੇ ਕਬੀਲੇ ਵੀ ਹਨ। ਜਦੋਂ ਔਰੰਗਜ਼ੇਬ ਨੂੰ ਇਹਨਾਂ ਗੱਲਾਂ ਦਾ ਪਤਾ ਲੱਗਾ ਤਾਂ ਉਸਨੇ ਸ਼ਾਹੀ ਫਰਮਾਨ ਦੁਆਰਾ ਸਾਰੇ ਮਸੰਦਾਂ ਨੂੰ ਬਾਹਰ ਕੱਢ ਕੇ ਗੁਰਦੁਆਰਿਆਂ ਨੂੰ ਢਾਹ ਦੇਣ ਦਾ ਹੁਕਮ ਜਾਰੀ ਕੀਤਾ। ਸਰ ਜਾਦੂ ਨਾਥ ਸਰਕਾਰ ਜਿਹੜਾ ਹੈ ਜਿਸ ਨੇ ਵੀ ਕਾਫੀ ਕੁਝ ਲਿਖਿਆ, ਦਾ ਫਾਲ ਆਫ ਦਾ ਮੁਗਲਸ ਜਿਹੜੀ ਹੈਗੀ ਬੁੱਕ, ਉਹਦੀ ਬਹੁਤ ਇੰਪੋਰਟੈਂਟ ਬੁੱਕ ਆ। ਉਹਦੇ ਵਿੱਚ ਸਰ ਜਾਦੂ ਨਾਥ ਸਰਕਾਰ ਵੀ ਲਿਖਦਾ ਕਿ ਔਰੰਗਜ਼ੇਬ ਜਿਹੜਾ ਸੀ ਉਸ ਨੇ ਹਿੰਦੂ ਵਪਾਰੀ ਜਿਹੜੇ ਸੀ ਉਹਨਾਂ ਉੱਤੇ 5% ਟੈਕਸ ਲਗਾ ਦਿੱਤਾ ਗਿਆ ਸੀਗਾ ਵਪਾਰ ਕਰਨ ਲਈ, ਜਦੋਂ ਚੁੰਗੀ ਟੈਕਸ ਤੇ ਹੋਰ ਦੂਸਰੇ ਟੈਕਸ ਦੇਣੇ ਪੈਂਦੇ ਸੀ, ਜਦੋਂ ਕਿ ਇਸ ਦੇ ਮੁਕਾਬਲੇ ਜਿਹੜੇ ਮੁਸਲਿਮ ਸੀ ਉਹਨਾਂ ਨੂੰ 2.5% ਦੇਣਾ ਪੈਂਦਾ ਸੀ। ਲੇਟਰ ਔਨ ਜਿਹੜੇ ਮੁਸਲਿਮ ਸੀ ਉਹਨਾਂ ਦਾ 2.5% ਵੀ ਖਤਮ ਕਰ ਦਿੱਤਾ, ਲੇਕਿਨ ਜਿਹੜੇ ਹਿੰਦੂ ਸੀ ਜਾਂ ਗੈਰ ਮੁਸਲਿਮ ਵਪਾਰੀ ਸੀ ਉਹਨਾਂ ਉੱਤੇ 5% ਟੈਕਸ ਹੁੰਦਾ ਸੀ। ਫਿਰ ਜਿਹੜੇ ਔਰੰਗਜ਼ੇਬ ਜਿਹੜਾ ਸੀ ਉਹਨਾਂ ਨੇ ਮੰਦਰ ਢਾਉਣੇ ਸ਼ੁਰੂ ਕਰ ਦਿੱਤੇ ਤੇ ਇਸਲਾਮ ਦਾ ਪ੍ਰਚਾਰ ਜਿਹੜਾ ਸੀ ਉਹ ਕਰਨ ਲੱਗਾ, ਜਿਸ ਨਾਲ ਉਸ ਸਮੇਂ ਦੇ ਹਿੰਦੂ ਜਨਤਾ ਜਿਹੜੀ ਸੀ ਉਹ ਦੁਖੀ ਸੀ। ਸੁਖਾ ਸਿੰਘ ਜਿਹੜਾ ਹੈਗਾ ਉਹ ਵੀ ਆਪਣੀ ਲਿਖਤ ਦੇ ਵਿੱਚ ਇਸ ਬਾਰੇ ਸਾਨੂੰ ਦੱਸਦਾ ਹੈ। ਡਾਕਟਰ ਰਾਧਾ ਕ੍ਰਿਸ਼ਨ ਜਿਹੜੇ ਹੈਗੇ ਉਹ ਵੀ ਕਹਿੰਦੇ ਨੇ ਕਿ ਜਦੋਂ ਅੱਤ ਦੀ ਨਿਰਾਸ਼ਾ ਸਮੇਂ ਕਿਸੇ ਸਭਿਅਤਾ ਦਾ ਲੱਕ ਟੁੱਟ ਜਾਂਦਾ ਹੈ ਤਾਂ ਉਸ ਮਨ ਨੂੰ ਸਮਕਾਲੀ ਜੀਵਨ ਯੁੱਗ ਦੀ ਅਪੂਰਨਤਾ ਅਤੇ ਉਸਦੀਆਂ ਬੁਨਿਆਦਾਂ ਦੇ ਧਰਾਤਲ ਬਦਲਣ ਲਈ ਸੋਚਣ ਬਾਰੇ ਕਾਲ ਕਰਦੀ ਹੈ ਤਾਂ ਕਈ ਰੂਹ ਵਾਲੀਆਂ ਮਹਾਨ ਤਹਿਰੀਕਾਂ ਖੂਬਾਂ ਵਾਂਗ ਉੱਭਰ ਆਉਂਦੀਆਂ ਨੇ। ਤੇ ਉਹ ਮੀਨਸ ਕਿ ਗੁਰੂ ਇਸ ਸਮੇਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਸੀ ਉਹਨਾਂ ਨੇ ਇਹਨਾਂ ਦਾ ਹੱਥ ਫੜਿਆ। ਅਸਲ ਦੇ ਵਿੱਚ ਉਸ ਸਮੇਂ ਦੀ ਜਿਹੜੀ ਮੁਗਲ ਹਕੂਮਤ ਸੀ ਉਹ ਅੰਦਰੋਂ ਅੰਦਰ ਹੀ ਖੋਖਲੀ ਹੁੰਦੀ ਜਾ ਰਹੀ ਸੀ। ਹਰ ਸੁਤੰਤਰ ਵਿਚਾਰਾਂ ਵਾਲਾ ਵਿਅਕਤੀ ਤੋਂ ਹਕੂਮਤ ਨੂੰ ਬਗਾਵਤ ਦੀ ਗੰਧ ਆਉਂਦੀ ਸੀ। ਜੋ ਆਜ਼ਾਦ ਖਿਆਲ ਕਾਰਨ ਕੱਟੜ ਨਹੀਂ ਸੀ, ਉਸ ਸਮੇਂ ਹਿੰਦੂ ਤੇ ਨਹੀਂ ਸਗੋਂ ਸ਼ੀਆ ਮੁਸਲਮਾਨ ਜਿਹੜੇ, ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕਰਕੇ ਹਟਿਆ ਸੀ ਸ਼ੁਰੂ ਦੇ ਵਿੱਚ, ਆਪਾਂ ਇਸ਼ਾਰਾ ਦੇ ਗਿਆ ਸੀ ਸਰਮਦ ਜਿਹੜਾ ਸੀ ਉਹ ਇੱਕ ਸੂਫੀ ਫਕੀਰ ਸੀ, ਮੁਸਲਿਮ ਸੀ, ਸ਼ੀਆ ਸੀ ਤੇ ਸੂਫੀ ਸੀਗਾ, ਰੁਬਾਈਆਂ ਗਾਉਂਦਾ ਸੀ, ਬੜਾ ਹੀ ਸਾਦਗੀ ਭਰਿਆ ਜੀਵਨ ਬਤੀਤ ਕਰਦਾ ਸੀ। ਪਰ ਉਸ ਦੇ ਰੁਬਾਈਆਂ ਗਾਉਣ, ਉਸ ਦਾ ਸੂਫੀ ਹੋਣਾ ਜਿਹੜਾ ਸੀ ਉਹ ਔਰੰਗਜ਼ੇਬ ਨੂੰ ਪਸੰਦ ਨਹੀਂ ਸੀ, ਜਿਸ ਕਰਕੇ ਔਰੰਗਜ਼ੇਬ ਨੇ ਸਰਮਦ ਨੂੰ ਵੀ ਕਤਲ ਕਰਵਾ ਦਿੱਤਾ ਸੀ ਤੇ ਉਸ ਦਾ ਫਤਵਾ ਜਿਹੜਾ ਸੀ ਉਹ ਪੜਾ ਕੇ ਉਸ ਨੂੰ ਕਤਲ ਕਰਵਾ ਦਿੱਤਾ। ਤੇ ਅਜਿਹੇ ਜੁਰਮਾਂ ਕਾਰਨ ਜਿਹੜਾ ਪੰਜਾਬ ਅਤੇ ਕਸ਼ਮੀਰ ਦੇ ਵਿੱਚ ਹਾਹਾਕਾਰ ਮਚੀ ਹੋਈ ਸੀ। ਤੇ ਇਸ ਸਮੇਂ ਦੇ ਵਿੱਚ ਕਸ਼ਮੀਰ ਦੇ ਵਿੱਚ ਹੁਣ ਇਫਤਖਾਰ ਖਾਂ, ਕਈ ਥਾਵਾਂ ਦੇ ਉੱਤੇ ਦੇ ਨਾਂ ਜਿਹੜੇ ਹੈਗੇ ਅਫਗਾਨ ਖਾਂ ਹੋਰ ਵੀ ਲਿਖੇ ਨੇ, ਪਰ ਇਫਤਖਾਰ ਖਾਂ ਜ਼ਿਆਦਾ ਜਿਹੜਾ ਹੈਗਾ ਉਹ ਮੰਨਿਆ ਜਾਂਦਾ ਹੈ। 1671 ਤੋਂ ਲੈ ਕੇ 75 ਤੱਕ ਦਾ ਜਿਹੜਾ ਇਹਦਾ ਸਮਾਂ ਹੈ ਗਵਰਨਰ ਦਾ ਕਸ਼ਮੀਰ ਦੇ ਵਿੱਚ, ਤੇ ਇਸ ਨੇ ਕਸ਼ਮੀਰੀ ਪੰਡਤਾਂ ਉੱਤੇ ਜ਼ਬਰ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਜ਼ਬਰ ਜ਼ੁਲਮ ਇੰਨਾ ਵੱਧ ਗਿਆ ਤਾਂ ਕਿਰਪਾ ਰਾਮ ਦੀ ਅਗਵਾਈ ਹੇਠ ਕੁਝ ਪੰਡਤ ਜਿਹੜੇ ਕਸ਼ਮੀਰੀ ਪੰਡਤ ਜਿਹੜੇ ਸੀ ਉਹ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਏ। ਅੱਜ ਤੋਂ ਕੁਝ ਸਮਾਂ ਪਹਿਲਾਂ ਅਨੰਦਪੁਰ ਸਾਹਿਬ ਜੇ ਤੁਹਾਡੇ ਚ ਗਏ ਹੋਵੇ ਤਾਂ ਤੁਸੀਂ ਦੇਖੋ, ਇੱਕ ਤਾਂ ਮੇਨ ਗੁਰਦੁਆਰਾ ਸਾਹਿਬ ਜਿਸ ਨੂੰ ਕੇਸਗੜ੍ਹ ਕਹਿੰਦੇ, ਇੱਕ ਉਹ ਬਾਜ਼ਾਰ ਆ, ਬਾਜ਼ਾਰ ਦੇ ਵਿੱਚ ਦੀ ਇੱਕ ਛੋਟੀ ਗਲੀ ਜਾਂਦੀ ਆ, ਉਹ ਉੱਥੇ ਗੁਰਦੁਆਰਾ ਜਿੱਥੇ ਗੁਰੂ ਸਾਹਿਬ ਦੀ ਰਿਹਾਇਸ਼ ਸੀ ਤੇ ਜਿੱਥੇ ਗੁਰੂ ਸਾਹਿਬ ਨੂੰ ਇਹ ਕਸ਼ਮੀਰੀ ਪੰਡਤ ਜਿਹੜੇ ਸੀ ਉਹ ਮਿਲੇ। ਉੱਥੇ ਇੱਕ ਪੱਟੀ ਲੱਗੀ ਹੁੰਦੀ ਸੀ, ਇੱਕ ਬੋਰਡ ਲੱਗਾ ਜਿੱਥੇ ਉਹ ਇਬਾਰਤ ਲਿਖੀ ਹੋਈ ਸੀ ਕਿ ਗੁਰੂ ਸਾਹਿਬ ਜਿਹੜੇ ਕਿਰਪਾ ਰਾਮ ਪੰਡਤ ਜਿਹੜਾ ਗੁਰੂ ਸਾਹਿਬ ਕੋਲ ਆਇਆ ਤੇ ਬੇਨਤੀ ਕੀਤੀ ਕਿ ਸਾਡੀ ਰੱਖਿਆ ਕਰੋ, ਠੀਕ ਹੈ। ਪਰ ਉਹ ਫੱਟੀ ਹੁਣ ਨਹੀਂ ਮਿਲਦੀ, ਮੈਂ ਕਈ ਲੱਭਣ ਦੀ ਕੋਸ਼ਿਸ਼ ਵੀ ਕੀਤੀ। ਉਹ ਲਿਖਿਆ ਕੀ ਹੈ कि भाई कृपाराम बेटा अड़ूराम का पोता, नारायण दास का पोता, ब्रह्मदास का वंश ठाकर, दास की दत्त गोत्रा मजैल ब्राह्मण, बासी पटन में देश कश्मीर संगत 1732 जेठ मासे सुधी एकादशी के दी
खेड़स ब्राह्मणों गैल ग्राम तक नानकी परगना कहलूर गुरु तेग बहादुर जी मोहल्ला नामा के दरबार आए फरियादी हुआ। गुरु जी ने इसे तेज दई वचन हुआ तुसा की रक्षा बाबा नानक जी करेगा। मीन ते इस दी गवाही सेवा सिंह भट्ट जिहड़ा हैगा शहीद विलास भाई बनी सिंह दे विच भी कीती हुई है कि वो गुरु साहब कोल पंडित जिहड़े हैगे वो आए ते गुरु साहब ने कहा कि उन्हां दी परमात्मा रखिया करो, गुरु रखिया करो। जिन्ने भी सानू हुक्मनामे मिलते हैं उहदे विच खालसा जी संगत जी रब राखा गुरु राखा इदां दे शब्द सानू मिलते हैं। गुरु साहब ने महसूस किया जो कश्मीरी पंडित जिहड़े हैगे वो आए उन्होंने गलबात सुनी तो उन्होंने इस गल तो समझ गए कि इन्हां लोकां दी रक्षा दे लई हुण बलिदान की लोड़ है। ते इस समय वो साखी सानू मिलती है कि गुरु अपना गोबिंद नायक किवें आउंदे ने 9 साल की उन्होंने उम्र है वो सारी वार्तालाप गुरु साहब होंदी है। मैं स्किप करता क्योंकि सारिਆਂ ਨੂੰ इस गल बारे पता ही है। ते अंत गुरु साहब जिहड़े गुरु तेग बहादुर जिहड़े हैगे वो पंडित नूं कहंदे ने कि औरंगजेब नूं कह दिओ कि जे तेग बहादुर जिहड़े हैगे ਉਹ ਹਿੰਦੂ ਧਰਮ ਸਵੀਕਾਰ ਕਰ ਲੈਣਗੇ ਤਾਂ ਅਸੀਂ ਵੀ ਹਿੰਦੂ ਸੌਰੀ ਜੇ ਮੁਸਲਿਮ ਧਰਮ ਸਵੀਕਾਰ ਕਰ ਲੈਣਗੇ ਤਾਂ ਅਸੀਂ ਵੀ ਮੁਸਲਿਮ ਹੋ ਜਾਵਾਂਗੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਦਰਜ ਵੀ ਆ ਬਾਤ ਚੁੱਕਣ ਬੰਧਨ ਪਰ ਹੈ ਕੁਛ ਨਾ ਹੇਤ ਉਪਰ ਭਾਵ ਬਿਰਤਾ ਦਾ ਸੰਕੇਤ ਜਿਹੜਾ ਹੈਗਾ ਮਿਲਦਾ। ਭਾਈ ਸੰਤੋਖ ਸਿੰਘ ਗਿਆਨੀ ਗਿਆਨ ਸਿੰਘ ਜਿਹੜਾ ਹੈਗਾ ਉਹਨਾਂ ਦਾ ਮਤ ਹੈ ਕਿ ਗੁਰੂ ਸਾਹਿਬ ਜਿਹੜਾ ਹੈ ਇਸ ਤੋਂ ਬਾਅਦ ਗੁਰੂ ਸਾਹਿਬ ਚੱਲ ਪੈਂਦੇ ਨੇ ਤੇ ਇਹਨਾਂ ਸੰਤੋਖ ਸਿੰਘ ਗਿਆਨੀ ਗਿਆਨ ਸਿੰਘ ਆਗਰੇ ਦਾ ਨਾਮ ਲੈਂਦੇ ਨੇ ਕਿ ਗੁਰੂ ਸਾਹਿਬ ਨੂੰ ਆਗਰੇ ਤੋਂ ਜਿਹੜਾ ਹੈਗਾ ਉਹ ਅਰੈਸਟ ਹੁੰਦਾ ਹੈ। ਭਾਈ ਕੋਇਰ ਸਿੰਘ ਸੁੱਖਾ ਸਿੰਘ ਦਿੱਲੀ ਦਾ ਜ਼ਿਕਰ ਕਰਦੇ ਨੇ ਪਰ ਸਰੂਪਦਾਸ ਭੱਲਾ ਜਿਹੜਾ ਹੈਗਾ ਉਹ ਧਮਧਾਨ ਦਾ ਜ਼ਿਕਰ ਕਰਦਾ ਪਰ ਇੱਥੇ ਉਹ ਗਲਤ ਹੈ ਵੀ ਧਮਧਾਨ ਉਹਨਾਂ ਦੀ ਪਹਿਲੀ ਕੇਸਰ ਸਿੰਘ ਛਿੱਬੜ ਜਿਹੜਾ ਹੈਗਾ ਉਹ ਕਹਿੰਦਾ ਕਿ ਰੋਪੜ ਦੇ ਕੋਲ ਮਲਕਪੁਰ ਰੰਗੜਾ ਨਾਮੀ ਸਥਾਨ ਜਿਹੜਾ ਹੈਗਾ ਉਹ ਸੰਕੇਤ ਦਿੰਦਾ ਤੇ ਭੱਟ ਵਈਆਂ ਦੇ ਵਿੱਚ ਵੀ ਜਿਹੜਾ ਹੈ ਕੇਸਰ ਸਿੰਘ ਦਾ ਜਿਹੜਾ ਮੱਤ ਹੈਗਾ ਉਹਨੂੰ ਮੰਨਿਆ ਜਾਂਦਾ। ਅੰਤ ਗੁਰੂ ਸਾਹਿਬ ਨੂੰ ਜਿਹੜਾ ਔਰੰਗਜ਼ੇਬ ਨੇ ਲਾਹੌਰ ਦੇ ਗਵਰਨਰ ਨੂੰ ਭੇਜਿਆ ਗ੍ਰਿਫਤਾਰੀ ਦਾ ਹੁਕਮ ਭੇਜਿਆ ਤੇ ਉਸ ਨੇ ਸਰਹੰਦ ਦੇ ਫੌਜਦਾਰ ਦਿਲਾਵਰ ਖਾਨ ਨੂੰ ਕਿਹਾ ਤੇ ਅੰਤ ਪਰ ਇਹ ਸਾਰੀ ਜਿਹੜੀ ਗੱਲਬਾਤ ਗੁਪਤ ਰੱਖੀ ਗਈ। गिरफ्तारी की गल आम लोगों तक नहीं पहुंचाई कि उन्होंने डर से कि किते बगावत ना हो जाए क्योंकि इस समय पंजाब दे विच भी बगावतां करदियां ने ते दूसरे पास सतनामी ते होर भी बगावतां कर रहे ते अंत दे विच गुरु साहब जिहड़े हैगे उन्हां नूं रंगड़ तो अपना मलकपुर रंगड़ा तो गुरु साहब नूं गिरफ्तार कर लैंदा ते उन्हां नूं दिल्ली लिजाया जाता है। डिफरेंट प्लेसिस तो होंदे हुए जो गुरु साहब इत्थे पहुंचदे ने मैं स्किप करदा कि किवें भट्ट वईयां जिहड़ियां हैगियां ओह इन्हां दी गल करदे ने क्योंकि टाइम बहुत ज़्यादा हो जाऊगा ते अंत 11 नवंबर 1673 ਨੂੰ ਗੁਰੂ ਸਾਹਿਬ ਨੂੰ ਮੌਤ ਦਾ ਖੌਫ ਦੇਣ ਦੇ ਲਈ ਜਿਹੜੇ ਭਾਈ ਮਤੀਦਾਸ ਨੂੰ ਆਰੇ ਦੇ ਵਿੱਚ ਭਾਈ ਦਿਆਲਾ ਨੂੰ ਉਬਲ ਦੀ ਤੇਗ ਦੇ ਵਿੱਚ ਵੰਡਿਆ ਜਾਂਦਾ ਭਾਈ ਸਤੀਦਾਸ ਨੂੰ ਤੇ ਸਰੀਰ ਦੇ ਜ਼ਰੂਰ ਭੇਟ ਕੇ ਉਹਨਾਂ ਨੂੰ ਜਿਉਂਦਿਆਂ ਸਾੜਤਾ ਜਾਂਦਾ ਹੈ ਤਾਂ ਪਰ ਗੁਰੂ ਸਾਹਿਬ ਜਿਹੜੇ ਤੇ ਉਹਨਾਂ ਜਿਹੜੇ ਸਿੱਖ ਸੀਗੇ ਉਹ ਅਡੋਲ ਰਹਿੰਦੇ ਨੇ अपना स्वास त्याग देंदे ने लेकिन गुरु साहब का साथ नहीं छड्डदे। अंत गुरु साहब नूं भी इस्लाम धर्म कबूल करने लई कहा जाता है पर गुरु ते उन्हां नूं ते दबाव पाया जाता है कि करामात दिखाण पर सिख सिद्धांत दे विच करामात दिखाउणा नहीं है ते अंत दे विच क्योंकि करामात दिखाउणा गुरमत दे खिलाफ मन्निया गया। अंत औरंगजेब के हुक्म दे नाल ही गुरु साहब ਨੂੰ 11 ਨਵੰਬਰ 1675 ਨੂੰ ਚਾਂਦਨੀ ਚੌਂਕ ਵਿੱਚ ਸਮਾਣਾ ਦੇ ਜਲਾਲੂਦੀਨ ਜਿਹੜਾ ਜਲਾਦ ਹੈਗਾ ਉਹਦੇ ਰਾਹੀਂ ਸ਼ਹੀਦ ਕਰ ਦਿੱਤਾ ਤੇ ਬਾਅਦ ਵਿੱਚ ਇਸ ਥਾਂ ਦੇ ਉੱਤੇ ਗੁਰਦੁਆਰਾ ਸ਼ੀਸ਼ਗੰਜ ਬਣਦਾ ਹੈ। 1790 ਦੇ ਵਿੱਚ ਸਰਦਾਰ ਭਗੇਲ ਸਿੰਘ ਕਰੋੜ ਸਿੰਘੀਆ ਦੁਆਰਾ ਇਹ ਗੁਰਦੁਆਰਾ ਜਿਹੜਾ ਹੈਗਾ ਉਹ ਬਣਾਇਆ ਜਾਂਦਾ। ਇੱਥੇ ਮੈਂ ਇੱਕ ਗੱਲ ਕਹੂੰਗਾ ਔਰੰਗਜ਼ੇਬ ਦਾ ਹੁਕਮ ਸੀ ਪਰ ਔਰੰਗਜ਼ੇਬ ਇਸ ਸਮੇਂ ਇੱਥੇ ਨਹੀਂ ਸੀਗਾ। ਇਹ ਵੀ ਇਤਿਹਾਸਕਾਰਾਂ ਦੇ ਵਿੱਚ ਭੁਲੇਖਾ है कि औरंगजेब उस समय से गुरु साहब नाल वार्तालाप हुंदा है ये वो ये बिल्कुल गलत है। औरंगजेब इत्थे नहीं हैगा लेकिन जो कुछ हुंदा औरंगजेब दी मर्जी नाल उसदे हुक्म नाल ही होया इहदे विच कोई दो रावा नहीं क्योंकि आम लोग जिहड़े हैगे ਉਹ एडा वड्डा कदम नहीं उठा सकते आम अधिकारी एडा वड्डा कदम नहीं उठा सकते। बेशक गुरु साहब ਦਾ ਜਿਹੜਾ ਫੈਸਲਾ ਹਿੰਦੂ ਧਰਮ ਦੇ ਬਚਾਅ ਦੇ ਲਈ ਸੀਗਾ
ਤੇ ਉਹਨਾਂ ਦਾ ਜਿਹੜਾ ਸੰਬੰਧ ਸਾਰੀ ਗੈਰ ਮੁਸਲਿਮ ਪ੍ਰਜਾ ਦੀ ਧਾਰਮਿਕ ਆਜ਼ਾਦੀ ਤੇ ਮਾਨਵੀ ਅਧਿਕਾਰ ਨਾਲ ਜੁੜਿਆ ਹੋਇਆ ਸੀ ਤੇ ਗੁਰੂ ਸਾਹਿਬ ਦਾ ਇਹ ਫੈਸਲਾ ਜ਼ਮੀਰ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਤੇ ਰਾਜਸੱਤਾ ਨੂੰ ਕਿਸੇ ਦੇਸ਼ ਵਿੱਚ ਕਿਸੇ ਪ੍ਰਕਾਰ ਦੀ ਦਖਲਅੰਦਾਜ਼ੀ ਨੂੰ ਰੋਕਣ ਤੇ ਦ੍ਰਿੜ ਸੰਕਲਪ ਨੂੰ ਪ੍ਰਭਾਵਿਤ ਕਰਦਾ ਹੈ। ਦੂਸਰੀ ਗੱਲ ਜਿਹੜੀ ਹੈਗੀ ਹੈ ਇਸ ਸਮੇਂ ਦੀ ਇੰਪੋਰਟੈਂਟ, ਜੇ ਔਰੰਗਜ਼ੇਬ ਆਪਣੀ ਇਸ ਗੱਲ ਦੇ ਵਿੱਚ ਸਫਲ ਹੋ ਜਾਂਦਾ ਤਾਂ ਯੂਨੈਟਰੀ ਟਾਈਪ ਸੋਸਾਇਟੀ ਬਣ ਜਾਣੀ ਸੀ, ਇੱਕ ਰੂਪਤਾ ਸੋਸਾਇਟੀ ਬਣ ਜਾਣੀ ਸੀ। ਅੱਜ ਜਿਹੜੀ ਅਸੀਂ ਪਲੂਰਲ ਕਰੈਕਟਰਸ ਆਫ ਸੋਸਾਇਟੀ ਦੇਖਦੇ ਹਾਂ ਕਿ ਵੰਨ-ਸੁਵੰਨਤਾ ਦੇਖਦੇ ਹਾਂ, ਜਿਸ ਨੂੰ ਅਸੀਂ ਆਮ ਸ਼ਬਦਾਂ ਦੇ ਵਿੱਚ ਮੈਂ ਕਹਾਂ ਕਿ ਬਹੁ-ਵਿਧੀ ਸਮਾਜਿਕ ਸਭਿਅਤਾ ਵਿਵਸਥਾ ਦੇਖਦੇ ਹਾਂ, ਉਹ ਨਾ ਹੁੰਦੀ ਜੇ ਦਾਰੁਲ ਇਸਲਾਮ ਬਣ ਜਾਂਦਾ। ਤੇ ਗੁਰੂ ਸਾਹਿਬ ਦੀ ਸ਼ਹਾਦਤ ਨੇ ਜਿੱਥੇ ਸੁਤੰਤਰਤਾ, ਸਮਾਨਤਾ, ਭਾਈਚਾਰਾ ਦੀ ਭਾਵ ਸਾਂਝੀਵਾਲਤਾ ਦੀ ਜੇ ਉਦਾਹਰਨ ਜਿਹੜੀ ਦਿੱਤੀ, ਉੱਥੇ ਉਹਨਾਂ ਨੇ ਭਾਰਤੀ ਵੰਨ-ਸੁਵੰਨਤਾ, ਕਲਚਰਲ ਡਾਈਵਰਸਿਟੀ ਨੂੰ ਬਚਾਇਆ। ਅਦਰਵਾਈਜ਼ ਇਹ ਕਲਚਰਲ ਡਾਈਵਰਸਿਟੀ ਸਾਨੂੰ ਦੇਖਣ ਨੂੰ ਨਾ ਮਿਲਦੀ ਜੇ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਸ਼ਹੀਦੀ ਨਾ ਦਿੰਦੇ। ਤੇ ਆਪਣੀ ਯਾਤਰਾਵਾਂ ਦੇ ਦੌਰਾਨ ਵੀ ਗੁਰੂ ਤੇਗ ਬਹਾਦਰ ਜਿਹੜੇ ਸੀ ਉਹਨਾਂ ਨੇ ਚੰਗੀ ਜੀਵਨ ਜਾਚ ਜਿਹੜੀ ਹੈਗੀ ਉਹ ਦਿੱਤੀ। ਤੇ ਅਸੀਂ ਇਹਨੂੰ ਸਿੰਪਲ ਗੱਲ ਦੇ ਵਿੱਚ ਕਹੀਏ ਕਿ ਬੇਸ਼ੱਕ ਗੁਰੂ ਸਾਹਿਬ ਜਿਹੜੇ ਸੀ ਉਹ ਜਨੇਊ ਦੇ ਵਿੱਚ ਵਿਸ਼ਵਾਸ ਨਹੀਂ ਸੀ ਰੱਖਦੇ, ਪਰ ਉਹ ਇਹ ਵੀ ਨਹੀਂ ਸੀ ਚਾਹੁੰਦੇ ਕਿ ਉਹ ਜਨੇਊ ਧੱਕੇ ਨਾਲ ਉਤਾਰਿਆ ਜਾਵੇ। ਉਹ ਸੁਤੰਤਰਤਾ ਦੇ ਵਿੱਚ ਵਿਸ਼ਵਾਸ ਰੱਖਦੇ ਸੀ, ਧਾਰਮਿਕ ਸੁਤੰਤਰਤਾ ਦੇ ਵਿੱਚ ਵਿਸ਼ਵਾਸ ਰੱਖਦੇ ਸੀ। ਉਹ ਡਰਨ ਵਾਲੇ ਨੂੰ ਕਾਇਰ ਤੇ ਡਰਾਉਣ ਵਾਲੇ ਨੂੰ ਜ਼ਾਬਰ ਸਮਝਦੇ ਸੀ। ਤੇ ਇਸੇ ਕਰਕੇ ਉਹਨਾਂ ਨੇ ਤਿਲਕ ਅਤੇ ਜ਼ੰਜੂ ਦੀ ਰੱਖਿਆ ਦੇ ਲਈ ਆਪਣਾ ਬਲੀਦਾਨ ਦਿੱਤਾ। ਤੇ ਇਸੇ ਕਰਕੇ ਉਹਨਾਂ ਦੇ ਇਸ ਬਲੀਦਾਨ ਕਰਕੇ ਧਾਰਮਿਕ ਸੁਤੰਤਰਤਾ, ਸਮਾਨਤਾ ਜਿਹੜਾ ਸੀ ਜੋ ਉਹਨਾਂ ਨੇ ਦੇ ਲਈ ਉਦਾਸੀਆਂ ਕੀਤੀਆਂ ਸੀ, ਉਸ ਨੂੰ ਬਚਾ ਲਿਆ। ਜੋ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਮਝਾਇਆ ਸੀ, ਸੁਤੰਤਰਤਾ, ਸਮਾਨਤਾ, ਭਾਈਚਾਰਾ, ਲੰਗਰ, ਸੰਗਤ ਤੇ ਪੰਗਤ, ਤਿੰਨ ਥੰਮ ਜਿਹੜੇ ਸਾਨੂੰ ਦਿੱਤੇ ਸੀ, ਉਹਨਾਂ ਨੂੰ ਬਚਾਉਣ ਵਾਸਤੇ ਹੀ ਗੁਰੂ ਸਾਹਿਬ ਜਿਹੜੇ ਸੀ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ। ਮੈਂ ਫਿਰ ਇਹ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੂੰਗਾ, ਜਿਵੇਂ ਬਾਅਦ ਦੇ ਵਿੱਚ ਗੁਰੂ ਗੋਬਿੰਦ ਸਿੰਘ ਵੀ ਜਿਹੜੇ ਹੈਗੇ ਉਹ ਬਚਿੱਤਰ ਨਾਟਕ ਦੇ ਵਿੱਚ ਲਿਖਦੇ ਨੇ, ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਪੜੋ ਕਲੂ ਮੈਂ ਸਾਕਾ। ਭਾਵ ਬੇਸ਼ੱਕ ਗੁਰੂ ਸਾਹਿਬ ਇਹਨਾਂ ਰੌਹ ਰੀਤਾਂ ਦੇ ਵਿੱਚ ਵਿਸ਼ਵਾਸ ਨਹੀਂ ਸੀ ਰੱਖਦੇ, ਪਰ ਉਹਨਾਂ ਨੇ ਇਹਨਾਂ ਰੌਹ ਰੀਤਾਂ ਨੂੰ ਜ਼ਬਰਦਸਤੀ ਖਤਮ ਕਰਨ ਤੋਂ ਰੋਕਣ ਦੇ ਲਈ ਆਪਣਾ ਬਲੀਦਾਨ ਦਿੱਤਾ। ਇਸੇ ਕਰਕੇ ਉਹਨਾਂ ਨੂੰ ਹਿੰਦ ਦੀ ਚਾਦਰ ਜਿਹੜਾ ਹੈਗਾ ਉਹ ਕਿਹਾ ਜਾਂਦਾ ਹੈ। ਦੂਸਰਾ, ਮੇਰੇ ਖਿਆਲ ਦੇ ਵਿੱਚ ਕਾਫੀ ਲੰਬਾ ਹੋ ਗਿਆ ਤੇ ਮੈਂ ਇਸ ਦਾ ਦੂਸਰਾ ਪਾਰਟ ਜਿਹੜਾ ਹੈਗਾ ਤੁਹਾਡੇ ਨਾਲ ਸ਼ੇਅਰ ਕਰਾਂ, ਜਿਹੜਾ ਕਿ ਜ਼ਿਆਦਾ ਉਹ ਵੀ ਬਹੁਤ ਹੀ ਇੰਪੋਰਟੈਂਟ ਆ। ਜੇ ਜ਼ਿਆਦਾ ਟਾਈਮ ਲੱਗਦਾ ਮੈਂ ਸਿਰਫ 10 ਮਿੰਟ ਦੇ ਵਿੱਚ ਹੀ ਆਪਣੀ ਗੱਲ ਜਿਹੜੀ ਹੈਗੀ ਉਹ ਖਤਮ ਕਰ ਦਿੰਦਾ। ਜਿੱਥੇ ਦੂਸਰਾ ਪਾਰਟ ਅਸੀਂ ਗੱਲ ਕਰਦੇ ਹਾਂ ਸ਼ਹਾਦਤ ਦੀ, ਗੁਰੂ ਸਾਹਿਬ ਦੀ। ਸਿੱਖ ਧਰਮ ਦੀ ਇਹ ਇੱਕ ਅਦੁੱਤੀ ਦੇਣ ਆ ਕਿ ਜੀਵਨ ਦੇ ਹਰ ਖੇਤਰ ਦੇ ਵਿੱਚ ਜਿੱਥੇ ਸਿੱਖ ਗੁਰੂਆਂ ਨੇ ਰਹਿਨੁਮਾਈ ਕੀਤੀ, ਉੱਥੇ ਇਸ ਖੇਤਰ ਦੇ ਵਿੱਚ ਵੀ ਆਪਣੀ ਸ਼ਹਾਦਤ ਦੇ ਕੇ ਗੁਰੂ ਸਾਹਿਬ ਜਿਹੜੇ ਸੀ ਉਹਨਾਂ ਨੇ ਸਾਨੂੰ ਬਚਾਇਆ। ਕਿਵੇਂ? ਸ਼ਹਾਦਤ ਦਾ ਮਤਲਬ ਕੀ ਹੈ? ਸ਼ਹਾਦਤ ਦਾ ਮਤਲਬ ਹੈ ਸਾਖੀ, ਗਵਾਹੀ ਦੇਣਾ। ਤੇ ਸ਼ਹਾਦਤ ਅਰਬੀ ਭਾਸ਼ਾ ਦਾ ਜਿਹੜਾ ਹੈਗਾ ਸ਼ਬਦ ਹੈ। ਇਸ ਤੋਂ ਪਹਿਲਾਂ ਜੋ ਸਾਨੂੰ ਅਸੀਂ ਦੇਖਦੇ ਹਾਂ ਕਿ ਈਸਾਈ ਧਰਮ ਦੇ ਵਿੱਚ, ਹਿੰਦੂ ਧਰਮ ਦੇ ਵਿੱਚ ਜਾਂ ਮੁਸਲਿਮ ਧਰਮ ਦੇ ਵਿੱਚ ਸ਼ਹਾਦਤ ਦਾ ਮਤਲਬ ਵੱਖ-ਵੱਖ ਲਿਆ ਗਿਆ ਹੈ। ਮੈਂ 2-3 ਮਿੰਟ ਦੇ ਵਿੱਚ ਇਹ ਗੱਲ ਖਤਮ ਕਰਨ ਦੀ ਕੋਸ਼ਿਸ਼ ਕਰਦਾ। ਈਸਾਈ ਧਰਮ ਦੇ ਵਿੱਚ ਸ਼ਹਾਦਤ ਤੋਂ ਭਾਵ ਹੋਇਆ ਕਿ ਜੋ ਆਪਣੇ ਧਰਮ ਦੇ ਵਿੱਚ ਪੱਕ ਹੋ ਕੇ ਆਪਣੀ ਸ਼ਹਾਦਤ ਧਰਮ ਦੇ ਲਈ ਸ਼ਹਾਦਤ ਦੇਵੇ, ਤੇ ਉਹਦੀ ਉਦਾਹਰਨ ਸਾਨੂੰ ਈਸਾ ਮਸੀਹ ਮਿਲਦੀ, ਤੇ ਈਸਾ ਮਸੀਹ ਤੋਂ ਵੱਡੀ ਕੋਈ ਸਾਡੇ ਕੋਲ ਗਵਾਹੀ ਨਹੀਂ। ਦੂਸਰਾ, ਇਸਲਾਮ ਧਰਮ ਦੇ ਵਿੱਚ ਸ਼ਹਾਦਤ ਤੋਂ ਭਾਵ ਲਿਆ ਗਿਆ ਕਿ ਉਹ ਵਿਅਕਤੀ ਜੋ ਅੱਲਾਹ ਦੇ ਰਸਤੇ ਤੇ ਚੱਲਦਾ ਹੋਇਆ ਆਪਣੀ ਕੁਰਬਾਨੀ ਦਿੰਦਾ। ਤੇ ਹਿੰਦੁਸਤਾਨ ਵਿੱਚ ਪਹਿਲੀ ਵਾਰ ਜਿਹੜਾ ਸ਼ਹੀਦ ਸ਼ਬਦ ਜਿਹੜਾ ਹੈਗਾ ਉਹਨਾਂ ਮੁਸਲਮਾਨਾਂ ਲਈ ਵਰਤਿਆ ਗਿਆ ਜਿਨ੍ਹਾਂ ਨੇ ਧਰਮ ਦੇ ਲਈ ਯੁੱਧ ਕੀਤਾ ਅਤੇ ਗੈਰ ਇਸਲਾਮਿਕ ਦੇ ਅਗੇਂਸਟ, ਤੇ ਉਸ ਗੈਰ ਇਸਲਾਮਿਕ ਲੋਕਾਂ ਦੇ ਵਿਰੁੱਧ ਯੁੱਧ ਕਰਦੇ ਹੋਏ ਜਿਹੜੇ ਕੁਰਬਾਨ ਹੋਏ ਨੇ ਜਾਂ ਜਿਹੜੇ ਮਾਰੇ ਜਾਂਦੇ, ਉਹਨਾਂ ਸਿਪਾਹੀਆਂ ਨੂੰ, ਉਹਨਾਂ ਫੌਜੀਆਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਇਹ ਜਿਹੜੇ ਗੈਰ ਇਸਲਾਮਿਕ ਲੋਕਾਂ ਵਿਰੁੱਧ ਲੜਦੇ ਹੋਏ ਮਾਰੇ ਗਏ ਨੇ, ਇਹਨਾਂ ਨੂੰ ਕਿਸੇ ਤਰ੍ਹਾਂ ਨਾਲ ਨਹਾਉਣ ਦੀ ਲੋੜ ਨਹੀਂ, ਇਹਨਾਂ ਦੇ ਕੱਪੜੇ ਬਦਲਣ ਦੀ ਲੋੜ ਨਹੀਂ, ਇਹਨਾਂ ਦੇ ਜਿਹੜੇ ਖੂਨ ਦੇ ਛਿੱਟੇ ਜਾਂ ਜ਼ਖਮ ਜਿਹੜੇ ਹੈਗੇ ਨੇ ਉਹ ਪਾਕ ਨੇ, ਤੇ ਉਹਨਾਂ ਨੂੰ ਉਸੇ ਤਰ੍ਹਾਂ ਹੀ ਦਫਨਾਇਆ ਜਾਵੇ ਤੇ ਸਿੱਧਾ ਅੱਲਾਹ ਦੀ ਦਰਗਾਹ ਜਿਹੜੀ ਹੈਗੀ ਉਸ ਦੇ ਵਿੱਚ ਪ੍ਰਵਾਨ ਹੋਣਗੇ।
ਤੇ ਇਸ ਤਰ੍ਹਾਂ ਜਿਹੜਾ ਹੈਗਾ ਸਾਨੂੰ ਉਦਾਹਰਨ ਵੀ ਮਿਲਦੀ ਹੈ ਕਿ ਪੈਗੰਬਰ ਹਜ਼ਰਤ ਮੁਹੰਮਦ ਦਾ ਜਿਹੜਾ ਦੋਤਾ ਹੈ ਹਸਨ ਤੇ ਹੁਸੈਨ, ਉਹ ਕਿਵੇਂ ਰੇਗਿਸਤਾਨ ਦੇ ਥਾਂ ਤੇ ਮਾਰੂਥਲਾਂ ਦੇ ਵਿੱਚ ਉਹ ਸ਼ਹੀਦ ਹੁੰਦੇ ਨੇ, ਤੇ ਫਿਰ ਉਹਨਾਂ ਦੀ ਯਾਦ ਵਿੱਚ ਤਾਜ਼ੀਆ ਜਿਹੜਾ ਹੈਗਾ ਉਹ ਕੱਢਿਆ ਜਾਂਦਾ। ਹਿੰਦੂ ਧਰਮ ਦੇ ਵਿੱਚ ਵੀ ਬਲੀ ਜਿਹੜੀ ਸੀ ਉਹ ਆਮ ਸੀ, ਤੇ ਬਲੀ ਕਈ ਵਾਰ ਜਾਨਵਰ ਦੇ ਨਾਲ ਨਾਲ, ਪਸ਼ੂਆਂ ਦੇ ਨਾਲ ਨਾਲ, ਜਿਹੜੇ ਕਈ ਵਾਰ ਭੋਲੇ ਭਾਲੇ ਮਨੁੱਖ ਦੀ ਵੀ ਬਲੀ ਸਾਨੂੰ ਪਤਾ ਲੱਗਦਾ ਹੈ ਜ਼ਿਕਰ ਮਿਲਦੇ ਨੇ ਕਿ ਬਲੀ ਦਿੱਤੀ ਜਾਂਦੀ ਸੀ। ਪਰ ਬਲੀ ਤੇ ਸ਼ਹਾਦਤ ਦੇ ਵਿੱਚ ਬਹੁਤ ਬੁਨਿਆਦੀ ਫਰਕ ਆ ਕਿ ਬਲੀ ਜਿਹੜਾ ਹੈਗਾ ਉਹ ਸਵਾਰਥ ਲਈ ਦਿੱਤੀ ਜਾਂਦੀ ਹੈ, ਤੇ ਬਲੀਦਾਨ ਜਿਹੜਾ ਹੈਗਾ ਉਹ ਪਰਉਪਕਾਰ ਲਈ, ਦੂਜਿਆਂ ਦਾ ਭਲਾ ਕਰਨ ਲਈ ਦਿੱਤੀ ਜਾਂਦੀ ਹੈ। ਬਲੀ ਦੇਣ ਵਾਲਾ ਆਪਣਾ ਜਿਹੜਾ ਹੈਗਾ, ਬਲੀ ਦੇਣ ਵਾਲਾ ਜਿਹੜਾ ਹੈਗਾ ਦੂਜੇ ਦਾ ਖੂਨ ਡੋਲਦਾ ਹੈ, ਤੇ ਸ਼ਹਾਦਤ ਦੇਣ ਵਾਲਾ ਆਪਣਾ ਖੂਨ ਡੋਲਦਾ। ਸਿੱਖ ਧਰਮ ਦੇ ਵਿੱਚ ਸ਼ਹੀਦ ਸ਼ਬਦ ਜਿਹੜਾ ਹੈਗਾ ਤੋਂ ਭਾਵ ਵੀ ਦਾ ਅਰਥ ਗਵਾਹੀ ਲਿਆ ਗਿਆ, ਪਰ ਕਿਉਂਕਿ ਧਰਮ ਯੁੱਧ ਲਈ ਜਾਂ ਧਰਮ ਦੇ ਹਿੱਤ ਜਾਂ ਭਲਾਈ, ਸਮਾਜ ਦੀ ਭਲਾਈ ਲਈ ਜਦੋਂ ਅਸੀਂ ਆਪਾਂ ਕੁਰਬਾਨ ਕਰਦੇ ਹਾਂ, ਉਹ ਸ਼ਹਾਦਤ ਹੈ। ਤੇ ਇਹ ਸ਼ਹਾਦਤ ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਦਿੱਤੀ। ਉਸ ਤੋਂ ਪਹਿਲਾਂ ਇਹ ਸਿੱਖ ਧਰਮ ਦੇ ਵਿੱਚ ਆਲਰੇਡੀ ਹੈ। ਜਦੋਂ ਗੁਰੂ ਨਾਨਕ ਦੇਵ ਜੀ ਵੀ ਇਸ ਦੇ ਬਾਰੇ ਗੱਲ ਕਰਦੇ ਨੇ ਕਿ ਜौ ਤੋਂ ਪ੍ਰੇਮ ਖਿਲਨ ਕਾ ਚਾਓ, ਸਿਰ ਤਲੀ ਗਲੀ ਮੇਰੀ ਆਓ, ਇਹ ਮਾਰਗ ਪੈਰ ਦੀਜੇ ਸਿਰ ਦੀਜੇ ਕਾਰ ਨਾ ਕੀਜੇ। ਸ਼ਲੋਕ ਮਹਲਾ ਵਧੀਕ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਿਹੜੇ ਹੈਗੇ ਸ਼ਬਦ ਦਰਜ ਨੇ, ਜਿੱਥੋਂ ਪਤਾ ਲੱਗਦਾ ਕਿ ਗੁਰੂ ਨਾਨਕ ਜਿਹੜੇ ਹੈਗੇ ਉਹ ਵੀ ਇਹ ਗੱਲ ਕਰ ਰਹੇ ਨੇ। ਤੇ ਇਸ ਤੋਂ ਬਾਅਦ ਗੁਰੂ ਅਰਜਨ ਦੇਵ ਜਿਹੜੇ ਹੈਗੇ ਉਹਨਾਂ ਨੇ ਸ਼ਹਾਦਤ ਦਿੱਤੀ ਧਾਰਮਿਕ ਅਸਹਿਣਸ਼ੀਲਤਾ ਦੇ ਕਰਕੇ, ਜਹਾਂਗੀਰ ਦੀ ਧਾਰਮਿਕ ਅਸਹਿਣਸ਼ੀਲਤਾ ਦੇ ਨੀਤੀਆਂ ਦੇ ਕਰਕੇ। ਤੇ ਲੇਟਰ ਦੇ ਵਿੱਚ ਗੁਰੂ ਤੇਗ ਬਹਾਦਰ ਜਿਹੜੇ ਹੈਗੇ ਉਹਨਾਂ ਨੇ ਫਿਰ ਜਿਹੜਾ ਹੈਗਾ ਉਹ ਸ਼ਹਾਦਤ ਦਿੱਤੀ। ਉਹ ਸ਼ਹਾਦਤ ਦੇਣ ਦਾ ਕਾਰਨ ਹਿੰਦੂ ਧਰਮ ਨੂੰ ਜਾਂ ਗੈਰ ਇਸਲਾਮਿਕ ਲੋਕਾਂ ਨੂੰ ਬਚਾਉਣਾ। ਅਦਰਵਾਈਜ਼ ਜਿਹੜੀ ਅਸੀਂ ਅੱਜ ਕਲਚਰ ਡਾਈਵਰਸਿਟੀ ਦੇਖਦੇ ਹਾਂ ਉਹ ਖਤਮ ਹੋ ਜਾਣੀ ਸੀ। ਇਹ ਗੁਰੂ ਤੇਗ ਬਹਾਦਰ ਸਾਹਿਬ ਨਾਲ ਹੀ ਖਤਮ ਨਹੀਂ ਹੁੰਦੀ ਸ਼ਹਾਦਤ ਦਾ ਫਲਸਫਾ ਜਿਹੜਾ ਉਦਾਹਰਨ, ਇਹ ਉਸ ਤੋਂ ਬਾਅਦ ਵੀ ਚੱਲਦੀਆਂ। ਉਸ ਤੋਂ ਬਾਅਦ ਕਿਵੇਂ ਚੱਲਦੀਆਂ ਨੇ ਕਿ ਗੁਰੂ ਗੋਬਿੰਦ ਸਿੰਘ ਉਹਨਾਂ ਦੇ ਜਿਹੜੇ ਸਾਹਿਬਜ਼ਾਦੇ ਹੈਗੇ ਉਹ ਸ਼ਹੀਦ ਹੁੰਦੇ ਨੇ, ਗੁਰੂ ਸਾਹਿਬ ਆਪ, ਫਿਰ ਬਾਬਾ ਬੰਦਾ ਸਿੰਘ ਬਹਾਦਰ, ਅਤੇ ਹੌਲੀ ਹੌਲੀ ਬਾਅਦ ਦੇ ਵਿੱਚੋਂ ਘੱਲੂਘਾਰੇ, ਤੇ ਦੈਨ ਲੇਟਰ ਔਨ ਇਹਨਾਂ ਸ਼ਹਾਦਤਾਂ ਦੇ ਯੂਜ਼ ਕਰਕੇ ਹੀ ਰਣਜੀਤ ਸਿੰਘ ਸਿੱਖ ਮਿਸਲਾਂ ਪੈਦਾ ਹੁੰਦੀਆਂ ਨੇ। ਸਿੱਖ ਮਿਸਲਾਂ ਤੋਂ ਪੰਜਾਬ ਦੇ ਵਿੱਚ ਸਿੱਖ ਰਾਜ ਜਿਹੜਾ ਹੈਗਾ ਸਥਾਪਿਤ ਹੁੰਦਾ ਹੈ। ਲੇਕਿਨ ਉਸ ਤੋਂ ਪਹਿਲਾਂ ਸਿੱਖ ਰਾਜ ਜਿਹੜਾ ਹੈਗਾ ਬੰਦਾ ਸਿੰਘ ਬਹਾਦਰ ਵੀ ਐਸਟੈਬਲਿਸ਼ ਕਰ ਜਾਂਦਾ ਹੈ, ਜਦੋਂ 1708 ਤੋਂ ਲੈ ਕੇ 1716 ਤੱਕ ਦਾ ਜਿਹੜਾ ਸਮਾਂ ਹੈ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜਿਹੜੇ ਹੈਗੇ ਉਹਨਾਂ ਇਹ ਸ਼ਹਾਦਤ ਦੀ ਜਿਹੜੀ ਪਰੰਪਰਾ ਹੈਗੀ ਆ ਉਹ ਚੱਲਦੀ ਹੈ। ਮੈਂ ਜ਼ਿਆਦਾ ਲੰਬਾ ਨਾ ਜਾਂਦਾ ਹੋਇਆ, ਮੈਨੂੰ ਲੱਗਦਾ ਕਿ ਹੁਣ ਟਾਈਮ ਬਹੁਤ ਜ਼ਿਆਦਾ ਹੋ ਚੁੱਕਿਆ ਤੇ ਮੈਂ ਇਸ ਨੂੰ ਸਮ ਅਪ ਕਰਦਾ। ਅੱਜ ਦੇ ਦੌਰ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਸੁਸਾਇਟੀ ਨੂੰ, ਗੁਰੂ ਸਾਹਿਬ ਦੀ ਸ਼ਹਾਦਤ ਤੇ ਉਹਨਾਂ ਦੇ ਜੀਵਨ ਫਲਸਫੇ ਨੂੰ, ਅੱਜ ਦੇ ਦੌਰ ਦੇ ਵਿੱਚ ਗੁਰੂ ਸਾਹਿਬ ਦਾ ਫਲਸਫਾ ਤੇ ਉਹਨਾਂ ਨੇ ਜੋ ਸਾਨੂੰ ਜੀਵਨ ਜਾਚ ਸਿਖਾਇਆ ਗਿਆ ਉਹ ਬਹੁਤ ਜ਼ਰੂਰੀ ਹੈ। ਅੱਜ ਜਦੋਂ COVID-19 ਦੇ ਵਿੱਚ ਪੂਰਾ ਸਮਾਜ, ਪੂਰਾ ਦੇਸ਼, ਪੂਰਾ ਸੰਸਾਰ ਜਿਹੜਾ ਹੈਗਾ ਉਹ ਫਸਿਆ ਹੋਇਆ, ਤਾਂ ਅੱਜ ਦੇ ਸਮੇਂ ਦੇ ਵਿੱਚ ਵੀ ਗੁਰੂ ਸਾਹਿਬ ਦੀ ਜਿਹੜੀ ਉਦਾਹਰਨ ਹੈ, ਜਿੱਥੇ ਮੈਂ ਤੁਹਾਨੂੰ ਪਹਿਲਾਂ ਗੱਲ ਕਰਕੇ ਹਟਿਆ ਕਿ ਜਿੱਥੇ ਜਿੱਥੇ ਵੀ ਗੁਰੂ ਸਾਹਿਬ ਗਏ ਉਹਨਾਂ ਨੇ ਲੰਗਰ ਵੀ ਚਲਾਏ ਤੇ ਖੂਹ ਵੀ ਲਵਾਏ ਪਾਣੀ ਦੀ ਕਮੀ ਦੇ ਕਰਕੇ। ਤੇ ਹੁਣ ਵੀ ਅੱਜ ਵੀ ਜਿੱਥੇ ਜਿੱਥੇ ਵੀ ਇਹ COVID-19 ਕਰਕੇ, ਮਹਾਮਾਰੀ ਕਰਕੇ ਸੰਸਾਰ ਦੇ ਹਰ ਥਾਂ ਦੇ ਉੱਤੇ ਜਿਹੜਾ ਹੈ ਜੇ ਸਿੱਖ ਹੈਗੇ ਨੇ ਉਹਨਾਂ ਨੇ ਲੰਗਰ ਚਲਾਏ। ਹਰ ਉਹ ਵਿਅਕਤੀ ਜਿਸ ਨੂੰ ਦਵਾਈ ਦੀ ਜਾਂ ਲੰਗਰ ਦੀ ਲੋੜ ਸੀ ਉਹਨਾਂ ਤੱਕ ਉਹ ਚੀਜ਼ਾਂ ਮੁਹੱਈਆ ਕਰਾਈਆਂ। ਬੇਸ਼ੱਕ ਮਹਾਮਾਰੀ ਵਰਗੀ ਥਾਵਾਂ ਜਿੱਥੇ ਅਸੀਂ ਆਪਣੇ ਘਰਾਂ ਦੇ ਵਿੱਚ ਬੈਠੇ ਆਪਣੇ ਨੂੰ ਬਚਾ ਰਹੇ ਹਾਂ, ਉੱਥੇ ਇਹ ਵਿਅਕਤੀ ਜਿਹੜੇ ਹੈਗੇ ਲੋਕਾਂ ਤੱਕ ਪਹੁੰਚ ਕੇ ਉੱਥੇ ਚੀਜ਼ਾਂ ਪਹੁੰਚਾ ਰਹੇ ਨੇ। ਤੇ ਇਹਦਾ ਰੀਜ਼ਨ ਜਿਹੜਾ ਹੈਗਾ ਇਹਦੇ ਪਿੱਛੇ ਕੀ ਹੈ, ਇਹਦੇ ਪਿੱਛੇ ਗੁਰੂ ਤੇਗ ਸਾਹਿਬ ਦੀ ਫਿਲਾਸਫੀ ਜਿਹੜੀ ਹੈਗੀ ਆ ਉਹ ਕੰਮ ਕਰਦੀ ਹੈ। ਇਹਦੇ ਨਾਲ ਹੀ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਸੁਣਿਆ, ਇੰਨੀ ਪੇਸ਼ੈਂਸ ਦਿਖਾਈ, ਤੇ ਨਾਲ ਹੀ ਮੈਂ ਤੁਹਾਨੂੰ ਫਿਰ ਦੁਬਾਰਾ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਉਤਸਵ ਦੀ ਵਧਾਈ। थैंक यू डॉक्टर साहब। डॉक्टर साहब ने बहुत खूबसूरत शब्दां विच
ਗੁਰੂ ਸਾਹਿਬ ਦੀ ਬਰਥ ਹਿਸਟਰੀ, ਫੈਮਿਲੀ ਹਿਸਟਰੀ ਔਰ ਉਸ ਸਮੇਂ ਦੀਆਂ ਜੋ ਪ੍ਰੋਬਲਮ ਸੀ ਆਰਥਿਕ ਵਿਵਸਥਾ ਦੀਆਂ ਜਾਂ ਮੁਗਲ ਰੂਲਰਸ ਦੀਆਂ ਵਧੀਕੀਆਂ ਜੋ ਹੋ ਰਹੀਆਂ ਸੀ ਉਸ ਬਾਰੇ ਸਾਨੂੰ ਦੱਸਿਆ ਔਰ ਨਾਲ ਹੀ ਇਹ ਦੱਸਿਆ ਕਿ ਕਿਸ ਤਰ੍ਹਾਂ ਸੱਚੇ ਗੁਰੂ ਦੀ ਖੋਜ ਹੋਈ ਗੁਰੂ ਤੇਗ ਬਹਾਦਰ ਜੀ ਦੇ ਰੂਪ ਵਿੱਚ। ਔਰ ਜਿਸ ਤਰ੍ਹਾਂ ਕਿ ਸਰ ਨੇ ਗੁਰੂ ਦੀਆਂ ਯਾਤਰਾਵਾਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਮੇਨ ਉਹਨਾਂ ਦਾ ਉਦੇਸ਼ ਇਹ ਸੀ ਕਿ ਉਹਨਾਂ ਨੂੰ ਲੱਗਦਾ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਜੋ ਯਾਤਰਾ ਕੀਤੀਆਂ ਸੀ ਉਹ ਲੋਕਾਂ ਦੀ ਅਗਿਆਨਤਾ ਨੂੰ ਦੂਰ ਕਰਨ ਲਈ ਕੀਤੀਆਂ ਸੀ, ਕਿ ਹੁਣ ਉਹਨਾਂ ਨੂੰ ਲੱਗਦਾ ਸੀ ਕਿ ਲੋਕਾਂ ਨੂੰ ਦੁਆਰਾ ਜਾਗਰੂਕ ਕਰਨ ਦੀ ਲੋੜ ਹੈ। ਇਸ ਕਰਕੇ ਗੁਰੂ ਤੇਗ ਬਹਾਦਰ ਜੀ ਨੇ ਜਗ੍ਹਾ ਜਗ੍ਹਾ ਜਾ ਕੇ ਲੋਕਾਂ ਦੀ ਅਗਿਆਨਤਾ ਨੂੰ ਦੂਰ ਕਰਨ ਲਈ ਉਹਨਾਂ ਨੂੰ ਸਿੱਖਿਆਵਾਂ ਦਿੱਤੀਆਂ। ਔਰ ਉਹਨਾਂ ਦੀ ਸ਼ਹਾਦਤ ਦੀ ਗੱਲ ਕਰਦੇ ਹੋਏ ਜੋ ਸਰ ਨੇ ਬਹੁਤ ਵਧੀਆ ਗੱਲ ਕਹੀ ਕਿ ਜੇ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਨਾ ਦਿੰਦੇ ਤਾਂ ਧਾਰਮਿਕ ਸੁਤੰਤਰਤਾ ਜਾਂ ਸਮਾਨਤਾ ਦੇ ਇਲਾਵਾ ਸਾਡੀ ਜੋ ਕਲਚਰਲ ਡਾਈਵਰਸਿਟੀ ਸੀ ਤਾਂ ਉਸ ਨੂੰ ਵੀ ਨਹੀਂ ਬਚਾਇਆ ਜਾ ਸਕਦਾ ਸੀ। ਸਰ ਬਹੁਤ ਖੂਬਸੂਰਤ ਵਿਚਾਰ ਸੀ ਤੁਹਾਡੇ। ਔਰ ਇਸ ਤੋਂ ਬਾਅਦ ਮੈਂ ਡਾਕਟਰ ਮਨਜੀਤ ਸਿੰਘ ਨੂੰ ਇਨਵਾਈਟ ਕਰਦੀ ਹਾਂ ਜੋ ਹਿਸਟਰੀ ਡਿਪਾਰਟਮੈਂਟ ਦੇ ਮੁਖੀ ਹਨ ਕਿ ਉਹ ਵੀ ਇਸ ਵਿਸ਼ੇ ਨੂੰ ਸਮੇਟਦੇ ਹੋਏ ਆਪਣੇ ਵਿਚਾਰ ਰੱਖਣਗੇ। ਡਾਕਟਰ ਮਨਜੀਤ ਸਿੰਘ। Thank you, ma'am. Ma'am, I am audible? Yeah. Hello? Yes, you are आवाज आ audible. रही है? Okay. Okay. Thank you, Professor ਦਲਜੀਤ ਸਿੰਘ sir. ਆਪਣੇ ਤੁਸੀਂ ਬਹੁਤ ਹੀ ਚੰਗਾ ਚਾਨਣਾ ਪਾਇਆ 400 ਸਾਲਾਂ ਦੇ ਪ੍ਰਕਾਸ਼ ਉਤਸਵ ਤੇ ਦਿਹਾੜੇ ਤੇ। ਸਰ ਨੇ ਦੱਸਿਆ ਕਿ ਜਿਸ ਤਰੀਕੇ ਨਾਲ 8ਵੇਂ ਗੁਰੂ ਦੇ ਬਾਅਦ 9ਵੇਂ ਗੁਰੂ ਜੀ ਦੀ ਗੱਦੀ ਹੁੰਦੀ ਹੈ ਤਾਂ ਕਿਸ ਤਰੀਕੇ ਨਾਲ ਸਿੱਖ ਧਰਮ ਵੱਲੋਂ ਸੂਰਜ ਦਾ ਚੋਨਣਾ, ਸੂਰਜ ਦਾ ਨਿਕਲਣਾ ਹੁੰਦਾ ਹੈ। ਔਰ सर ने दसिया कि भक्ति और ज्ञान के बाद 9वें गुरु ने गुरु तेग बहादुर जी ने मनुख दी जागृति लई सब तो ज्यादा काम किया। सर ने सब तो ज्यादा गुरु दे इतिहास बारे उस दे नाल उत्तरी भारत पंजाब, पूर्वी भारत बंगाल बिहार, दक्षिण भारत मराठा और दिल्ली के आसपास जो राजस्थान और उत्तर प्रदेश ਦਾ ਜੋ ਇਲਾਕਾ ਸਨ ਉਸਦੇ ਇਤਿਹਾਸ ਬਾਰੇ ਸਾਨੂੰ ਸਭ ਤੋਂ ਜ਼ਿਆਦਾ ਜਾਣਕਾਰੀ ਦਿੱਤੀ। ਰਾਜਨੀਤਿਕ ਉਥਲ-ਪੁਥਲ ਬਾਰੇ, ਧਾਰਮਿਕ ਅਸਹਿਣਸ਼ੀਲਤਾ ਬਾਰੇ, ਸਮਾਜਿਕ ਸਭ ਤੋਂ ਜ਼ਿਆਦਾ ਉਸ ਸਮੇਂ ਜੋ सोशल इंटॉलरेंस और रिलीजियस इंटॉलरेंस जो फैली हुई थी उस बारे सबसे ज्यादा सर ने बताया। और सर ने ये बताया कि सिख इतिहास और सिख परंपरा में शहादत किस तरीके से आई है, किस तरीके से इस्लामिक और भारतीय परंपरा में शहादत को सर ने बहुत ही अच्छे तरीके से डिफेंड किया है, बहुत अच्छे तरीके से बताया है। और गुरुद्वारा जो हमारा रिलीजियस सिख टेम्पल है और जो गुरुद्वारे का मीनिंग है कि किस तरीके से गुरुद्वारा शब्द जो है गुरु का द्वार, उससे पहले धर्मशाला बनी थी, फिर गुरु का द्वार और फिर गुरुद्वारा बना। और इस परंपरा को आगने वाले सभी लोगों ने आगे बढ़ाया और किस प्रकार से उत्तरी भारत में उस समय शहादत को अच्छे तरीके से डिफेंड किया। और सबसे ज्यादा शहरीकरण, उस समय जो शहरीकरण था और जो नए नए शहर बन रहे थे और नए नए शहरों के बनने से जो अर्बनाइजेशन डेवलप हो रही थी, हमें गुरु तेग बहादुर जी के जीवन के साथ साथ समस्त उत्तरी भारत और इसमें अगर हम दक्षिण भारत मराठा साम्राज्य को भी मिलाएं, राजस्थान को भी मिलाएं, तो हमें अर्बनाइजेशन के बारे में भी गुरु तेग बहादुर जी के जीवन के साथ साथ इनकी सबसे ज्यादा हमें जानकारी मिलती है। और सर ने बहुत ही अच्छे तरीके से और डिटेल में पूरे वर्तमान मध्यकालीन इतिहासकारों के सोर्सेज को और इसके साथ साथ उस समय के सिख इतिहास और अरबी और फारसी लिटरेचर में जो हमारे सिखों के बारे में और तेग बहादुर जी के बारे में लिखा हुआ है उसको बड़ी बारीकी से और एक एक सोर्सेज को बता कर हमें बताया है। और
मैं ज्यादा समय न लेते हुए सर का बार बार धन्यवाद करता हूं कि सर ने हमें हमारा एक छोटा सा इनविटेशन से ही इस पे राजी हुए, और थैंक यू वेरी मच। निर्मल मैम, हेलो निर्मल मैम। ਥੈਂਕ ਯੂ ਮਨਜੀਤ ਸਰ। ਜਿਸ ਤਰ੍ਹਾਂ ਕਿ ਸ਼ੁਰੂ ਵਿੱਚ ਹੀ ਮੈਂ ਕਿਹਾ ਸੀ ਕਿ ਇਹ ਕੋਵਿਡ-19 ਦੇ ਚਲਦੇ ਅਸੀਂ ਇਸ ਤਰ੍ਹਾਂ ਦੇ ਵੈਬੀਨਾਰ ਆਯੋਜਿਤ ਕਰਨ ਚ ਕਾਮਯਾਬ ਹੋਏ ਹਾਂ। ਹੋ ਸਕਦਾ ਹੈ ਕਿ ਅਸੀਂ ਸੈਮੀਨਾਰ ਇੰਨੇ ਨਾ ਆਯੋਜਿਤ ਕਰਦੇ, ਔਰ ਹੋ ਸਕਦਾ ਹੈ ਕਿ ਅਸੀਂ ਹੋਰ ਸਕਾਲਰਸ ਦੇ ਨਾਲ ਸਾਡੀ ਇੰਨੀ ਜਾਣ ਪਹਿਚਾਣ ਵੀ ਨਾ ਹੁੰਦੀ, ਜਾਂ ਸਾਡੀ ਉਹਨਾਂ ਨਾਲ ਇੰਨੀ ਮੁਲਾਕਾਤ ਨਾ ਹੁੰਦੀ। ਪਰ ਸਰ ਇੱਕ ਗੱਲ ਜ਼ਰੂਰ ਹੈ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਿੱਤੀ, ਜਾਂ ਉਹਨਾਂ ਨੇ ਜੋ ਸਿੱਖਿਆ ਹੈ ਉਹ ਅੱਜ ਵੀ ਲੋਕ ਉਸ ਨੂੰ ਫਾਲੋ ਕਰ ਰਹੇ ਹਨ, ਅੱਜ ਵੀ ਉਸਦੀ ਫਿਲਾਸਫੀ ਨੂੰ ਫਾਲੋ ਕਰ ਰਹੇ ਹਨ ਕਿ ਅੱਜ ਵੀ ਅਸੀਂ ਸਿੱਖਾਂ ਦੇ ਜੋ ਉਹਨਾਂ ਨੇ ਕੁਰਬਾਨੀਆਂ ਕੀਤੀਆਂ, ਜਾਂ ਜੋ ਇਸ ਮੁਸ਼ਕਿਲ ਦੀ ਘੜੀ ਵਿੱਚ ਉਹਨਾਂ ਨੇ ਲੋਕਾਂ ਦੀ ਸੇਵਾ ਕੀਤੀ, ਲੰਗਰ ਚਲਾਏ, ਉਸ ਲਈ ਅਸੀਂ ਅੱਜ ਵੀ ਉਹਨਾਂ ਦੇ ਬਹੁਤ ਜ਼ਿਆਦਾ ਧੰਨਵਾਦੀ ਤਾਂ ਮੈਂ ਨਹੀਂ ਕਹੂੰਗੀ, ਉਹਨਾਂ ਅੱਗੇ ਅਸੀਂ ਨਤਮਸਤਕ ਹਾਂ। ਤੇ ਇਸ ਦੇ ਨਾਲ ਹੀ ਮੈਂ ਪ੍ਰੋਫੈਸਰ ਅਮਨਦੀਪ ਨੂੰ ਜੋ ਹੈਡ ਡਿਪਾਰਟਮੈਂਟ ਆਫ ਇੰਗਲਿਸ਼ ਹਨ, ਉਹਨਾਂ ਨੂੰ ਬੁਲਾਵਾਂਗੀ ਕਿ ਉਹ ਅੱਜ ਦੇ ਇਸ ਸਾਡੇ ਵੈਬੀਨਾਰ ਦੇ ਜੋ ਮੁੱਖ ਬੁਲਾਰੇ ਹਨ ਔਰ ਜੋ ਪਾਰਟਿਸਿਪੈਂਟਸ ਹਨ, ਉਹਨਾਂ ਦਾ ਰਸਮੀ ਤੌਰ ਤੇ ਧੰਨਵਾਦ ਕਰਨਗੇ। ਥੈਂਕ ਯੂ ਨਿਰਮਲ ਮੈਮ। ਸਭ ਤੋਂ ਪਹਿਲਾਂ ਮੈਂ ਮਾਨਯੋਗ ਕਾਲਜ ਮੈਨੇਜਿੰਗ ਕਮੇਟੀ ਪ੍ਰਿੰਸੀਪਲ ਡਾਕਟਰ ਰਮਾ ਸ਼ਰਮਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ, ਜਿਨ੍ਹਾਂ ਨੇ ਸਾਨੂੰ ਅਜਿਹੇ ਵਿਦੇਸ਼ ਵੈਬੀਨਾਰ ਕਰਵਾਉਣ ਲਈ ਉਤਸ਼ਾਹਿਤ ਕੀਤਾ। ਇਸ ਦੇ ਨਾਲ ਹੀ ਮੈਂ ਸਾਡੇ ਅੱਜ ਦੇ ਕੀ ਸਪੀਕਰ ਪ੍ਰੋਫੈਸਰ ਦਲਜੀਤ ਸਿੰਘ, ਹੈਡ ਡਿਪਾਰਟਮੈਂਟ ਆਫ ਪੰਜਾਬ ਹਿਸਟੋਰੀਕਲ ਸਟੱਡੀਜ਼, ਇਹਨਾਂ ਨੇ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਸਾਨੂੰ ਜ਼ਿੰਦਗੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਵੈਬੀਨਾਰ ਵਿੱਚ ਉਹਨਾਂ ਦੀਆਂ ਯਾਤਰਾਵਾਂ ਅਤੇ ਸ਼ਹਾਦਤ ਬਾਰੇ ਬੜੀ ਜਾਣਕਾਰੀ ਦਿੱਤੀ। ਨਾਲ ਹੀ ਮੈਂ ਸਾਰੇ ਸਟਾਫ ਮੈਂਬਰਸ ਅਤੇ ਪਾਰਟਿਸਪੈਂਟਸ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਵੈਬੀਨਾਰ ਨੂੰ ਜੁਆਇਨ ਕੀਤਾ। ਮੈਨੂੰ ਪੂਰੀ ਆਸ ਹੈ ਕਿ ਇਸ ਵੈਬੀਨਾਰ ਰਾਹੀਂ ਉਹਨਾਂ ਨੇ ਗੁਰੂ ਜੀ ਦੇ ਜੀਵਨ ਅਤੇ ਸ਼ਹਾਦਤ ਬਾਰੇ ਕੋਈ ਵੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ ਹੋਵੇਗੀ। ਇਸ ਦੇ ਨਾਲ ਹੀ ਮੈਂ ਪ੍ਰੋਫੈਸਰ ਗੌਰਵ ਸਿੰਘਲਾ ਜੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਟੈਕਨੀਕਲ ਸਪੋਰਟ ਕੀਤਾ। ਇੱਕ ਵਾਰ ਫਿਰ ਸਾਰਿਆਂ ਦਾ ਵੀ ਧੰਨਵਾਦ। ਥੈਂਕ ਯੂ। Thank you once again, Dr. Saab. Thank you, Principal Rama Sharma ji, and thank you all the participants. Thank you, Gaurav Singla ji. Thank you, Ashutosh Dharni ji. Thank you all. और इस दे नाल ही ਅਸੀਂ ਇਜਾਜ਼ਤ ਚਾਹਾਂਗੇ। ਅੱਜ ਦਾ ਵੈਬੀਨਾਰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। Thank you everyone.